ਬੰਦੇ ਕਾਲ ਪਾ ਰਹੇ ਨੇ ਆਈ ਥਿੰਕ। ਹੋਸਟ ਮੋਡਰੇਟਰ ਕੋਈ ਨਾ ਆ ਗਿਆ, ਲੱਗਦਾ ਮੈਨੂੰ ਆ ਗਿਆ। अस्सलामुअलैकुम। वालेकुम अस्सलाम। ते ए थल्ले ना वो एक अपना बैठे ने चोको स्पेन दे पादरिया आरफ विरक साहब नु कॉल पा दर, आरफ विरक साहब नु कॉल पा के ते चुके। मैं ना यूसुफ भाई एक दिन पाकिस्तान की कॉमन अहमदी औरत आई, कॉमन अहमदी औरत आई। एक मिनट मैंने जरा साकिब भाई ना सलाम कर लेंदे हो ओना दना। साकिब भाई अस्सलाम वालेकुम। वालेकुम सलाम, की हाल है सारे वीरां दा? ठीक शुक्र अल्लाह दा। किस तरह मौजा कर रहे हो तुसी? हरम शरीफ चो, मदीना शरीफ चो? हुण जुम्मा पढ़ के भाई उत्थों निकले आ ते बाहर आके रोटी खाधी आ। बार बार सारे दोस्त इस वास्ते तुहानू कहंदे ने कि तुसी साडे वास्ते इत्थे जरूर दुआवां करो। सारेयां वास्ते दुआवां कि वो धरती ऐसी है, सब दे वास्ते। मैं ना वाजे हक भाई, बाकी दीगर दोस्त भी साकिब भाई, मैं जो फर्स्ट टाइम गया ना उत्थे उमरे ते असां नबी पाक अलैहिस्सलातु वस्सलाम दे रोज़ा मुबारक तो निकले बाहर। तो सुबह फजर दी नमाज असीं पढ़ी। फजर तो बाद असीं को पता ना सूरज निकल आंदा ते बड़ी एकदम गर्मी बड़ी हो जांदी उत्थे। ओह बड़ी गर्मी। ਉਹ ਅਸੀਂ ਨਮਾਜ਼ ਪੜ੍ਹ ਕੇ ਨਿਕਲੇ ਤੇ ਮੈਂ ਕਿਉਂਕਿ ਫਸਟ ਟਾਈਮ ਗਿਆ ਸਾਂ, ਬਾਕੀ ਮੇਰੇ ਕਾਫੀ ਸਾਰੇ ਹੋਰ ਵੀ ਅਸੀਂ ਦੋਸਤ ਸੀ ਤੇ ਉਹ ਮਾਸ਼ਾਅੱਲਾ ਉਸ ਤੋਂ ਪਹਿਲੇ ਕਈ ਵਾਰੀ ਉਹ ਜਾ ਚੁੱਕੇ ਸੀ ਤੇ ਉਹ ਮੈਨੂੰ ਫਿਰ ਉਹ ਉੱਥੇ ਜਿਹੜੇ ਮਕਾਮਾਤ ਨੇ ਉਹਨਾਂ ਦੇ ਬਾਰੇ ਦੱਸਣਾ ਸ਼ੁਰੂ ਹੋ ਗਏ। ਤੇ ਇੱਕ ਜਗ੍ਹਾ ਦੱਸੀ ਜਿਹਨੂੰ ਮਸਜਿਦ ਉਮਰ ਫਾਰੂਕ ਰਜ਼ੀ ਅੱਲਾਹ ਤਾਲਾ ਦੇ ਨਾਲ ਮਨਸੂਬ ਹੈ ਤੇ ਉਹਨਾਂ ਨੇ ਦੱਸਿਆ ਕਿ ਜੀ ਇਹਦੀ ਤਾਰੀਖ ਹੈ ਵੇ ਕਿ ਬਾਰਿਸ਼ ਨਹੀਂ ਸੀ ਹੋ ਰਹੀ ਤੇ ਕਹਿਤ ਸਾਲੀ ਸੀ ਨਬੀ ਪਾਕ अलैहिस्सलातु वस्सलाम ਦੇ ਵਿਸਾਲ ਤੋਂ ਬਾਅਦ ਉਮਰ ਫਾਰੂਕ ਰਜ਼ੀ ਅੱਲਾਹ ਤਾਲਾ ਦੇ ਦੌਰ ਦੇ ਵਿੱਚ। ਤੇ ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ ਤਾਲਾ ਕੋਲ ਲੋਕ ਆਏ ਤੇ ਉਹਨਾਂ ਨੇ ਇਸ ਜਗ੍ਹਾ ਤੇ ਖਲੋ ਕੇ ਨਮਾਜ਼ ਇਸਤਸਕਾ ਪੜ੍ਹੀ ਸੀ ਕਿ ਅੱਲਾਹ ਤਾਲਾ ਦੀ ਬਾਰਗਾਹ 'ਚ ਦੁਆ ਕੀਤੀ ਸੀ ਕਿ ਯਾ ਅੱਲਾਹ ਸਾਨੂੰ ਬਾਰਿਸ਼ ਅਤਾ ਫਰਮਾ, ਤੇ ਅੱਲਾਹ ਰੱਬੁਲ ਇੱਜ਼ਤ ਨੇ ਬਾਰਿਸ਼ ਅਤਾ ਫਰਮਾਈ। ਤੇ ਉਹ ਅਸੀਂ 5-7-11 ਦੋਸਤਾਂ ਸੀ ਜਦੋਂ ਗਏ ਸੀ ਤੇ ਉੱਥੇ ਮੈਂ 6 ਸੱਜਣੇ ਸੀ ਅਸੀਂ ਖੜੇ ਸਾਂ। ਅੱਛਾ, ਮੈਂ ਉਸੇ ਮੁਕਾਮ ਤੇ ਮੈਂ ਨਾ ਵੱਲਾ ਸਿਰਫ ਮੈਂ ਆਪਣਾ ਵਾਕਿਆ ਬਿਆਨ ਕਰਨਾ ਚਾਹ ਰਿਹਾ, ਇਹਦੇ 'ਚ ਕੋਈ ਉਹ ਨਹੀਂ ਕਿ ਮੈਂ ਕੋਈ ਵਡਿਆਈ ਜਾਂ ਕੋਈ ਐਸੀ ਗੱਲ ਨਹੀਂ। ਅੱਛਾ, ਮੈਂ ਜੀ ਖੜੇ ਨਾ ਮੈਂ ਕਿਹਾ ਅੱਛਾ ਚਲੋ ਸਾਰੇ ਫਿਰ ਦੁਆ ਕਰੋ, ਅੱਜ ਗਰਮੀ ਬੜੀ ਹੈ ਤੇ ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ ਤਾਲਾ ਨੇ ਜਿਹੜੀ ਦੁਆ ਕੀਤੀ ਸੀ ਨਾ ਬਾਰਿਸ਼ ਵਾਸਤੇ, ਤੇ ਅੱਲਾਹ ਰੱਬੁਲ ਇੱਜ਼ਤ ਸਾਡੇ ਹੱਕ ਦੇ ਵਿੱਚ ਵੀ ਉਹ ਕਬੂਲ ਫਰਮਾਏ ਤੇ ਸਾਨੂੰ ਵੀ ਬਾਰਾਨੇ ਰਹਿਮਤ ਅਤਾ ਫਰਮਾਏ ਤੇ ਅਸੀਂ ਵੀ ਤੇ ਉਹਨਾਂ ਦੇ ਮੰਨਣ ਵਾਲਿਆਂ ਨਾ ਲੋ ਉਹਨਾਂ ਸਾਰਿਆਂ ਨੇ ਜੀ ਮੈਂ ਹੱਥ ਚੁੱਕ ਲਿੱਤੇ ਸੀ, ਉਹਨਾਂ ਨੇ ਵੀ ਹੱਥ ਚੁੱਕ ਲਿੱਤੇ ਦੋਸਤਾਂ ਨੇ ਤੇ ਇੰਨੇ ਮੈਂ ਲਫ਼ਜ਼ ਕਹੇ ਨੇ ਕਿ ਯਾ ਅੱਲਾਹ ਸਾਡੀ ਵੀ ਦੁਆ ਕਬੂਲ ਫਰਮਾ, ਆਮੀਨ ਸੁਮਾ ਆਮੀਨ। ਤੇ ਲੋ ਮੇਰਾ ਅੱਲਾਹ ਗਵਾਹ ਹੈ, ਖੁਦਾ ਪਾਕ ਦੀ ਕਸਮ ਵਹਦਹੁ ਲਾ ਸ਼ਰੀਕ ਦੀ, ਉਸੇ ਵਕਤ ਉੱਥੇ ਬਾਰਿਸ਼ ਹੋਣਾ ਸ਼ੁਰੂ ਹੋ ਗਈ। ਕੋਈ ਉੱਥੇ ਬੱਦਲ ਨਹੀਂ ਸੀ ਮੈਨੂੰ ਨਜ਼ਰ ਆ ਰਿਹਾ, ਕੋਈ ਕੁਛ ਨਹੀਂ। ਔਰ ਸਾਰੇ ਅਸਾਂ ਬਿਲਕੁਲ ਨਾ ਕਹਿ ਲਓ ਕਿ ਟੀਨਏਜਰ ਸਾਂ ਜਦੋਂ ਮੈਂ ਫਸਟ ਟਾਈਮ ਗਿਆ ਸਾਂ ਤੇ ਇਤਨੇ ਇਮੋਸ਼ਨਲ ਹੋ ਗਏ। ਕੁਛ ਲੋਕ ਥੋੜੇ ਸੀਨੀਅਰ ਸਨ ਨੇ ਤੇ ਉਹ ਇੱਕ ਰਿਕਤ ਤਾਰੀ ਹੋ ਗਈ ਕਿ ਯਾਰ ਗੁਨਾਹਗਾਰ ਤੇ ਅਸੀਂ ਆਏ ਹਾਂ, ਲੇਕਿਨ ਅੱਲਾਹ ਰੱਬੁਲ ਇੱਜ਼ਤ ਰਹਿਮਤ ਕਿਤਨੀ ਵਸੀ ਹੈ ਕਿ ਮਤਲਬ ਹੈ ਅਸੀਂ ਲਫ਼ਜ਼ ਅਦਾ ਕਰਕੇ ਦੁਆ ਕੀਤੀ ਹੈ ਤੇ ਬਾਰਿਸ਼ ਹੋ ਗਈ। ਫਿਰ ਅਸੀਂ ਬਾਰਿਸ਼ ਦੇ ਵਿੱਚ ਹੀ ਨਾ ਟੁਰਦੇ ਕਿਉਂਕਿ ਕੁਛ ਦੋਸਤ ਹੋਰ ਸਨ ਜਿਹੜੇ ਹੋਟਲ 'ਚ ਵੇਟ ਕਰ ਰਹੇ ਸਨ, ਅਸਾਂ ਨਾਸ਼ਤਾ ਲੈ ਕੇ ਜਾਣਾ ਸੀ ਉਹਨਾਂ ਵਾਸਤੇ। ਤੇ ਉਹ ਅਸੀਂ ਜਿਸ ਵਕਤ ਅਸੀਂ ਉਹ ਇੱਕ ਰੈਸਟੋਰੈਂਟ ਦੇ ਵਿੱਚ ਉਹਨੇ ਮੈਨੂੰ ਯਾਦ ਨਹੀਂ ਹੁਣ ਕੀ ਨਾਂ ਸੀ ਉਹਦਾ, ਤੇ ਜਿਸ ਟਾਈਮ ਅਸੀਂ ਅੰਦਰ ਇੰਟਰ ਹੋਏ ਨਾ ਰੈਸਟੋਰੈਂਟ ਦੇ ਵਿੱਚ ਬਾਰਿਸ਼ ਖਤਮ ਹੋ ਗਈ ਤੇ ਅਸੀਂ ਉਹ ਬਾਰਿਸ਼ ਦੇ ਵਿੱਚ ਵੀ ਅਸੀਂ ਉਹ ਗਏ ਹਾਂ ਉੱਥੇ। ਤੇ ਇਹ ਉਹ ਐਸੀ ਧਰਤੀ ਹੈ ਜਿੱਥੇ ਤੁਸੀਂ ਇਸ ਵਕਤ ਮੌਜੂਦ ਹੋ ਕਿ ਉੱਥੇ ਸਾਡੇ ਵਾਸਤੇ ਜ਼ਰੂਰ ਦੁਆਵਾਂ ਕਰੋ, ਸਾਰੇ ਮੁਸਲਮਾਨ ਭਰਾਵਾਂ ਵਾਸਤੇ ਬਾਰ ਪਲੀਜ਼। ਤੇ ਜੀ ਭਾਈ ਸਾਰਿਆਂ ਭਰਾਵਾਂ ਵਾਸਤੇ ਜਿਨ੍ਹਾਂ ਦੇ ਨਾਂ ਯਾਦ ਸੀ ਉਹਨਾਂ ਦੇ ਨਾਂ ਲੈ ਕੇ ਕੀਤੀ ਹੈ, ਜਿਨ੍ਹਾਂ ਦੇ ਨਾਂ ਨਹੀਂ ਸੀ ਯਾਦ ਫਿਰ ਸਾਰੇ ਮੁਸ਼ਤਰਕਾ ਜਿਹੜੀ ਹੈ ਸਭ ਦੇ ਵਾਸਤੇ ਦੀ ਦੁਆ ਕੀਤੀ ਹੈ। ਸਾਕੀ ਮੈਨੂੰ ਪਤਾ ਮੇਰਾ ਨਾਂ ਤਾਂ ਤੈਨੂੰ ਯਾਦ ਨਹੀਂ ਰਿਹਾ, ਮੈਂ ਕਰਾ ਦੇਣਾ। ਨਹੀਂ ਯਾਦ ਹੈ ਸਾਕੀ ਆਵਾਜ਼ ਆ ਰਹੀ ਹੈ? ਆ ਰਹੀ ਹੈ। तेरी मेहरबानी, बड़े गुनाहगार हो साडे लिए भी करी यार। साकी हमारे लिए दुआ किया करो इंशाल्लाह कि अल्लाह मैंने जल्दी बुलाया। मैं हुणे चला जाना सी क्योंकि मैं हुणे आजाद हो गया हूँ, लेकिन गर्मी बहुत है इस वजह तो मैं नहीं जा रहा। इंशाअल्लाह ताला दिसंबर दे विच
ਅੱਛਾ ਇਹ ਜ਼ਾਹਿਦ ਭਾਈ ਸੌਰੀ ਪਾਵਰ ਆਟੋ ਭਾਈ ਇਹ ਤੁਸੀਂ ਕੀ ਲੈ ਕੇ ਆਏ ਹੋ ਅੱਜ? ਸ਼ੋਰ ਲੱਗਾ ਈ। ਇਹ ਨया ਸ਼ੋਅ ਲੱਗ ਗਿਆ, ਇਹ ਨया ਸ਼ੋਅ ਲੱਗ ਗਿਆ। ਉਹ ਮੇਰੇ ਖਿਆਲ ਨਾਲ ਚੌਧਰੀ ਨੂੰ ਉਹਨਾਂ ਟੰਗ ਦਿੱਤਾ, ਚੌਧਰੀ ਨਸਰੁੱਲਾ ਨੂੰ। ਇਹ ਚੌਧਰੀ ਨਸਰੁੱਲਾ ਨੂੰ ਨਹੀਂ ਟੰਗਿਆ ਆਵਾਜ਼ੇ ਹੱਕ ਭਾਈ, ਇਹ ਰਾਜਾ ਤਾਲਮਨਾਨ ਦੀ ਲਾਸ਼ ਟੰਗੀ ਏ। ਇਹ ਉਹਦੀ ਕਾਫਨ ਜ਼ਦਾ लाश उथे उन्होंने टंगी है। वो कहता हम बहुत सिविलाइज लोग हैं, हमारी अक्सरियत जो है वो बड़े अच्छे लोग हैं और बड़े अच्छे तरीके से गुफ्तगू करते हैं, करना जानते हैं। ए अक्सरियत है ए थे राजा भाई अगे मैं तुहानू गल सुना रहा सी। जी जी बिस्मिल्लाह करो सरकार, सुनाओ सुनाओ सुनाओ। कि एक कॉमन अहमदी है पाकिस्तान दे जिन्हों अलिफ दी किली दा भी नहीं पता। ए थल्ले दो कॉमन मुस्लिम बैठे ने, उन्होंने भी चुक लेना प्लीज, राजा साहब ते अबू बकर मीसा कॉमन लजना नु मैं आख्या मक्खा तुहाडे अहमदी बड़े गाली देंदे ने, ओ जने तुहाडे होने ने अहमदी तक कोई गालां दे ही नहीं सकदा। ओ आदी है ओ तुहाडे ही होने ने, किसे नु केड़ा पता है कौन ने। उन अपने आप नु अहमदी शो करेंदे होने ने, लेकिन ओ होने जेड़े ने ना ओ तुहाडे मुसलमान अहमदी गालां नहीं ले सकदा। बहुत ਇਹੋ ਜਿਹੇ ਬੰਦੇ ਨੂੰ ਮੇਰੇ YouTube ਤੇ ਚੈਨਲ ਦਾ ਐਡਰੈਸ ਦੇ ਦਿਆ ਕਰਨਾ। ਮੈਂ ਕਿਹਾ ਇੱਥੇ ਜਾ ਕੇ ਵੇਖ ਲੈ ਕਿਹੜਾ ਕਿਹੜਾ ਹੀ। ਕਿਉਂ ਯੂਸੀ ਭਾਈ? ਮੈਂ ਕਹਿੰਦਾ ਕਿ ਕਦੀ ਫੁਰਸਤ ਮਿਲੇ ਨਾ ਤੇ ਤੁਸੀਂ ਲਾਜ਼ਮੀ ਇਹ ਜਿਹੜਾ ਤੁਹਾਡਾ ਚੈਨਲ ਹੈ ਨਾ ਇਹਨੂੰ ਟੈਗ ਕੀਤਾ ਕਰੋ। ਮੈਂ ਤੁਹਾਨੂੰ 2-3 ਨੰਬਰ ਸੈਂਡ ਕਰਨਾ ਵਾ ਇਹਨਾਂ ਦੇ, ਜਰਮਨੀ ਦੇ ਔਰ ਇੰਗਲੈਂਡ ਦੇ ਜਿਹੜੇ ਉਹਦੇ ਦੌਰਾਨ ਨੇ ਨਾ ਸੋਸ਼ਲ ਮੀਡੀਆ ਦੇ ਚੇਅਰਮੈਨ ਸਾਹਿਬ ਹਾਫਿਜ਼ ਕੀ ਨਾਮ ਹੈ ਹਾਫਿਜ਼ ਫਰੀਦ ਖਾਲਿਸਾ, ਉਹਨਾਂ ਨੂੰ ਨਾ ਜ਼ਰੂਰ ਟੈਗ ਕੀਤਾ ਕਰੋ ਆਪਣਾ ਜਿਹੜਾ ਚੈਨਲ ਹੈ ਨਾ ਜਦੋਂ ਵੀ ਇਸ ਤਰ੍ਹਾਂ ਦੀ ਤੁਸੀਂ ਪੋਸਟ ਕਰਦੇ ਹੋ। ਔਰ ਖਾਸ ਤੌਰ ਤੇ ਇਹਨਾਂ ਦੇ ਜਿਹੜੇ ਕਲਿੱਪਸ ਨੇ ਨਾ ਉਹ ਕੱਟ ਕੇ ਮੈਂ ਤੁਹਾਨੂੰ ਨੰਬਰ ਸੈਂਡ ਕਰ ਦੇਣਾ ਉਹਨਾਂ ਨੂੰ, ਤੇ ਇਹਨਾਂ ਦੇ ਜਰਮਨੀ ਦੇ ਦੂਸਰੇ ਇਹਨਾਂ ਦੇ ਅੰਡਰ ਕੰਮ ਕਰਦੇ ਮੁਰੱਬੀਆਂ ਉਹਨਾਂ ਨੂੰ ਟੈਗ ਕਰ ਦਿਆ ਕਰੋ ਉਹਨਾਂ ਦੇ WhatsApp ਤੇ, ਉਹ ਖੁੱਲ੍ਹਾ ਹੀ ਹੁੰਦਾ 24 ਘੰਟੇ। ਤੇ ਚਲੋ ਇੱਕ ਵਾਰੀ ਦੇਖਣਗੇ, 2 ਵਾਰੀ, ਤੀਸਰੀ ਚੌਥੀ ਵਾਰੀ ਉਹਨਾਂ ਨੇ ਤੁਹਾਨੂੰ ਬੁਲਾ ਕੇ ਕਰਨਾ ਹੈ, ਜ਼ਰੂਰ ਬੁਲਾ ਕਰ ਦੇਣਗੇ। ਲੇਕਿਨ ਉਹ ਇੱਕ ਵਾਰੀ ਲਿੰਕ ਜਦੋਂ ਜਾਏਗਾ ਉਹਨਾਂ ਨੂੰ ਪਤਾ ਹੋਏਗਾ ਕਿ हजूर ये हैं वो जराए जिनके बारे में अताउल मन्नान साहब ये कह रहे थे कि हम सिविलाइज लोग हैं। हम अच्छा तो बहुत यूसुफ भाई ਇਹ ਦੇਖੋ ਨਾ, ਇਹ ਦੇਖੋ ਕਿ ਇੱਕ ਸਾਈਡ ਤੇ ਇਹ ਪੋਸਟਰ ਲੱਗਾ, ਦੂਸਰੀ ਸਾਈਡ ਤੇ ਜਿਹੜਾ ਬਲਾਲ ਹਨੀਫ ਨੇ ਲਗਾਇਆ। ਇਹਨਾਂ ਦੋਵਾਂ ਪੋਸਟਰਾਂ ਦੇ ਸਾਹਮਣੇ, ਬੈਨਰਸ ਦੇ ਸਾਹਮਣੇ ਹੁੰਦਿਆਂ ਹੋਏ ਦੂਸਰੀ ਇੱਕ ਲਾਈਵ ਤੇ ਰਾਜਾ ਤਾਓ ਮਨਾਨ ਜਿਹੜਾ ਉਹ ਇਹ ਕਹਿੰਦਾ ਹੋਏ, देखिए जी हम तो एक निज़ाम आमदी जो है वो तो सोच भी नहीं सकता, बड़ा सिविलाइज्ड होता है, वो तो गाली दे नहीं सकता, तो बंदा लानत ना पावे रे मुंह ते और की पावे। ਉਹ ਲਾਨਤ ਪੈ ਰਹੀ ਹੈ ਨਾ ਇਸ ਗੱਲ ਦੇ ਉੱਤੇ। ਜਦੋਂ ਤਾਉਲ ਮਨਾਨ ਸਾਹਿਬ ਉੱਥੇ ਬਹਿ ਕੇ ਕਹਿ ਰਹੇ ਨੇ ਨਾ ਕਿ ਅਹਿਮਦੀ ਤੋਂ ਗਾਲੀ ਦੇ ਹੀ ਨਹੀਂ ਸਕਦਾ, ਹਮ ਤੋਂ ਬੜੇ ਮੁਹੱਜ਼ਬ ਲੋਕ हैं, ਤੇ ਇਹ ਇਸ ਤਰਫ ਉਹ ਜਿਹੜੀਆਂ ਗਾਲਾਂ ਕੱਢ ਰਹੇ ਨਾ, ਇਹਨੂੰ ਭਾਵੇਂ ਨਸਰੁੱਲਾ ਨੂੰ ਕੱਢ ਰਹੇ ਨੇ, ਜਿਹਨੂੰ ਵੀ ਕੱਢ ਰਹੇ ਨੇ, ਉਹ ਅਸਲ 'ਚ ਇਹਨੂੰ ਤਾਉਲ ਮਨਾਨ ਨੂੰ ਕਰ ਰਹੇ ਨੇ। ਕਹਿੰਦਾ ਬਗੈਰਤ ਆਦਮੀ, ਤੈਨੂੰ ਨਹੀਂ ਪਤਾ ਅਸੀਂ ਕਿਸ ਤਰ੍ਹਾਂ ਦੇ ਲੋਕ ਆ, ਝੂਠ ਬੋਲਣਾ ਕਮੀਨਿਆ, ਤੂੰ ਆਪਣੇ ਘਰੋਂ ਨਹੀਂ ਆਇਆ, ਸੜਕ ਛਾਪ ਆਇਆ ਕਿੱਥੋਂ ਉੱਠ ਕੇ, ਜਦੋਂ ਤੈਨੂੰ ਪਤਾ ਹੈ ਕਿ ਅਸੀਂ ਕੱਢਦੇ ਗਾਲਾਂ, ਸਾਨੂੰ ਗਾਲਾਂ ਤੋਂ ਇਲਾਵਾ ਕੁਛ ਹੋਰ ਆਉਂਦਾ ਹੀ ਨਹੀਂ, ਤੇ ਲਾਹਨਤੀ ਹੈ ਤੂੰ ਕਿਉਂ ਉੱਥੇ ਬਹਿ ਕੇ ਬਿਆਨਬਾਜ਼ੀ ਕਰ ਰਿਹਾ। ਇਹ ਤਾਉਲ ਮਨਾਨ ਦੀ ਲਾਸ਼ ਟੰਗੀ ਹੈ, ਜਿਨ੍ਹਾਂ ਨੇ ਵੀ ਉੱਥੇ ਤਸਵੀਰ ਲਾਈ ਹੈ, ਜੋ ਵੀ ਉੱਥੇ ਕਰਦੇ ਨੇ ਪਏ ਬਿਲਕੁਲ ਸਹੀ ਕਰ ਰਹੇ ਨੇ। ਤਾਉਲ ਮਨਾਨ ਦੀ ਮੁਰਦਾ ਲਾਸ਼ ਨੂੰ ਪੁੱਠਾ ਟੰਗ ਕੇ ਮਾਵਾਂ ਭੈਣ ਦੀਆਂ ਗਾਲਾਂ ਕੱਢ ਰਹੇ ਨੇ। ਸਾਰੀਆਂ ਗਾਲਾਂ ਇਹਨੂੰ ਨਸਰੁੱਲਾ ਨੂੰ ਨਹੀਂ ਜਾ ਰਹੀਆਂ, ਉਹਨੂੰ ਜਾ ਰਹੀਆਂ। और माउंट एवरेस्ट भी छोटे लगते हैं, वो पहाड़ है राजा ताउल मनान बेगैरती और बेशर्मी का, तो उसको लाश कैसे कह सकते हैं यूसुफ भाई आप? वाह 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 वाह, ये भी आपने ठीक कहा कि वो है तो वो जिंदा हो ताबिंदा मुर्दा। अब उसको मैं लाश ना कहूँ जिसको ये चीज़ें नज़र नहीं आती। लाशें ही होती हैं जो खुद हिल नहीं सकती, जिसको हिलाना पड़ता है, जिसको उल्टा सीधा करना पड़ता है। जिंदा इंसान तो खुद ही अपने आप को हरकत दे लेते हैं। देखिए मैं आपकी इस्लाह की कोशिश करता हूँ, बात नहीं जा रही। देखिए मैं आपकी इस्लाह की कोशिश करता हूँ। ऐसी सिचुएशन में ऐसे बंदे को सब्जेक्ट कहते हैं, और जो सब कुछ देखते हुए जानते बूझते हुए भी अपने आप को अच्छा समझे ना, उसको कहते हैं दौले शाह का चूहा, जिसके सिर्फ वही बात करनी है, जिसने वही रखना है सामने, जो उसको बताया जाता है, जो पीछे से उसको फीड किया जाता है, इसको दौले शाह का चूहा कहते हैं। और जो थोड़ा सा रिएक्ट करने की कोशिश करता है और बात करने की कोशिश करता है अपनी तरफ से, लेकिन और ज्यादा मजीद बेइज्जती करवाता है, वो सब्जेक्ट कहलाता है इनके यहाँ।
मैं कहता हूँ इस सब्जेक्ट को जो आप फरमा रहे हैं कि ये वही बात करते हैं सब्जेक्ट, या वही इशारा करते हैं जो उसको कहा जाता है, बस आंखों से ना कुछ कहा गया ना कुछ सुना गया। तो ये साहब ये कहते हैं कि मैंने सुबह सुना वहां पे शाम को इतनी शदीद और इतने सख्त लफ्ज बोले जा रहे थे कि जिनको सुन के बड़ी तकलीफ हुई। वो हमारे एक साहब हैं, उनका वो नाम ले रहे थे, मैं उनका नाम नहीं लेना चाहता, तो उनको यहाँ पे बुलाएं ज़रा। उन्होंने तो यहाँ पे ऑन एयर माफ़ी मांगी थी और दूसरी दफ़ा माफ़ी मांगी, अब तीसरी दफ़ा अगर हो गया तो ये तो फिर बड़ा काम ख़राब होगा, फिर उन पर कुछ भी एतबार नहीं किया जाएगा। उनको बुलाएं यहाँ के बुला के। उनको वो कह रहे थे उनकी मौजूदगी के अंदर मुसलमान वहाँ पे बड़े सख्त लफ्ज बयान कर रहे थे, मैं सुन रहा था। और फलां ब्राड जो है ना, फलां शख्स को मैं वहाँ पे सुन रहा था, उसने बड़ी सख्ती की, उसने बड़ी हमारी मसीह मौत की बड़ी तौहीन की, बड़ी बेअदबी की, बड़ी गुस्ताखी की। मैं क्या, वो ये सारी ब्रॉड्स आप सुनते हो भाई, बाकी नहीं सुनते क्या? अहमदियों को ब्लॉक कर दिया आपने? किसी अहमदी को आपने अपनी फ्रेंड लिस्ट में नहीं रखा हुआ, किसी को फॉलो नहीं किया हुआ? ये जो लोग यहाँ पे जिंदा मुर्दा बंदों को लाश को लटका के बैठे हैं, जिसको हम सब्जेक्ट ही कह सकते हैं असल में, अगर राजा लतान मनान को लटकाया तो इस सब्जेक्ट को लटका कर जो बातें हो रही, तो आपको ये नजर नहीं आ रही? ये गालियां जो बड़े बड़े स्पीकरों पर दी जाती है। कल जड़ीउल्ला आ गया, वहां पे एक जगह पे बात हो रही थी राना नवीद साहब की ब्राड के ऊपर, नहीं हाँ। अच्छा, मैं एक चीज और क्लियर कर दूं। जी जी, आवाज ही क्लियर हो गई है। निशान हो गया, निशान हो गया। कर दो किधर गए हो? ओ लगदा टांगा हुआ है, साड़ा नेट नहीं सही सरकार जमात ने टांगा हुआ है जो कौम के निजाम के नीचे एक लेकिन आपस में लड़। ओ काल चुको, कोई मॉडरेटर बना दियो इथे। बिलाल भाई चुक लिया आ गया। लाल भाई काल चुको यार। जी जी, वालेकुम अस्सलाम व रहमतुल्लाहि व बरकातहू। बंद करो, हम आए तो ये फोटो बंद करो ना। की रोला पाया जो थले शार्प शूटर ना, के मसला बने? नहीं आमिर भाई, गल तो किसी होर दी हो रही है। वो अपने तरफ ओदा नहीं जिक्र किया। सुबह राजा तौल मनान उत्थे बैठा सी ताहिर दी बराड़ दे उत्ते, ते मैं सुन रहा सानू कह लो कि घंटा डेढ़ पहले दी गल है। ਤੇ ਉੱਥੇ ਬਹਿ ਕੇ ਤੇ ਇੱਕ ਦੋ ਹੋਰ ਬੰਦੇ ਸਨ, ਇੱਕ ਆਪਣੇ ਭੱਟ ਸਾਹਿਬ ਨੇ ਨਾ ਜਿਹੜੇ ਜਰਮਨੀ ਵਾਲੇ, ਕੀ ਨਾਮ ਉਹਨਾਂ ਦਾ, ਭੱਟ ਸਾਹਿਬ ਦਾ, ਉਹ ਭੱਟ ਸਾਹਿਬ ਉੱਥੇ ਬੈਠੇ ਸਨ, ਸ਼ਾਹਿਦ ਭੱਟ ਸਾਹਿਬ। ਮਨੂ ਮੋਡਰੇਟਰ ਨਾਲ ਬੁਲਾ। ਅੱਛਾ, ਉਹ ਉਹਨਾਂ ਨਾਲ ਗੱਲ ਕਰਦੇ ਤੇ ਉਹ ਮੈਂ ਜ਼ਿਕਰ ਕੀਤਾ ਆ ਕੇ ਇੱਥੇ ਕਿ ਮੈਂ ਕਿਹਾ ਉੱਥੇ ਬਹਿ ਕੇ ਉਹ ਕਹਿ ਰਹੇ ਸਨ ਕਿ ਸਾਡੀ ਉਹਨਾਂ ਨੇ ਕਰਦੇ ਨੇ, ਗਾਲਾਂ ਕੱਢਦੇ ਨੇ। ਈਵਨ ਉਹਨਾਂ ਨੇ ਕਿਸੇ ਦਾ ਬਗੈਰ ਨਾਮ ਲੈ ਜ਼ਿਕਰ ਕੀਤਾ WhatsApp ਨੇ, ਕਿ ਮੈਂ ਉਹਨੂੰ ਜਾ ਕੇ ਕਿਹਾ ਕਿ ਯਾਰ ਤੂੰ ਤਰੀਕੇ ਨਾਲ ਗੱਲ ਨਹੀਂ ਕਰ ਸਕਦਾ। ਉਹਨੇ ਮੈਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ। ਕਹਿੰਦਾ ਮੈਂ ਖਾਮੋਸ਼ ਹੋ ਗਿਆ ਕਿ ਭਾਈ ਇਹ ਨਹੀਂ ਸਮਝ ਸਕਦੇ। ਦੇ ਇਸ ਵਾਸਤੇ ਉਹ WhatsApp ਉਹਨੂੰ ਕਹਿ ਰਹੇ ਸੀ ਕਿ ਤੁਸੀਂ ਆਪਣੇ ਬੰਦਾ ਨੇ ਹੋ, ਇੱਥੇ ਬਹਿ ਕੇ ਤੇ ਕਰ ਦਿਓ, ਤੁਸੀਂ ਪਰਸਨਲੀ ਚ ਉਹਨਾਂ ਨੂੰ ਸਮਝਾਓ, ਉਹਨਾਂ ਨੂੰ ਦੱਸੋ ਕਿ ਅਗਰ ਗੱਲ ਕਰਨਾ ਚਾਹੁੰਦੇ ਹੋ ਤਾਂ ਕੋਈ ਤਰੀਕਾ ਅੱਛਾ। ਉਹਨਾਂ ਨੇ ਕਿਹਾ ਜੀ ਕਿ ਨਹੀਂ ਜੀ, ਸਾਡੀ ਅਕਸਰੀਅਤ ਬਹੁਤ ਅੱਛੀ ਹੈ, ਸਾਡੇ ਬੜੇ ਸਿਵਲਾਈਜ਼ ਲੋਕ ਨੇ, ਪੜ੍ਹੇ ਲਿਖੇ ਲੋਕ ਨੇ, ਗਾਲੀ ਗਲੋਚ ਤੋਂ ਪਰਹੇਜ਼ ਕਰਦੇ ਨੇ ਤੇ ਉਹ ਗੰਦੀ ਜ਼ੁਬਾਨ ਇਸਤੇਮਾਲ ਨਹੀਂ ਕਰਦੇ। ਮੈਂ ਸੁਣ ਰਿਹਾ ਸਾਂ, ਮੈਂ ਰਿਕਾਰਡ ਵੀ ਕੀਤੀ ਹੋਰ ਕੁਝ ਗੱਲਾਂ। ਤੇ ਉਹਦੀ ਅਸੀਂ ਗੱਲ ਕਰ ਰਹੇ ਸਾਂ। ਮੈਂ ਕਿਹਾ ਇਹ ਜਿਹੜੀਆਂ ਲਾਸ਼ਾਂ ਟੰਗੀਆਂ ਨੇ, ਇਹ ਜਿਹੜੀ ਤਸਵੀਰ ਇਹਨਾਂ ਨੇ ਲਾਈ ਸੀ ਆਪਣਾ ਜ਼ਾਹਿਦ ਭਾਈ ਨੇ ਆ ਕੇ, ਇਹਦਾ ਸਿਰਫ ਇੰਨਾ ਹੀ ਸੀ ਕਿ ਇਹ ਉੱਥੇ ਇਸ ਬੰਦੇ ਦੀ ਅਹਿਮਦੀ ਹੈ ਨਾ, ਐਕਚੁਅਲੀ ਦੂਸਰੇ ਅਹਿਮਦੀ ਉਹਦੀ ਤਸਵੀਰ ਟੰਗ ਕੇ ਉਹਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਰਹੇ ਨੇ ਔਰ ਉਹਨੂੰ ਡਰਾਮਾ ਕਰ ਰਹੇ ਨੇ। ਮੈਂ ਕਿਹਾ ਇਹ ਰਾਜਾ ਤੌਲ ਨੂੰ ਨਜ਼ਰ ਨਹੀਂ ਆ ਰਿਹਾ ਅਸਲ 'ਚ। ਮੈਂ ਕਿਹਾ ਇਹ ਲਾਸ਼ ਟੰਗੀ ਉਹਨੇ ਨੇ, ਉਹਦੀ ਨਸਰੁੱਲਾ ਦੀ ਤਸਵੀਰ ਨਹੀਂ ਟੰਗੀ, ਇਹ ਰਾਜਾ ਤੌਲ ਮਨਾਨ ਦੀ ਲਾਸ਼ ਟੰਗ ਕੇ ਉਹਨੂੰ ਗਾਲਾਂ ਕੱਢਦੇ ਪਏ ਨੇ। ਇੱਕ ਤਰਫ ਉਹ ਬਹਿ ਕੇ ਕਹਿ ਰਿਹਾ ਸੀ ਬੜੇ ਸਿਵਲਾਈਜ਼ ਆ, ਦੂਸਰੀ ਤਰਫ ਉਹ ਮਾਵਾਂ ਭੈਣਾਂ ਦੀ ਗਾਲਾਂ ਕੱਢ ਰਹੇ ਨੇ। ਜਿਨ੍ਹਾਂ ਦਾ ਖਲੀਫਾ ਇਸ ਚੀਜ਼ ਨੂੰ ਮੰਨਦਾ ਪਿਆ ਕਿ ਸਾਡੇ ਅਹਿਮਦੀ ਜਿਹੜੇ ਨੇ ਨਾ ਉਹ ਦੌਰਾਨੇ ਗੁਫ਼ਤਗੂ ਪਹਿਲ ਕਰ ਲੈਂਦੇ ਨੇ ਗਾਲਾਂ 'ਚ, ਉਸ ਦੇ ਮੁਕਾਬਲੇ 'ਚ ਅਹਿਮਦੀ ਬੜੀ ਸ਼ਾਇਸਤਾ ਔਰ ਅੱਛੀ ਜ਼ੁਬਾਨ ਇਸਤੇਮਾਲ ਕਰਦੇ ਨੇ, ਪਹਿਲ ਨਹੀਂ ਕਰਦੇ, ਗਾਲਾਂ ਨਹੀਂ ਕੱਢਦੇ। ਲਿਹਾਜ਼ਾ ਇਹਨਾਂ ਨੂੰ ਚਾਹੀਦਾ ਤਬਲੀਗ ਕਰਨ ਹੀ ਨਾ। ਇਹ ਗੁਫ਼ਤਗੂ ਕਰ ਰਹੇ ਸਨ ਤੇ ਫਿਰ ਉਹ ਜਿਹੜੇ ਬੰਦੇ ਦੀ ਗੱਲ ਹੋ ਰਹੀ ਸੀ, ਜਿਹਨੂੰ ਕਹਿ ਰਹੇ ਸੀ ਜੀ ਉਹਨੂੰ ਬੁਲਾਓ, ਉਹਨੇ ਮਾਫੀ ਮੰਗ ਲਈ ਹੈ 2 ਵਾਰੀ, ਤੀਸਰੀ ਵਾਰੀ ਜੇ ਹਰਕਤ ਕਰੇਗਾ। ਕਿਤੇ ਸੁਬਾਹ ਕਿਤੇ ਗੱਲ ਹੋਈ ਹੈ ਮਿਰਜ਼ਾ ਸਾਹਿਬ ਨੂੰ ਕਿਤੇ ਭੰਡਿਆ ਅਸਕਾਨੀ ਸਾਹਿਬ ਨੇ। ਕਿੰਨੇ ਮਾਫੀ ਮੰਗ ਲਈ 2 ਵਾਰੀ? ਵੜੈਚ ਸਾਹਿਬ ਨੇ। ਅੱਛਾ, ਕੌਣ ਕਹਿ ਰਿਹਾ ਸੀ? ਅਰਤਾਉਲ ਮਨਾਨ। ਤੇ ਉਹਨਾਂ ਨੂੰ ਬੁਲਾਓ ਤੇ ਬੁਲਾ ਕੇ ਤੇ ਨਾ ਮੈਂ ਉਹਨਾਂ ਨਾਲ ਗੱਲ ਕਰਨਾ ਵਾ। ਉੱਥੇ ਸਰਕਾਰ ਸਾਹਿਬ ਆਪਣੇ ਜਿਹੜੇ ਮੁਸਲਮਾਨ ਫੈਜ਼ਾਨ ਭਾਈ ਨੇ ਉਹ ਬੈਠੇ ਸੀ। ਉਹਨੂੰ ਕਿਹਾ ਜੀ ਉਹਨਾਂ ਨੂੰ ਮੈਂ ਸ਼ੇਅਰ ਕੀਤੀ ਹੈ, ਉਹ ਆਏ ਨਹੀਂ ਹੈ, ਲੇਕਿਨ ਉਹਨਾਂ ਨੂੰ ਕੋਈ ਬੰਦਾ ਕੰਟਰੋਲ ਕਰ ਨਹੀਂ ਸਕਦਾ। ਇਹ ਉਹਨਾਂ ਦੇ ਲਫ਼ਜ਼ ਨੇ ਫੈਜ਼ਾਨ ਸਾਹਿਬ ਦੇ।
ਤੇ ਲਿਹਾਜ਼ਾ ਉਹ ਜੋ ਵੀ ਕਰਦੇ ਨੇ ਆਪਣੀ ਮਰਜ਼ੀ ਨਾਲ ਕਰਦੇ ਨੇ, ਨਾ ਉਹਨਾਂ ਨੂੰ ਕੋਈ ਕਹਿੰਦਾ ਨਾ ਕਰਵਾਉਂਦਾ। ਇਹ ਅਫਜ਼ਲ ਵੜੈਚ ਸਾਹਿਬ ਦੇ ਬਾਰੇ 'ਚ ਉਹ ਕਹਿ ਰਹੇ ਸੀ, ਉਹਨੂੰ ਕਹਿੰਦੇ ਨਹੀਂ ਬੁਲਾਓ ਇੱਥੇ, ਉਹਨਾਂ ਨੂੰ 2 ਵਾਰੀਆਂ ਹੋ ਗਈਆਂ, ਅੱਜ ਬੜੀ ਤੋਹੀਨ ਕੀਤੀ ਸਾਡੇ ਮਸੀਹ ਮਊਦ ਦੀ ਉੱਥੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਹਸਕਾਨੀ ਸਾਹਿਬ ਨੇ, ਤੇ ਬੜੇ ਸਖਤ ਬੜੀ ਹੀ ਤੋਹੀਨ ਅਮੇਜ਼ ਗੁਫ਼ਤਗੂ ਕੀਤੀ ਹੈ ਉਹਨਾਂ ਨੇ, ਬੜੀ ਖਿਲਾਫੇ ਮਾਮੂਲ ਗੱਲ ਉਹ ਕਰਦੇ ਨੇ ਅੱਜ ਪੇ, ਤੇ ਲਿਹਾਜ਼ਾ ਵੜੈਚ ਸਾਹਿਬ ਇਹਦੇ ਜ਼ਿੰਮੇਦਾਰ ਨੇ, ਉਹਨਾਂ ਨੂੰ ਬੁਲਾਓ। ਇਹ ਕੀ ਉਹਨਾਂ ਨੇ ਤਰੀਕਾ ਫੜ ਲਿੱਤਾ ਹੈ। ਤੇ ਅਸਲ ਇਹ ਗੁਫ਼ਤਗੂ ਕਰ ਰਹੇ ਜਾਂ ਥੱਲੇ ਭਾਈ ਹੋਰੀ ਪਤਾ ਨਹੀਂ ਕਿਉਂ ਲਿਖੀ ਜਾ ਰਹੇ ਨੇ, ਉਹਨਾਂ ਦਾ ਤਾਂ ਜ਼ਿਕਰ ਵੀ ਨਹੀਂ ਹੋਇਆ। ਮੈਨੂੰ ਮੋਡਰੇਟਰ ਬਣਾ ਦਿਓ ਬਲਾਲ ਸਾਹਿਬ, ਕਿ ਦੇਣਾ ਪਵੇਗਾ ਉਹ ਐਫੀਡੇਵਿਟ ਦੇਣਾ ਪਵੇਗਾ? ਨਹੀਂ ਹੁਣ ਇੱਕ ਮਿੰਟ ਵਾਲੇਕੁਮ ਸਲਾਮ। ਮੈਂ ਕਿਹਾ ਮੈਂ ਵੀ ਥੋੜੀ ਜਿਹੀ ਗੱਲ ਸੁਣੀ ਉਸ ਵੇਲੇ, ਮੈਂ ਜੁਮੇ ਦਾ ਟਾਈਮ ਸੀ, ਜਾਂਦਾ ਸੀ ਪਿਆ ਤੇ ਰਸਤੇ 'ਚ ਮੈਂ 2-3 ਫਿਕਰੇ ਸੁਣੇ ਨੇ। ਇਸ ਤਰ੍ਹਾਂ ਦੀ ਕੋਈ ਗੱਲ ਕਰਨ ਲੱਗਿਆ ਸੀ ਰਾਜਾ ਤਾਲਬ ਨਾਲ, ਪਰ ਮੈਨੂੰ ਸਮਝ ਨਹੀਂ ਆਈ ਕਿਹਦੇ ਬਾਰੇ ਕਹਿ ਰਿਹਾ ਸੀ, ਕਿ ਉਹ ਗੱਲ ਮੇਰੀ ਹੋਵੇ ਕਿਸੇ ਦੀ ਜ਼ਾਤੀ ਹੋਵੇ ਤੇ ਉਹ ਸਿੱਧਾ ਸਾਡੇ ਕਾਬਰ ਤੇ ਜਾ ਕੇ ਕੀ ਆਖਿਆ ਹੀ ਨਹੀਂ ਮੈਨੂੰ ਪਤਾ। ਉਹ ਗੱਲ ਅਸੀਂ ਵੀ ਸੁਣੀ, ਲੇਕਿਨ ਉਹਨਾਂ ਨੇ ਜਿੰਨੀ ਇੱਕ ਗੱਲ ਕੀਤੀ ਹੈ, ਉਹ ਕਿਤੇ ਕੋਈ ਬੰਦਾ ਗਿਆ ਹੈ, ਉਹਨੇ ਕੋਈ ਇਬਾਰਤ ਪੇਸ਼ ਕੀਤੀ ਹੈ, ਤੇ ਅਸਕਾਨੀ ਸਾਹਿਬ ਨੇ ਉੱਥੇ ਬੜੀ ਸਖਤੀ ਕੀਤੀ ਹੈ ਜੀ, ਮਿਰਜ਼ਾ ਸਾਹਿਬ ਤੇ ਬੜੇ ਸਖਤ ਲਫ਼ਜ਼ ਬੋਲੇ ਨੇ, ਬੜੀ ਉਹਨਾਂ ਨੇ ਤੋਹੀਨ ਕੀਤੀ ਹੈ। ਔਰ ਵੜੈਚ ਸਾਹਿਬ ਉੱਥੇ ਮੌਜੂਦ ਸਨ, ਇਹਨਾਂ ਦੀ ਮੌਜੂਦਗੀ 'ਚ ਇਹ ਹੋਇਆ, ਤੇ ਲਿਹਾਜ਼ਾ ਇਹ ਜ਼ਿੰਮੇਦਾਰ ਨੇ, ਇਹਨਾਂ ਨੂੰ ਬੁਲਾਓ। ਇਹਨਾਂ ਨੇ 2 ਵਾਰੀ ਪਹਿਲੇ ਤੇ ਰਜੂ ਕਰ ਲਿੱਤਾ, ਹੁਣ ਤੀਸਰੀ ਵਾਰੀ ਫੇਰ ਅਗਰ ਕਰਨਗੇ ਤੇ ਇਹਨਾਂ ਦੀ ਗੱਲ ਤੇ ਇਤਬਾਰ ਨਹੀਂ ਕੀਤਾ ਜਾਏਗਾ। ਤੇ ਉਹ ਇਹ ਗੱਲ ਕਰ ਰਹੇ ਸਨ। ਫਿਰ ਮੁੜ ਕੇ ਉਹ ਕੋਈ ਹੋਰ ਬੰਦਾ ਜਦੋਂ ਵਿੱਚ ਆ ਜਾਂਦਾ, ਜ਼ਾਰੀ ਗੱਲ ਉਹ ਮੌਜੂ ਡਾਇਵਰਟ ਕਰ ਦਿੰਦੇ ਨੇ, ਫਿਰ ਉਹ ਗੱਲ ਹੋਰ ਪਾਸੇ ਟੁਰ ਗਈ ਕਿ ਜੀ ਅਸੀਂ ਬੜੇ ਸਿਵਲਾਈਜ਼ ਲੋਕ ਹਾਂ, ਅਸੀਂ ਤੇ ਗਾਲਾਂ ਨਹੀਂ ਕੱਢਦੇ, ਅਸੀਂ ਤੇ ਤਰੀਕੇ ਨਾਲ ਗੱਲ ਕਰਨਾ ਚਾਹੁੰਦੇ ਹਾਂ। ਤੇ ਉਹ ਫਿਰ ਇਸ ਤਰਫ ਟੁਰ ਗਿਆ। ਦੇਖੋ ਜੀ, ਇਹ ਤਾਹਿਰ ਦੀ ਬਰਾੜ ਹੈ, ਇੱਥੇ ਕਦੇ ਦੇਖਿਆ ਤੁਸੀਂ ਕੋਈ ਗਾਲੀ ਗਲੋਚ ਕਰਦੇ ਆ? ਇਹਨੂੰ ਦੇਖਿਆ ਕਦੀ ਹੈ? ਕਿੰਨਾ ਅੱਛਾ ਹੈ, ਕਿੰਨਾ ਅੱਛਾ। ਮੈਂ ਕਿਹਾ ਇਹਦੀਆਂ ਰਿਕਾਰਡਿੰਗ ਹੈ ਨੇ ਸਾਡੇ ਕੋਲ, ਮਾਮਾ ਭੈਣਾਂ ਦੀਆਂ ਗਾਲਾਂ ਕੱਢ ਕੇ ਲੋਕਾਂ ਨੂੰ ਥੱਲੇ ਵੀ ਲਾ ਦਿੰਦਾ, ਤੇ ਦੂਸਰਿਆਂ ਦੀ ਬਰਾੜ ਦੇ ਵੀ ਜਾ ਕੇ ਗਾਲਾਂ ਕੱਢਦਾ। ਤੇ ਇਹ ਮਿਸਾਲ ਤੇ ਮੈਂ ਕਿਹਾ ਇੱਥੇ ਬਣਦੀ ਨਹੀਂ ਹੈ, ਲੇਕਿਨ ਮਿਸਾਲ ਜਿਹੜਾ ਬੰਦਾ ਦੇ ਰਿਹਾ, ਉਹ ਆਪ ਜਦੋਂ ਗਾਲਾਂ ਕੱਢਦਾ ਰਿਹਾ ਬਲਾਲ ਭਾਈ ਨੂੰ, ਉਹਨੇ ਕਿਹਾ ਨੇ ਕਿ ਤੂੰ ਮੈਨੂੰ ਭੈਣ ਦਾ ਰਿਸ਼ਤਾ ਦੇ, ਤੇ ਇਸ ਤਰ੍ਹਾਂ ਦੀ ਗੱਲਾਂ ਤੇ ਤੂੰ ਆਪ ਕਰਦਾ ਰਿਹਾ। ਤੇਰੇ ਆਪਣੇ ਦਾਮਨ ਦੇ ਵਿੱਚ ਇਤਨੀ ਗੰਦਗੀ ਹੈ ਕਿ ਤੂੰ ਕਿਸੇ ਦੇ ਉੱਤੇ ਕੀ ਗੱਲ ਕਰ ਸਕਦਾ। ਸ਼ਾਰਪ ਸ਼ੂਟਰ ਨੇ ਕਿਸੇ ਥੱਲੇ ਲਾਇਆ? ਪਤਾ ਨਹੀਂ। ਅੱਛਾ, ਨਹੀਂ ਮੈਨੂੰ ਗਲਤੀ ਲੱਗੀ ਹੋਏਗੀ। ਨਹੀਂ, ਉਹ ਮੈਂ ਜਿਹੜੀ ਗੱਲ ਕੀਤੀ ਸੀ ਨਾ 2 ਵਾਰੀ ਮਾਫੀ ਦੀ, ਉਹਨੇ ਥੱਲੇ ਲਿਖਿਆ ਸੀ ਕਿ ਮੈਂ, ਤੇ ਉਹਨੇ ਨਹੀਂ ਮੰਗੀ, ਉਹ ਗੱਲ ਵੜੈਚ ਦੀ ਕਰ ਰਹੇ ਸਨ ਕਿ ਉਹਨੇ ਮਾਫੀਆਂ ਮੰਗੀਆਂ, ਤਾਂ ਉਹਨੂੰ ਲੱਗਾ ਕਿ ਸ਼ਾਇਦ ਉਹਦਾ ਨਾਂ ਲੈ ਰਹੇ ਨੇ। ਹਾਂ, ਨਹੀਂ ਉਹਦਾ ਨਹੀਂ ਜ਼ਿਕਰ ਕੀਤਾ। ਉਹਨੇ ਥੱਲੇ ਲਿਖਿਆ ਸੀ ਨਾ, ਉਹ ਆਮਿਰ ਭਾਈ ਜਿਹੜੀ ਗੱਲ ਕਹਿ ਰਹੇ ਨੇ, ਉਹਨੇ ਬੜੀ ਅਲਿਫ ਲਾਮ ਲਿਖ ਕੇ ਉਹਨੇ ਕਿਹਾ ਜੀ ਮੇਰੇ ਫਲਾਣੇ ਨੇ ਮੰਗੀ ਮਾਫੀ, ਤੇ ਉਹਦੀ ਤਾਂ ਗੱਲ ਨਹੀਂ ਕਰ ਰਹੇ। ਹਾਂ, ਆਮਿਰ ਭਾਈ ਨੂੰ ਗਲਤ ਫਹਿਮੀ ਲੱਗੀ, ਉਹ ਜਿਹੜਾ ਥੱਲੇ ਗਿਆ ਸੁਣਦਾ ਉਹਨੂੰ ਗਲਤ ਫਹਿਮੀ ਲੱਗੀ। ਇਹ ਗੱਲ ਤੇ ਹਕੀਕਤ ਹੈ ਕਿ ਅਤਾਉਲ ਮਨਾਨ ਸਾਹਿਬ ਨੇ ਜਦੋਂ ਉਹਨਾਂ ਦੀਆਂ ਟਿਕਟਾਂ ਚੇਂਜ ਹੋ ਜਾਣ ਨਾ, ਜਿਹੜਾ ਸਾਡਾ ਦੂਸਰਾ ਜਿਹੜੇ ਆ ਨਹੀਂ ਆਪਣਾ ਵੜੈਚ ਸਾਹਿਬ ਐਂਡ ਕੰਪਨੀ ਜਿਹੜੀ ਹੈ, ਜਿਹੜੇ ਦੂਸਰੇ ਨੇ ਉਹ ਗਾਲੀਬਾਜ਼ ਡੂਡਸ਼ਾ ਟੋਲਰ, ਉਹਨਾਂ ਨੇ ਮਾਜ਼ਰਤ ਕੀਤੀ ਹੈ ਵੀ ਬਿਲਕੁਲ ਵੀ ਉਸੇ ਦਿਨ ਦੀ ਤੇ ਇਹਨਾਂ ਦੀ ਲੜਾਈ ਹੋਈ ਹੈ ਸਾਡੇ ਨਾਲ। ਸਾਡਾ ਇਹਨਾਂ ਦਾ ਮਸਲਾ ਬਿਲਕੁਲ ਉਸੇ ਦਿਨ ਹੋਇਆ। ਇਹ ਬਰਾੜ ਲੱਗੀ ਸੀ ਉੱਥੇ, ਇਹ 2-3 ਹਜ਼ਰਤ ਗਏ ਸਨ। ਸਿੱਧੂ ਸਾਹਿਬ ਨਹੀਂ ਲਾਉਂਦੇ ਫੋਟੋ, ਮਾਫੀ ਦੇ ਦਿਓ, ਬੰਦ कराती फोटो, ਛੱਡ दो गल नूं, उन नहीं को लांदा फोटो। अच्छा आमिर भाई, मैं आपके सामने ना एक मुकदमा रखना चाहता हूँ, अगर आप इजाजत दे तो। ਅੱਛਾ, ਵਾਰੀ ਗੱਲ ਕਰੋ ਨਾ, ਪਹਿਲਾਂ ਬਿਲਾਲ ਭਾਈ ਦੀ ਮੁੱਕ ਲੈਂਦਾ, ਫਿਰ ਤੁਸੀਂ। ਬਿਲਾਲ ਭਾਈ ਦੀ ਗੱਲ ਤੇ ਤੁਹਾਨੂੰ ਪਤਾ ਥੋੜੀ ਗੈਰ ਜ਼ਰੂਰੀ ਹੁੰਦੀ, ਉਹਨਾਂ ਦੀ ਖੈਰ ਹੈ। ਚਲੋ ਠੀਕ। ਤੇ ਮੁਕੱਦਮਾ ਅਮਰ ਭਾਈ ਇਹ ਵੇ ਕਿ ਹੁਸੈਨੀ ਦੀ ਲਾਈਫ ਦੇ ਉੱਤੇ ਜਦੋਂ ਅਲੀ ਵਾਲਾ ਤੇ ਉਹ ਮੁਬਸ਼ਰ ਔਰ ਰੂਹਾਨੀ ਫਜ਼ਾਨ ਇੱਕ ਦੂਜੇ ਨੂੰ ਗਾਲਾਂ ਕੱਢਣ ਰਹੇ ਸਨ, ਤੇ ਅਲੀ ਵਾਲਾ ਨੇ ਮਿਰਜ਼ਾ ਗੁਲਾਮ ਕਾਦੀਆਨੀ ਨੂੰ ਗਾਲਾਂ ਕੱਢੀਆਂ। ਇਸ ਤੋਂ ਬਾਅਦ ਉਸ ਰੂਹਾਨੀ ਫਜ਼ਾਨ ਨੇ ਇਮਰਾਨ ਕਾਲਨ ਨੂੰ ਉੱਤੇ ਸੱਦ ਕੇ ਉਹ ਕੀ ਸਾਬਤ ਕਰਨ ਲੱਗਾ ਸੀ ਕਿ ਮੈਂ ਕੀ ਕਰਨਾ ਹੁਣ, ਕਿ ਉਹ ਵਾਲਾ ਨੂੰ ਗਾਲਾਂ ਕੱਢੇ ਤੇ ਅਲੀ ਵਾਲਾ ਅੱਗੋਂ ਕੀ ਕਰੇ। ਇਹ ਕੀ ਮਕਸਦ ਕੀ ਸੀ ਉਹਦਾ ਇਮਰਾਨ ਕਾਲਨ ਨੂੰ ਸੱਦਣਾ, ਆਪਣੇ ਆਪ ਹੀ ਗਾਲਾਂ ਪਵਾਉਣੇ ਤੋਂ ਬਾਅਦ ਹੱਸ ਕੇ ਇਮਰਾਨ ਕਾਲਨ ਨੂੰ ਸੱਦਣਾ ਕਿ ਤੂੰ ਹੁਣ ਆ ਕੇ ਨੂੰ ਅਲੀ ਵਾਲਾ ਨੂੰ ਗਾਲਾਂ ਕੱਢ। ਕੀ ਮਕਸਦ ਕੀ ਸੀ? ਉਹਨੂੰ ਖਾਮੋਸ਼ ਕਰਵਾਉਣਾ ਮਕਸਦ ਸੀ, ਜਾਂ ਉਹਨੂੰ ਮਕਸਦ ਸੀ ਕਿ ਤੂੰ ਹੋਰ ਗਾਲਾਂ ਕੱਢ, ਜਾਂ ਕੀ ਮਕਸਦ ਸੀ ਇਹ ਮੁਕੱਦਮਾ ਤੁਹਾਡੇ ਅੱਗੇ? ਕਦੋਂ ਦਾ ਵਾਕਿਆ, ਮੈਨੂੰ ਤਾਂ ਇਹ ਗੱਲ ਦਾ ਹੀ ਨਹੀਂ ਪਤਾ।
ਅਲੀ ਵਾਲਾ ਨਾਲ ਜਿਹੜੀ ਉਦੋਂ ਪਿਛਲੇ 3-4 ਦਿਨ ਪਹਿਲਾਂ ਜਿਹੜੀ ਇੱਕ ਚੱਲੀ ਇੱਕ ਨਸਿਸ਼ ਚੱਲੀ ਹੈ ਕਿ ਉਹ ਰਾਨੀ ਫਜ਼ੈਨ ਪ੍ਰਵੋਕ ਕਰ ਰਿਹਾ ਸੀ ਅਲੀ ਵਾਲਾ ਨੂੰ, ਨਾਲੇ ਉਹਨੂੰ ਗਾਲਾਂ ਕੱਢ ਰਿਹਾ ਸੀ। ਅਲੀ ਵਾਲਾ ਕੋ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਨੂੰ ਜਿਹੜਾ ਉਹ ਟੰਗ ਰਿਹਾ ਸੀ, ਤੋ ਹੱਸ ਕੇ ਕਹਿ ਰਿਹਾ ਸੀ ਕਿ ਅੱਛਾ ਅੱਛਾ ਇੰਝ ਗਾਲਾਂ ਪਵਾ ਰਿਹਾ ਸੀ। ਉਸ ਤੋਂ ਬਾਅਦ ਉਹਨੇ ਸੱਦਿਆ ਇਮਰਾਨ ਕਾਲੋ ਨੂੰ। ਇਮਰਾਨ ਕਾਲੋ ਨੇ ਆ ਕੇ ਨੰਗੀਆਂ ਗਾਲਾਂ ਕੱਢੀਆਂ ਅਲੀ ਵਾਲਾ ਨੂੰ। ਮੈਂ ਕਹਿ ਰਿਹਾ ਵਾਂ ਕਿ ਉਹ ਰੂਹਾਨੀ ਫਜ਼ੈਨ ਨੇ ਕਿਉਂ ਸੱਦਿਆ ਸੀ ਉਹਨੂੰ, ਇਮਰਾਨ ਕਾਲੋ ਨੂੰ, ਕਿ ਤੂੰ ਮਾਈਕ ਲਾ ਕੇ ਅਲੀ ਵਾਲਾ ਨੂੰ ਗਾਲਾਂ ਕੱਢ। ਜਾਂ ਤਾਂ ਉਹਨੂੰ ਖਾਮੋਸ਼ ਕਰਾਉਣਾ ਮਕਸਦ ਸੀ, ਜਾਂ ਮਕਸਦ ਸੀ ਕਿ ਇਹਨੂੰ ਮਿਰਜ਼ਾ ਨੂੰ ਹੋਰ ਗਾਲੀਆਂ ਪਵਾ। ਕੀ ਮਕਸਦ ਕੀ ਸੀ? ਇਹ ਮੇਰਾ ਮੁਕੱਦਮਾ ਮੇਰਾ ਸਮਝਣਾ ਚਾਹ ਰਿਹਾ। ਅੱਛਾ, ਨਹੀਂ ਮੈਨੂੰ ਅੱਗੇ ਇਸ ਗੱਲ ਦਾ ਨਹੀਂ ਪਤਾ। ਇੰਨਾ ਥੋੜਾ ਜਿਹਾ ਮਲਕ ਸਾਹਿਬ ਨੇ ਕੋਈ ਗੱਲ ਕੀਤੀ ਬਈ ਉਹ ਅਲੀ ਵਾਲਾ ਦੀ ਕੋਈ ਲੜਾਈ ਇਸ ਤਰ੍ਹਾਂ ਥੋੜੀ ਬਹੁਤੀ, ਲੇਕਿਨ ਤਫਸੀਲ ਦਾ ਮੈਨੂੰ ਨਹੀਂ ਸੀ ਪਤਾ ਇਹ ਗੱਲ ਹੋਈ। ਅਗਰ ਅਸੀਂ ਸੁਣਨੇ ਦੇ ਲਾਇਕ ਹੈ ਅਮਰ ਭਾਈ, ਅਸੀਂ ਸੁਣਨੇ ਦੇ ਲਾਇਕ ਹੈ ਉਹ। ਅਗਰ ਬਕਰਬੀਰ ਭਾਈ ਕੇ ਚਲਵਾ ਦੇਣ ਤੁਹਾਡੇ ਸਾਹਮਣੇ, ਤੁਹਾਨੂੰ ਥੋੜੀ ਜਿਹੀ ਪਤਾ ਚੱਲੇ ਕਿ ਮਾਮਲਾਤ ਕੀ ਸਮਝ। ਸੁਣਾ ਦੋ ਅਗਰ ਕੋਈ ਐਸਾ ਖਾਸ ਇਵੈਂਟ ਹੈ ਤੇ ਸੁਣਾ ਦੋ ਬੇਸ਼ੱਕ। ਵੈਸੇ ਮੈਂ ਗੱਲ ਕਰਨਾ, ਮੈਂ ਪਰਸੋਂ ਦੀ ਸੁਣੀ ਹੈ ਤੇ ਤੁਸੀਂ ਅੱਜ ਕਿੱਥੋਂ ਕੀਤੀ ਹੈ? ਮੈਨੂੰ ਇੱਕ ਵਾਰੀ ਲਿੰਕ ਸ਼ੇਅਰ ਕਰੋ ਨਾ, ਮੈਂ ਤੇ ਪਲੇ ਕਰ ਦਿੰਦਾ ਵਾ। ਉਹ ਇਸ ਤਰ੍ਹਾਂ ਸੀ ਆਮਿਰ ਭਾਈ ਕਿ ਉਹਨੇ ਮਨਾ ਕੀਤਾ ਅਲੀ ਭਾਈ ਨੇ ਕਿ ਯਾਰ ਤੂੰ ਨਾ, ਮੈਂ ਤੈਨੂੰ ਮੁਖਾਤਿਬ ਨਹੀਂ ਕਰ ਰਿਹਾ, ਤੂੰ ਮੈਨੂੰ ਨਾ ਬਾਰ-ਬਾਰ ਤੰਗ ਕਰ, ਮੈਂ ਤੇਰੇ ਨਾਲ ਗੱਲ ਹੀ ਨਹੀਂ ਕਰ ਰਿਹਾ, ਮੈਂ ਸਾਨੀ ਸਾਹਿਬ ਨਾਲ ਮੁਖਾਤਿਬ ਹਾਂ। ਉਹ ਫਿਰ ਉਹਦੀ ਆਦਤ ਹੁੰਦੀ ਨਾ, ਜਿਸ ਤਰ੍ਹਾਂ ਪਹਿਲੇ ਵੀ ਉਹਨੇ ਮਲਕ ਸਾਹਿਬ ਨੂੰ ਮੁਖਾਤਿਬ ਕੀਤਾ ਸੀ। ਹਾਂਜੀ, ਉਦੋਂ ਮਲਕ ਸਾਹਿਬ ਵੀ ਉਹਨੂੰ ਇਹੀ ਕਹਿ ਰਹੇ ਕਿ ਯਾਰ ਮੈਂ ਤੇਰੇ ਨਾਲ ਗੱਲ ਹੀ ਨਹੀਂ ਕਰ ਰਿਹਾ, ਤੂੰ ਨਾ ਮੇਰੇ ਗੱਲ ਕਰ, ਤੂੰ ਕਿਉਂ ਚਾਹੁੰਦਾ ਮੈਂ ਮਿਰਜ਼ਾ ਸਾਹਿਬ ਦੀ ਭੈਣ ਕਵਾਲੀ ਕਰਾਂ। ਇਹ ਮਲਕ ਸਾਹਿਬ ਨੇ ਕਿਤੇ ਕਹਿ ਦਿੱਤਾ ਨੂੰ। ਉਹ ਅੱਗੋਂ ਦੀ ਕਵੇ ਕਿ ਜੀ ਤੂੰ ਕਰ ਵੇਖੀ, ਹਾਂ ਮੇਰੇ ਕੋਲ ਵੀ ਸੁਣੇਗਾ ਤੂੰ। ਉਹ ਫਿਰ ਅੱਗੋਂ ਉਹਨੇ ਨਬੀ ਪਾਕ ਅਲੈਹਿਸਸਲਾਤੁ ਵਸਸਲਾਮ ਦੀ ਜ਼ਾਤੇ ਪਾਕ ਤੇ ਭੌਂਕਣਾ ਸ਼ੁਰੂ ਕਰ। ਇੰਝ ਹੀ ਸੇਮ ਬੈਨ ਹੀ ਅਲੀ ਭਾਈ ਉਹਨੂੰ ਕਹਿੰਦੇ ਰਹੇ ਨੇ ਕਿ ਤੂੰ ਟਲ ਜਾ, ਮੈਂ ਤੈਨੂੰ ਮੁਖਾਤਿਬ ਨਹੀਂ ਕਰ ਰਿਹਾ। ਤੇ ਅੱਗੋਂ ਜੀ ਇਹ ਬੜੀ ਗੁਜਰੀ ਦਾ ਬੱਚਾ ਹੈ, ਇਹਦੀ ਮਾਂ ਜਿਹੜੀ ਨਾ ਬੜੀ ਚੰਗੀ ਗੁਜਰੀ, ਇਸ ਤਰ੍ਹਾਂ ਦੀ ਉਹਨੇ ਨਾ ਗੁਫ਼ਤਗੂ ਸ਼ੁਰੂ ਕਰ ਦਿੱਤੀ। ਨਾਲ ਹੀ ਫਿਰ ਜਿਸ ਤਰ੍ਹਾਂ ਕੋਈ ਕੁੱਤੇ ਨੂੰ ਬੁਲਾਉਂਦੇ ਨੇ ਨਾ, ਜਿਸ ਤਰ੍ਹਾਂ ਉਹ ਇੱਕ ਮਖਸੂਸ ਅੰਦਾਜ਼ ਵਿੱਚ, ਉਹ ਉਸ ਤਰ੍ਹਾਂ ਇਸ ਤਰ੍ਹਾਂ ਉਹਨਾਂ ਨੂੰ ਨਾ ਪ੍ਰਵੋਕ ਕਰਨਾ ਸ਼ੁਰੂ ਕਰਤਾ। ਉਹਨੇ ਕਿਹਾ ਫਿਰ ਇਹ ਜਿਹੜੇ ਕੁੱਤੇ ਨੂੰ ਬੁਲਾ ਰਹੇ ਮਿਰਜ਼ਾ ਗੁਲਾਮ ਕਾਦੀਆਨੀ, ਇੱਥੋਂ ਫਿਰ ਚੜੀ ਉਹ ਮਿਰਜ਼ਾ ਸਾਹਿਬ ਦੀ ਭੈਣ ਕਵਾਲੀ ਮਲਕ ਬਕੌਰ ਮਲਕ ਕੈਸਰ ਸਾਹਿਬ ਦੇ ਉਹ ਹੋਈ। ਮੈਂ ਚਲਾਵਾਂ ਜੀ? ਜੀ ਚਲਾਓ ਚਲਾਓ। ਦੱਸ ਦੇਣਾ ਤੁਸੀਂ ਉਹ ਮੇਰੇ ਵਾਸਤੇ ਹੀ ਕਿਹਾ। ਉਹ ਜਿਹੜੀ ਮੈਂ ਸੁਣੀ ਹੈ ਨਾ, ਮੈਂ ਪੂਰੀ ਸੁਣੀ ਹੈ 2 ਵਾਰੀ ਜੀ। ਤੇ ਉਹਦੇ ਚ ਫਿਰ ਮੈਨੂੰ ਤੁਸੀਂ ਕਿਹਾ ਕਿ ਪਹਿਲੇ ਤੇ ਉਹ ਗਲਤ ਗੱਲ ਨਹੀਂ ਕਰਦੇ, ਖੁਦ ਸ਼ੁਰੂ ਨਹੀਂ ਕਰਦੇ, ਸਾਰਾ ਕੁਝ ਸਮਾਨ ਇਸਤੇਮਾਲ ਕਰਦੇ, ਪਹਿਲੇ ਗਾਲ ਵੀ ਨਹੀਂ ਕੱਢਦੇ, ਫਿਰ ਉਹ ਅਲਾਰਮ ਵੀ ਦਿੰਦੇ ਨੇ। ਉਹ ਅਲਾਰਮ ਦਾ ਵੀ ਦੋ ਵਾਕਿਆ ਜ਼ਾਹਿਰ ਹੈ, ਉਹ ਸਾਰੀ ਮੇਰੀਆਂ ਇਹ ਤੇ ਬਕੂਏ ਤੋਂ ਬਾਅਦ ਹੀ ਮੈਂ ਠੀਕ ਮੁਕੰਮਲ ਕਰ ਲਈ। ਮੈਨੂੰ ਨਹੀਂ ਪਤਾ, ਇਹ ਤੇ ਬਕੂਏ ਤੋਂ ਬਾਅਦ ਦੀ ਹੈ ਨਾ। ਇਹ ਤੇ ਐਕਸਪਲੇਨੇਸ਼ਨ ਕਾਲ ਹੋਈ ਹੈ ਉਹਨਾਂ ਦੀ, ਐਕਸਪਲੇਨ ਪੇ ਕਰਦੇ ਨੇ। ਅੱਛਾ, ਉਹ ਦੂਜਾ ਹੋਣਾ ਮੇਰੇ ਕੋਲ ਲਿੰਕ ਆਇਆ ਵਾਲਾ ਆ, ਇਹ 2 ਨੰਬਰ ਵਾਲੀ ਹੈ। ਠੀਕ ਮੈਂ ਤੁਹਾਨੂੰ ਸੈਂਡ ਕਰ ਇਹ ਭਾਈ ਕਹਿੰਦੇ ਨੇ ਵੀ ਮੇਰੀ ਗੱਲ ਗੈਰ ਜ਼ਰੂਰੀ ਹੈ, ਖੁਦ ਗੈਰ ਜ਼ਰੂਰੀ ਵੀਡੀਓ ਲਾਤੀ। ਯੂਸਫ ਭਾਈ ਚਲਾ ਦਿੰਦੇ, ਚਲੋ ਕੋਈ ਗੱਲ ਨਹੀਂ। ਅਮਰ ਭਾਈ, ਅਸਲ ਦਾ ਮਕਸਦ ਇਹਦਾ ਇਸ ਵੀਡੀਓ ਚਲਾਉਣ ਦਾ ਇਹ ਵੇ ਕਿ ਇੱਕ ਸ਼ਖਸ ਪਹਿਲਾਂ ਖੁਦ ਗਾਲਾਂ ਦੇ ਰਿਹਾ ਇੱਕ ਅਲੀ ਵਾਲਾ ਨੂੰ, ਠੀਕ ਹੈ। ਅਲੀ ਵਾਲਾ ਅੱਗੋਂ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਨੂੰ ਫੁੱਲ ਜੁੜਿਆ ਹੋਇਆ। ਫਿਰ ਉਹ ਆਮਦੀ ਸੱਦਦਾ ਆਪਣੇ ਇੱਕ ਦੂਸਰੇ ਆਮਦੀ ਨੂੰ ਕਿ ਤੂੰ ਮਾਈਕ ਲਾ ਕੇ ਗਾਲਾਂ ਕੱਢ। ਮਕਸਦ ਕੀ? ਪਿੱਛੇ ਉਹਨੂੰ ਖਾਮੋਸ਼ ਕਰਵਾਉਣਾ ਔਰ ਆਵਾਜ਼ ਦਬਾਉਣਾ ਜਾਂ ਹੋਰ ਗਾਲਾਂ ਕਢਵਾਉਣਾ, ਇਹ ਮਕਸਦ ਮੁਕੱਦਮਾ ਹੈ। ਮੈਂ ਉਹੀ ਗੱਲ ਕਰਨ ਲੱਗਾ ਸੀ ਤੇ ਮੇਰਾ ਮਾਈਕ ਮਿਊਟ ਸੀ। ਮੈਂ ਕਹਿ ਰਿਹਾ ਕਿ ਹੁਣ ਨਾ ਉੱਥੇ ਇੱਕ ਬਰਾਡ ਲੱਗੀ ਹੈ, ਉਹ ਜਿਹੜਾ ਇਹਨਾਂ ਦਾ ਐਂਟੀ ਗਰੁੱਪ ਹੈ, ਇਹਨਾਂ ਦੇ ਵਿੱਚ ਵੱਡੇ 2 ਗਰੁੱਪ ਬੰਦੇ ਜਾ ਰਹੇ ਨੇ ਨਾ। ਇੱਕ ਇਹ ਇਮਰਾਨ ਕਾਲਮ ਗਰੁੱਪ ਹੈ ਤੇ 1122 ਤੇ ਰਾਨੀ ਫਜ਼ਾਇਨ ਵਗੈਰਾ। ਇੱਕ ਇਹਨਾਂ ਦਾ ਐਂਟੀ ਗਰੁੱਪ ਹੈ, ਅਲੀ ਅਕਬਰ ਤੇ ਉਹ ਮੁਹੰਮਦ ਅਹਿਮਦ ਤੇ ਟੀ ਅਹਿਮਦ ਤੇ ਮਨਸੂਰ UK ਵਗੈਰਾ। ਉਹ ਵੀ ਇੱਕ ਗਰੁੱਪ ਸਟਰੋਂਗ ਹੁੰਦਾ ਜਾ ਰਿਹਾ ਗਰੁੱਪ। ਇਹ ਹੁਣ ਮੈਂ ਬਾਬੂ ਬਕਰ ਭਾਈ ਇਹ ਉਹੀ ਤੁਸੀਂ ਮੈਨੂੰ ਸੈਂਡ ਕੀਤੀ ਹੈ, ਜਿਹੜੀ ਉਹਨੇ ਸਾਹਿਲ ਭਾਈ ਨੇ ਪਲੇ ਕੀਤੀ ਸੀ, ਉਹੀ ਹੈ। ਥੋੜੀ ਦੇਰ ਪਹਿਲੇ ਨਾ ਮੈਂ ਉਹਨਾਂ ਦੀ ਸੁਣ ਰਿਹਾ ਸੀ ਬਰਾੜ, ਤੇ ਉਹ ਕਹਿ ਰਹੇ ਸੀ ਕਿ ਇਹ ਜਿਹੜਾ ਹੁਸੈਨੀ ਸਾਹਿਬ ਦੀ ਬਰਾੜ ਦੇ ਉੱਤੇ ਹੁੰਦਾ ਹੈ ਨਾ ਕੰਮ, ਕਿ ਕੱਲ ਮਲਕ ਕੈਸਰ ਨੇ कहता ना रूहानी शिकारगाह खुल गई है। ਉਹਨਾਂ ਦੇ ਅੱਗੇ ਵੀ ਆਦਤ ਕਹਿੰਦੇ रूहानी शिकारगाह खुल गई है। ਮੈਨੂੰ WhatsApp ਤੇ ਵੀ ਇਹੀ ਮੈਸੇਜ ਕਰਦੇ ਨੇ, ਤੇ ਉਹ ਕਿਹੜੇ ਸੁਣ ਲਿਆ ਕੱਲ ਕਿਸੇ ਨੇ ਨਾ ਮਰਜ਼ਾਈ ਨੇ।
ਤੇ ਉਹ ਗੱਲ ਉੱਥੇ ਵੀ ਰੋਲਾ ਸੈਣੀ ਸਾਹਿਬ ਦੀ ਬਰਾੜ ਤੇ ਪਾਇਆ ਸਨ ਨੇ ਕਿ ਇਹਦਾ ਨਾਂ ਰੂਹਾਨੀ ਸ਼ਿਕਾਰਗਾਹ ਰੱਖਿਆ ਇਹਨਾਂ ਨੇ। ਤੇ ਹੁਣ ਵੀ ਉੱਥੇ ਗੱਲ ਪੇ ਕਰਦੇ ਸੀ ਕਿ ਰੂਹਾਨੀ ਸ਼ਿਕਾਰਗਾਹ ਦੇ ਵਿੱਚ ਹੁੰਦਾ ਕੀ ਹੈ। ਇਹ ਜੀ ਉਹ ਜਿਹੜਾ ਸ਼ਿਕਾਰਗਾਹ ਦਾ ਮਾਲਕ ਹੈ ਉਹ ਸ਼ਿਕਾਰੀ ਨਾਲ ਰਲਿਆ ਹੁੰਦਾ ਹੈ ਤੇ ਉਹ ਅੱਗੇ ਸ਼ਿਕਾਰ ਉਹਨਾਂ ਦੇ ਸੁੱਟ ਕੇ ਨਾ ਸ਼ਿਕਾਰੀ ਨੂੰ ਕਹਿੰਦਾ ਬਈ ਪੈ ਜਾ, ਤੇ ਉਹ ਰਲਿਆ ਸ਼ਿਕਾਰਗਾਹ ਵਾਲਾ। ਨਹੀਂ ਅਮਰ ਭਾਈ ਇਹਦਾ ਕੋ ਪੁੱਛ ਲੋ ਕਿ ਪੱਕੀ ਗੱਲ ਹੈ, ਇਹਦਾ ਇਹੀ ਮਤਲਬ ਆ। ਹਾਂ ਮੈਂ ਕਿਹਾ ਇਹਨਾਂ ਨੂੰ ਪੁੱਛ ਲੋ ਵੀ ਪੱਕੀ ਗੱਲ ਹੈ, ਇਹਦਾ ਇਹੀ ਮਤਲਬ ਆ। ਮੇਰਾ ਖਿਆਲ ਇਹਨਾਂ ਨੂੰ ਨਹੀਂ ਪਤਾ ਖੱਬੇ ਹੱਥ ਚ ਕੀ ਹੈ ਤੁਹਾਡੇ। ਉਹ ਗੱਲ ਕਰਦੇ ਸਨ ਫਿਰ, ਤੇ ਮੈਂ ਹੁਣ ਜੁਮੇ ਤੋਂ ਬਾਅਦ ਵਾਪਸੀ ਸੁਣਦਾ ਆ ਰਿਹਾ ਸੀ ਕਿ ਬਈ ਉਹ ਸ਼ਿਕਾਰਗਾਹ ਦੇ ਵਿੱਚ ਉਹ ਰਲਿਆ, ਤੇ ਉਹ ਫਿਰ ਦੂਜੇ ਇਖਤਲਾਫ ਕਰਕੇ ਕਹਿ ਰਹੇ ਸੀ ਵੀ ਨਹੀਂ ਤੁਸੀਂ ਇਹ ਕੰਮ ਨਾ ਕਰਿਆ ਕਰੋ। ਸ਼ਿਕਾਰਗਾਹ ਦੇ ਮਾਲਕ ਨੂੰ ਜਾਂ ਸ਼ਿਕਾਰੀ ਨੂੰ ਮਾੜਾ ਕਹਿਣ ਦੀ ਬਜਾਏ ਤੁਸੀਂ ਆਪਣੇ ਸ਼ਿਕਾਰ ਨੂੰ ਕਿਉਂ ਨਹੀਂ ਰੋਕਦੇ ਕਿ ਨਾ ਸ਼ਿਕਾਰ ਹੋਣ ਜਾਓ। ਵੀਡੀਓ ਰੈਡੀ ਅਮਰ ਭਾਈ। ਤੇ ਉਹ ਇਹਨਾਂ ਦੀ ਛਤਰੋਲ ਕਰ ਰਹੇ ਸੀ। ਫਿਰ ਇਹਨਾਂ ਨੂੰ ਬਾਈ ਨੇਮ ਉਹਨਾਂ ਨੇ 1 ਬਾਈ 1 ਸਭ ਦਾ ਜ਼ਿਕਰ ਕੀਤਾ ਕਿ ਇਹ ਉਹ ਟੋਲਾ ਹੈ ਜਿਹੜਾ ਉੱਥੇ ਜਾ ਕੇ ਤੇ ਇਹ ਕੰਮ ਕਰਵਾਉਂਦਾ ਹੈ। ਤੇ ਜ਼ਾਹਿਰ ਹੈ ਕਿ ਜਿਹੜਾ ਤੁਸੀਂ ਸਵਾਲ ਪੁੱਛ ਰਹੇ ਹੋ ਉਹਦਾ ਜਵਾਬ ਇਹ ਹੀ ਹੈ ਕਿ ਇਹ ਟੋਲਾ ਸਾਰਾ ਚਾਹੁੰਦਾ ਇਹ ਵੇ ਕਿ ਤੁਸੀਂ ਹੋਰ ਠੋਕੋ ਮਿਰਜ਼ਾ ਸਾਹਿਬ ਨੂੰ। ਤੇ ਉਹ ਤਾਂ ਤੁਹਾਨੂੰ ਕਹਿ ਰਿਹਾ ਸੀ ਉਹਨੂੰ ਬੁਲਾ ਕੇ ਨਾ ਇਮਰਾਨ ਖਾਨ ਨੂੰ ਬਈ ਆ ਕੇ ਗਾਲਾਂ ਕੱਢ ਤਾਂ ਕਿ ਉਹ ਮਿਰਜ਼ਾ ਸਾਹਿਬ ਨੂੰ ਹੋਰ ਠੋਕੇ। ਕਰੋ अमर भैया सुनो जरा। तेरा अबू का नाम है ना मिर्जा कुत्ता, तेरे अबू का नाम मिर्जा गुलाम कादियानी लोगड़, तेरे अबू का नाम है ना और मिर्जा कादियानी लोगड़ कुत्ता, तेरे अबू का नाम है ना मिर्जा कादियानी लोगड़ कुत्ता, तेरे अबू का नाम है ना तेरे कहना मिर्जा कादियानी लोगड़ कुत्ता, तेरे अबू का नाम मिर्जा कादियानी लोगड़ कुत्ता, तेरे अबू का लोगड़ कुत्ते नु तेरे अबू का नाम है तेरे अबू का तेरे अबू का जिन्हें तेनु जम्मया होगा तेरे अबू का तेरे लोगड़ा मिर्जा कादियानी तेरे अबू नु बुला रहे हैं मिर्जा कादियानी तेरे प्यो नु बुला रहे हैं मिर्जा कादियानी तेरे अबू नु बुला रहे हैं इन बुला रहे हैं प्यो नु शाबाश तेरे प्यो नु अपने प्यो नु बुला रहे हैं मिर्जा कादियानी लोगड़ कुत्ता प्यो नु बुला रहे हैं प्यो नु मिर्जा कादियानी लोगड़ कुत्ता प्यो नु बुला रहे हैं मिर्जा कादियानी लोगड़ कुत्ता प्यो नु बुला मिर्जा कादियानी लोगड़ कुत्ता मिर्जा कादियानी लोगड़ कुत्ता बुला हंस करके किधर गई बुला लोगड़ कुत्ते नु अरे किधर डर गई लोगड़ तेरे अबू तेरे अबू तेरे अबू नु बुला तेरे अबू नु और तेरे मिर्जा कादियानी लोगड़ कुत्ता तेरे अबू नु मिर्जा कादियानी लोगड़ कुत्ता 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 ना वो बुला ना लोगड़ कुत्ते नु मिर्जा कादियानी तेरे अबू आपके वालिद साहब मिर्जा कादियानी अबू को ऐसे बुला मिर्जा कादियानी अबू को ऐसे बुला ना लोगड़ कुत्ते नु वो लोगड़ कुत्ते नु बुला मिर्जा कादियानी नु बुला लोगड़ कुत्ता मिर्जा कादियानी लोगड़ कुत्ता मिर्जा कादियानी लोगड़ कुत्ता मिर्जा कादियानी लोगड़ कुत्ता आजा मिर्जा कादियानी लोगड़ कुत्ता आजा मिर्जा कादियानी लोगड़ कुत्ता गुजरा मेरे पैरों जा इधर आ वो पांचों तक बच्चा का लोगड़ा इधर मिर्जा कादियानी मेरे पैर आजा आजा मेरे पैरों आ गुजराती गुजरा आजा मेरे पैरों आजा गुजराती गुजरा पैरों जा हां बोल 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 ओ गुजराती गुजरा आजा पैरों चुप कर गया आजा पैरों मिर्जा कादियानी नु बता क्या लोगड़ गली छोड़ के आजा गुजराती गुजरा पैरों मिर्जा कादियानी लोगड़ कुत्ते शाबाश अब मिर्जा कादियानी लोगड़ कुत्ते किधर गया मिर्जा कादियानी लोगड़ हो रहा ना बड़े भाई को लोगड़ कुत्ता होया ना सिर पे ऐसा लोगड़ कुत्ता है कि कुड़ी आवे ना गलियां करता है इनु के बाद ने दस्ते भी लगे ने लोगड़ कुत्ते मिर्जा कादियानी लोगड़ कुत्ते और 10 भी लगने आवे प्रोग्राम होया आवे गुजरात दे मिर्जा कादियानी हां तेरा मिर्जा कादियानी गुजरात दा मिर्जा कादियानी लोगड़ कुत्ते गुजरात दा मिर्जा कादियानी मिर्जा कादियानी गुजरात दे गुजरा मिर्जा कादियानी गांडू बंदा मरवांदा टिकटॉक पे वो गांडू बंदा मरवांदा रहा ते निशान नंबर 85 के आए देखो अब भैन जग्गो के जरो और कौन मरवानिया बुन्ना ते बनना पीर है अमीर देव गाने गुजरी ने गुजर देव गाने वो ऐसा भैन जा के गंदा देखो मरवांदा बुन्ना रहा है ते भैन नु लोल लेने जेड़े ने समझदे ने कि निशान आ मैं नहीं मिर्जा का जानी दी भैन नु लाना देना ना मैं कहना अमर भाई सुन रहे जी किस तरह मजे दे नाल हस हस के गाना गा रहे हैं।
ਮੈਂ ਤੇ ਹੈਰਾਨ ਪਿਆ ਹੁੰਨਾ ਕਿ ਇਹ ਤੁਹਾਨੂੰ ਪਤਾ ਹੀ ਨਹੀਂ ਇਸ ਤਰ੍ਹਾਂ। ਅੱਗੇ ਅਮਰ ਭਾਈ ਅੱਗੇ ਇਸ ਤੋਂ ਵੀ ਜ਼ਿਆਦਾ ਗਾਲ ਹੈ ਮੈਂ ਕਹਿੰਦਾ ਵਾ ਤੇਰੇ ਤੇ ਤਬਸਰਾ ਕਰ ਅੱਗੇ ਇਸ ਤੋਂ ਬਾਅਦ ਫਿਰ ਆਣਾ ਇਮਰਾਨ ਕਾਲੋਂ ਨੂੰ ਸੱਦਣਾ ਉਹਨੇ, ਉਹ ਜਦੋਂ ਚੱਲ ਜਾਣਾ ਉਹਨੇ ਆ ਕੇ ਫਿਰ ਗਾਲਾਂ ਕੱਢਦੀਆਂ ਅਲੀਵਾਲ ਨੂੰ। ਹੋਰ ਦੇ ਦੱਸੇ ਨੂੰ ਪਰਚੀਆਂ ਐ ਇਤਨੀਆਂ ਆਲੀਆਂ ਸਮਾਜ ਪੀਂਦੇ ਨੂੰ ਕਹਿੰਦੀ ਬਾਹਰ ਦਾ ਸਲਾਹ ਕਰਨ ਆਪ ਨੇ ਤੇ ਇਹ ਚੱਲ ਰਿਹਾ ਸੀਨ ਇਹਨਾਂ ਦਾ, ਮੈਂ ਅੱਗੇ ਕਰਨਾ ਹੋਰ ਕੀ गुजर मेरे सज्जे पैर थले, गुजरी मेरे खब्बे पैर थले, शाबा गुजर गुजर मेरे सज्जे पैर थले, गुजरी मेरे खब्बे पैर थले, शाबा गुजरी ओहो किधर नहीं पा रही है कुछ। ਤੇ ਨੱਚ ਇਹ ਤਾਂ ਸੁਰਾਂ ਦੀ ਬਾਤ ਹੈ। ਹਾਂ ਰੁਲਾ ਨਾ ਮਾਰਾ ਢਵਾਟੀ ਜਿੰਨਾ ਬਕਵਾਸ ਕਰਦੇ ਹੋ। ਹੁਣ ਰਾਮ ਜੀ ਹੁਣ ਨਹੀਂ ਇਹ ਕਿ 2 ਦਿਹਾੜੇ 7 ਹੋ ਗਏ ਤੁਹਾਨੂੰ, ਜਿਸ ਤਰ੍ਹਾਂ ਦਾ ਗਾਂਡੂ ਆ ਉਸ ਤਰ੍ਹਾਂ ਦਾ ਭੈਣ ਜਾ ਕੇ ਛੱਡ ਗਿਆ ਪਿੱਛੇ ਗਲਾ ਦੇ। ਇਹ ਜਿੱਥੇ ਗਾਲਾਂ ਕੱਢੀਆਂ ਨੇ ਅਲੀਵਾਲਾ ਭਾਈ ਨੇ, ਇਹ ਨਾ ਹਿੱਸਾ ਕੱਟ ਕੇ ਨਾ ਇਸ ਤੋਂ ਪਹਿਲੇ ਵਾਲਾ ਇਹ ਜ਼ਰੂਰ ਅਪਲੋਡ ਕਰੋ ਤਾਂ ਕਿ ਲੋਕਾਂ ਨੂੰ ਜਿਹਨਾਂ ਨਹੀਂ ਪਤਾ ਨਾ ਮਿਰਜ਼ਾਈਆਂ ਨੂੰ, ਉਹਨਾਂ ਨੂੰ ਵੀ ਪਤਾ ਲੱਗੇ ਕਿ ਮਿਰਜ਼ਾਈ ਕਿਸ ਤਰ੍ਹਾਂ ਤਬਲੀਗ ਪੇ ਕਰਦੇ ਨੇ ਮਿਰਜ਼ਾ ਕਦਿਆਨੀ ਦੀ ਤੇ ਕੀ ਪੇ ਖੱਟੀ ਖੱਟਦੇ ਨੇ। ਇਹ ਕੌਣ ਦੂਜਾ ਸੀਨ ਸ਼ੁਰੂ ਹੋਣ ਲੱਗਾ ਆ ਗਿਆ ਮਾਈਕ ਲਾ ਕੇ। ਅੱਲਾਹ ਤਾਲਾ ਤੁਹਾਨੂੰ ਜਜ਼ਾ ਦੇਵੇ। ਅਲੀਵਾਲਾ ਸਾਹਿਬ ਤੁਸੀਂ ਕੀ ਬਕਵਾਸ ਕਰਦੇ ਪਏ ਹੋ? ਮਾਈਕ ਖੋਲਣਾ ਕਿਸੇ ਖੰਜ਼ੀਰ ਮਾਂ ਦੇ ਬੱਚਿਆ, ਸੂਰਜੀ ਦੇ ਬੱਚਿਆ ਗਾਲਾਂ ਕੱਢਣਾ, ਲਾਂਤੀਆ ਬਗੈਰਤਾ ਹਰਾਮੀਆਂ ਤੇ ਗਾਲਾਂ ਕੱਢ ਕੇ ਆਪਣੀ ਬਹਾਦਰੀ ਸਮਝਣਾ। ਕਿਸੇ ਗੰਦੀ ਗਸ਼ਤੀ ਮਾਂ ਦੇ ਬੱਚਿਆ, ਉਹ ਸੂਰ ਦੇ ਬੱਚਿਆ ਗਾਲਾਂ ਕੱਢ ਕੇ ਬਹਾਦਰੀ ਸਮਝਣਾ। ਕੱਢ ਨੂੰ ਗਾਲਾਂ ਤੂੰ ਕਿਸੇ ਸੂਰਜੀ ਦੇ ਬੱਚਿਆ, ਤੂੰ ਬੜੀਆਂ ਗਾਲਾਂ ਕੱਢਣਾ, ਤੇਰੀ ਸੂਰਜੀ ਮਾਂ ਦਾ ਪਤਾ ਲੱਗੇ ਤੇ ਤੂੰ ਵਾਕਈ ਕਿਸੇ ਸੂਰਜੀ ਦਾ ਬੱਚਾ ਹੈ। ਸਾਬਤ ਕਰ ਕਿਸੇ ਸੂਰਜੀ ਮਾਂ ਦੇ ਬੱਚਿਆ, ਸੂਰ ਦੀ ਔਲਾਦੇ ਤੇਰੀ ਮਾਂ ਜੋ ਕਿਸੇ ਸੂਰ ਵੱਲ ਗਈ ਸੀ ਤੇ ਤੁਹਾਡੇ ਘਰ ਸੂਰ ਹੁੰਦਾ ਸੀ। ਸੂਰਨੀ ਦੇ ਬੱਚਿਆ ਸੂਰਾ ਹਰਾਮੀਆਂ। ਅਮਰ ਭਾਈ ਇਹ ਉਹ ਸਾਰਾ ਸੀਨ ਹੈ ਕਿ ਇਹਨੇ ਆ ਕੇ ਮਾਈਕ ਲਾ ਕੇ ਫਿਰ ਕੱਢੀਆਂ ਗਾਲਾਂ। ਤੇ ਇਹ ਹੋਇਆ, ਮੈਂ ਪੁੱਛ ਰਿਹਾ ਕਿ ਉਹਨੇ ਫਜ਼ਾਨ ਨੇ ਜਦੋਂ ਹੱਸ ਕੇ ਗਾਲਾਂ ਖਾਧੀਆਂ, ਦੰਦ ਤੁਸੀਂ ਸੁਣਦੇ ਆ ਉਹਨੂੰ ਕਿ ਦੰਦ ਕੱਢ ਰਿਹਾ ਸੀ, ਹੱਸ ਰਿਹਾ ਸੀ, ਬੜਾ ਮਜ਼ਾ ਲੈ ਰਿਹਾ ਸੀ, ਬੜਾ ਲੁਤਫ ਅੰਦੋਜ਼ ਹੋ ਰਿਹਾ ਸੀ। ਤੇ ਉਸ ਤੋਂ ਬਾਅਦ ਉਹਨੂੰ ਸੱਦ ਕੇ ਇਮਰਾਨ ਕਾਲੋ ਨੂੰ ਕਿਹਾ ਕਿ ਹੋਰ ਇਹਨੂੰ ਗਾਲਾਂ ਕੱਢ। ਉਹਦਾ ਮਕਸਦ ਪਿੱਛੇ ਕੀ ਸੀ? ਉਹਦੀ ਆਵਾਜ਼ ਦਬਾਉਣਾ, ਉਹਨੂੰ ਚੁੱਪ ਕਰਾਉਣਾ, ਜਾਂ ਕਹਿਣਾ ਕਿ ਹੋਰ ਮਿਰਜ਼ਾ ਸਾਹਿਬ ਨੂੰ ਟੰਗ। ਇਹ ਮੁਕੱਦਮਾ ਹੈ। ਜ਼ਾਹਿਰ ਹੈ ਕਿ ਅਗਰ ਇਹਦੇ ਕੋਲ ਮਾਈਕ ਹੈ ਤੇ ਉੱਚੀ ਆਵਾਜ਼ ਵਿੱਚ ਗਾਲਾਂ ਕੱਢ ਲੇਗਾ, ਤੇ ਉਹਦੇ 'ਚ ਅਗਰ ਮਾਈਕ ਨਹੀਂ ਹੈ ਤੇ ਉਹਦੀ ਆਵਾਜ਼ ਨਾ ਵੀ ਆਵੇ ਤੇ ਮਤਲਬ ਤੇ ਇਹ ਹੀ ਹੈ ਕਿ ਕੱਢ ਹੋਰ ਮਿਰਜ਼ੇ ਨੂੰ ਗਾਲਾਂ ਜਿਹੜੀਆਂ ਕੱਢਣਾ ਪਿਆ, ਥੋੜ੍ਹੀਆਂ ਪੇ ਕੱਢਣਾ, ਜ਼ਿਆਦਾ ਕੱਢ। ਅਗਰ ਇਹਨੂੰ ਸ਼ਰਮ ਹੁੰਦੀ, ਹਯਾ ਹੁੰਦੀ ਤੇ ਇਹ ਉੱਥੇ ਹੀ ਰੁਕ ਜਾਂਦਾ ਜਿਸ ਵੇਲੇ ਅਲੀਵਾਲਾ ਨੇ ਇਹਨੂੰ ਇੱਥੋਂ ਤੱਕ ਸਖਤ ਲਫ਼ਜ਼ ਬੋਲੇ ਨੇ। ਲੇਕਿਨ ਸ਼ਰਮ ਨਾਂ ਦੀ, ਗੈਰਤ ਨਾਂ ਦੀ ਕੋਈ ਚੀਜ਼ ਤੇ ਇਹਨਾਂ 'ਚ ਐਗਜ਼ਿਸਟ ਹੀ ਨਹੀਂ ਕਰਦੀ ਨਾ। ਤੇ ਅਮਰ ਭਾਈ ਫਿਰ ਲਿਆਓ ਨਾ ਹੁਣ ਇੱਥੇ ਮਲਕ ਤਲਤਵਾਨ ਨੂੰ, ਕਿ ਜਿਹਨੂੰ ਜਿਹਦੇ ਤੇ ਇਹ ਇਲਜ਼ਾਮ ਲਾ ਕੇ ਉਹਨੂੰ ਮਾਂ ਭੈਣ ਟੰਗੀ ਹੈ, ਲੇਕਿਨ ਇਹਨਾਂ ਦੇ ਬਾਰੇ ਸਾਰੇ ਖਾਮੋਸ਼ ਨੇ। ਇਹ ਤਾਂ ਜ਼ਿਆਦਤੀ ਹੈ ਨਾ। ਫਿਰ ਮੈਂ ਤਾਂ ਹੀ ਕਹਿੰਦਾ ਇੰਨਾ ਹਿੱਸਾ ਜਿਹੜਾ ਨਾ ਇਹ ਜ਼ਰੂਰ ਕਲਿੱਪ ਕੱਟ ਕੇ ਨਾ ਇਹ ਸ਼ੇਅਰ ਕਰੋ ਤੇ ਮੈਂ ਮਲਕ ਸਾਹਿਬ ਨੂੰ ਵਹਾਨਾ ਵਾਂ ਤੇ ਹੋਰ ਵੀ ਜਿਹੜੇ ਮਿਰਜ਼ਾਈ ਦੀਗਰ ਵੀ ਜਿਹੜੇ ਹਨ ਨੇ ਉਹ ਵੀ ਵੇਖਣਗੇ ਤੇ ਉਹਨਾਂ ਦੀਆਂ ਅੱਖਾਂ ਖੁੱਲਣਗੀਆਂ ਕਿ ਇਹ ਤਬਲੀਗ ਪੇ ਕਰਦੇ ਨੇ ਮਿਰਜ਼ਾ ਕਾਦੀਆਨੀ ਦੀ, ਤੇ ਇਹ ਲੋਕਾਂ ਨੂੰ ਪ੍ਰਵੋਕ ਕਰਕੇ ਤੇ ਉਹਨਾਂ ਕੋਲ ਸੁਣਦੇ ਨੇ। ਅਗਰ ਖਲੀਫਾ ਨੇ ਇਹ ਮੁਬਲਗੀਨ ਘੱਲੇ ਨੇ ਉੱਤੇ ਟਿਕਟਾਕ ਦੇ ਉੱਤੇ ਵੀ ਜਾਓ ਜਾ ਕੇ ਤਬਲੀਗ ਕਰੋ ਇਸ ਤਰ੍ਹਾਂ ਦੀ, ਤੇ ਮੈਂ ਤਾਂ ਫਿਰ ਬਹੁਤਾ ਸਿਆਣਾ ਉਹ ਹੀ ਹੈ ਜਿਹਨੂੰ ਇਹ ਖਲੀਫਾ ਆਉਂਦੇ ਨੇ। ਫਿਰ ਸਹੀ ਸਿਆਣਾ ਤੇ ਉਹੀ ਹੈ ਨਾ ਜਿਹੜਾ ਇਹੋ ਜਿਹੇ ਲੋਕਾਂ ਨੂੰ ਆਉਂਦਾ ਕਿ ਤੁਸੀਂ ਜਾ ਕੇ ਟਿਕਟਾਕ 'ਤੇ ਤਬਲੀਗ ਕਰੋ। ਤਬਲੀਗ ਤੇ ਇੱਕ ਐਸਾ ਕੰਮ ਹੈ ਕਿ ਉਹਦੇ ਵਾਸਤੇ ਖਾਸ ਹਕਮਤ ਦੀ ਜ਼ਰੂਰਤ, ਕਿੱਥੇ ਆਵਾਜ਼ ਨੀਵੀਂ ਕਰਨੀ ਹੈ, ਕਿੱਥੇ ਉੱਚੀ ਕਰਨੀ ਹੈ, ਕਿੱਥੇ ਪਿਆਰ ਨਾਲ ਗੱਲ ਕਰਨੀ ਹੈ, ਕਿੱਥੇ ਗੁੱਸੇ ਨਾਲ ਗੱਲ ਕਰਨੀ ਹੈ, ਕਿੱਥੇ ਜਜ਼ਬਾਤ ਦਾ ਇਜ਼ਹਾਰ ਕਰਨ ਦੀ ਜ਼ਰੂਰਤ ਹੁੰਦੀ ਹੈ, ਕਿੱਥੇ ਸਬਰ ਕਰਨ ਦੀ ਜ਼ਰੂਰਤ। ਇਹ ਤੇ ਤਬਲੀਗ ਤੇ ਪੂਰੇ ਦਾ ਪੂਰਾ ਇੱਕ ਫਨ ਹੈ, ਹੁਨਰ ਹੈ। ਲੇਕਿਨ ਇਹ ਐਸਾ ਜਾਹਿਲ ਇਹਨਾਂ ਦਾ ਸਰਬਰਾਹ ਕਿ ਉਹਨੇ ਜਾਹਿਲ ਨੇ ਇਹਨਾਂ ਨੂੰ ਜਹਲਾ ਦੇ ਟੋਲੇ ਨੂੰ ਘੱਲ ਦਿੱਤਾ ਕਿ ਚੜ੍ਹ ਜਾਓ ਵਟਸਐਪ ਤੇ ਟਿਕਟਾਕ ਤੇ ਯੂਟਿਊਬ ਤੇ ਤਬਲੀਗ ਕਰੋ। ਉਹਨੂੰ ਆਪਣੇ ਨਾਨੇ ਦੀ ਗੱਲ ਭੁੱਲ ਗਈ ਹੈ। ਉਹ ਨਾਨਾ ਉਹਦਾ ਕਹਿੰਦਾ ਸੀ ਕਿ ਮੈਂ ਗਿਆ ਜਾਮਿਆ ਅਹਿਮਦੀਆ 'ਚ, ਉੱਥੇ ਤੇ ਮੈਂ ਮੁੰਡਿਆਂ ਨੂੰ ਵੇਖਿਆ ਵੀ ਉਹਨਾਂ ਦਾ ਦਿਮਾਗ ਬਿਲਕੁਲ ਡੱਬੇ ਹਰ ਬੰਦ ਹੈ। ਕਹਿੰਦਾ ਮੈਂ ਸਾਰਿਆਂ ਪਾਸਿਆਂ ਤੋਂ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਹੈ, ਪਰ ਸਾਰਿਆਂ ਪਾਸਿਆਂ ਤੋਂ ਮੈਨੂੰ ਅੱਗੋਂ ਨਾ ਦਿਮਾਗ ਬੰਦ ਹੀ ਨਜ਼ਰ ਆਇਆ। ਕੋਈ ਰਾਹ ਮੈਨੂੰ ਨਜ਼ਰ ਨਹੀਂ ਆਇਆ ਕਿ ਮੈਂ ਕਿਹੜੇ ਰਾਹ ਇਹਨਾਂ ਦੇ ਸਿਰ ਦੇ ਵਿੱਚ ਵੜਾਂ। ਐਸਾ ਬੰਦ ਡੱਬੇ ਵਾਲਾ ਦਿਮਾਗ ਇਹਨਾਂ ਦਾ।
ਕਹਿੰਦਾ ਖੀਰੀ ਮੈਂ ਕਿਹਾ ਵੀ ਤੂੰ ਕੀ ਕਰਨਾ ਚਾਹੁੰਦਾ? ਉਹਨੇ ਕਿਹਾ ਅਸੀਂ ਤਬਲੀਗ ਕਰਾਂਗੇ। ਤੇ ਉਹਨੇ ਕਿਹਾ ਤਬਲੀਗ ਕਿਸ ਤਰ੍ਹਾਂ ਕਰਾਂਗੇ? ਉਹਨੇ ਕਿਹਾ ਜਿਸ ਤਰ੍ਹਾਂ ਵੀ ਹੋਗਾ ਕਰਾਂਗੇ। ਕਹਿੰਦਾ ਲੈ ਮੈਂ ਹਿਸਾਬ ਲਾਇਆ ਵੀ ਇਹ ਨਿਰੇ ਖੰਜ਼ੀਰ ਹਾਰ ਸਿਰਫ ਤਿਆਰ ਕੀਤੇ ਜਾ ਰਹੇ ਨੇ ਕਿ ਤੁਸੀਂ ਸਿੱਧਾ ਹਮਲਾ ਕਰਨਾ ਤੇ ਜਾ ਕੇ ਅਗਲਾ ਭਾਵੇਂ ਨੇਜ਼ਾ ਲੈ ਕੇ ਬੈਠੇ ਹੈ ਤੇ ਉਹਦੇ ਉੱਤੇ ਹਮਲਾ ਕਰ ਦੇਣਾ, ਨੇਜ਼ੇ 'ਚ ਸਿਰ ਮਾਰ ਦੇਣਾ। ਇਹ ਨਹੀਂ ਵੇਖਣਾ ਬਈ ਅਗਲਾ ਨੇਜ਼ਾ ਲੈ ਕੇ ਬੈਠੇ ਆ ਜਾਂ ਬੰਦੂਕ ਲੈ ਕੇ ਬੈਠੇ ਆ ਤੇ ਉਹ ਤੇ ਮੇਰੇ ਖੁੱਭ ਜਾਏਗਾ। ਐਸੀ ਉਹ ਜੋਹਲਾ ਦੀ ਇੱਕ ਟੀਮ ਉੱਥੇ ਤਿਆਰ ਕੀਤੀ ਜਾ ਰਹੀ ਸੀ। ਹੁਣ ਵੀ ਇਹ ਜਿਹੜੇ ਨੇ ਇਹ ਗਰੁੱਪ ਹੈ ਜਿਹੜਾ ਇਹ ਜੋਹਲਾ ਦਾ, ਮੈਂ ਸਵੇਰੇ ਕੋਈ ਵੀਡੀਓ ਡਿਲੀਟ ਕੀਤੀਆਂ ਨੇ ਮੋਬਾਈਲ ਵਿੱਚੋਂ। ਉਹ ਰਾਤੀ ਰਾਜਾ ਸਾਹਿਬ ਨੇ ਕਲੀਆਂ ਸਨ, ਆਪਸ 'ਚ ਲੜਨ ਲੱਗੇ ਸਨ ਇਹ ਗਰੁੱਪ ਦੋਵੇਂ। ਇਹ ਉਹਨਾਂ ਨੂੰ ਕਹਿੰਦਾ ਸ਼ਾਤਮ ਹੈ, ਉਹ ਇਹਨਾਂ ਨੂੰ ਕਹਿੰਦੇ ਨੇ ਸ਼ਾਤਮ ਨੇ, ਗਾਲੀਆਂ ਪਵਾਉਂਦੇ ਨੇ। ਲੇਕਿਨ ਬਹਰਹਾਲ ਮਲਕ ਤਲਤ ਅਗਰ ਪਿੱਛੇ ਹਟ ਜਾਏ ਤੇ ਤਾਂ ਵੀ ਇਹਨਾਂ ਦਾ ਆਪਸ ਵਿੱਚ ਬਸ ਤੁਸੀਂ ਵੇਖੋਗੇ ਅਨਕਰੀਬ ਜਿੰਨੀ ਕੁ ਤਾਕਤ ਫੜਦੇ ਜਾ ਰਹੇ ਨੇ ਦੋਏ ਗਰੁੱਪ, ਇਹ ਕੋਈ ਨਤੀਜਾ ਕੱਢ ਕੇ ਦੇਣਗੇ। ਐਸਾ ਨਤੀਜਾ ਕੱਢ ਕੇ ਦੇਣ ਦੇ ਦੋਏ ਗਰੁੱਪ ਕੇ ਹੋ सकता सरबराह तो आवाज़ां जान चुका दी। आमिर भाई, सोचने का मकाम ये है कि जिस तरह वो मिर्ज़ा गुलाम अहमद कादियानी को गालियां पढ़वा कर हंस रहा था, मेरे ख्याल से तो वो इसके लिए इंजॉयमेंट बन रही थी। ये मुबशर रज़ा जो है रूहानी फ़ज़ान, ये इंजॉय कर रहा था गालियां पढ़ने का, तो हंस रहा था, बड़े मज़े ले रहा था वो। तो मैं वही पे कहना कि वो रोंदा ही मर गया इन्हां दा 2 नंबर खलीफा। भी गैरत जड़ी है, गैरत है बड़ी चीज़ जहाने तगोदो में, पहनाती है दरवेश को ताजे सरेदारा। वो रोंदा ही मर गया इन्हां दी जान नूं कि अपने च कोई गैरत पैदा होण दिओ। लेकिन गैरत भी तां पैदा हुंदी, पहले शऊर पैदा हुंदा है, ऊंच नीच दी पहचान हुंदी है, अच्छे बुरे दी पहचान हुंदी है। गुस्सा प्यार के जज्बात जोड़े ने उन्होंने फिर इंसान कंट्रोल करना चाहता, तो ही गैरत भी वो पैदा होंगी। तो जो सोच ही मार दी जाए किसी कौम की, उन्होंने इंज बना दिता जाए जिस तरह वो एक जानवर की तरह, तो गैरत उन्हें कितों पैदा होनी है? उन्होंने गैरत लफज का पता भी नहीं है। वो इंजॉय पे करता, उन्होंने गालां पियां पैंदियां ने सामने, वो कहता मिर्जा लोगड़ कुत्ता, मिर्जा लोगड़ कुत्ता। वो हस हस के इंजॉय कर करके अगों लगे और बोल हो रहा खत्म हो चुकी। इन्हां दे विच कोई गैरत नां दी चीज़ रही नहीं है। इन्हें फिर काफी गालां कढ़ियां माइक ला के इमरान कॉलोनी नूं। हाँ जी, हाँ जी, माइक ला के गालां कढ़ियां ने। मैं कहना खीर कट्टी है, वो लगा भी रहा पूरे भार ना फिर, लेकिन आवाज़ माइक का तुहानूं पता, फिर माइक का थोड़ा जिहा रौला हुंदा कि माइक की आवाज़ आ जाती। हाँ जी, तो सैनी साहब ने नहीं लाया थले? नहीं, एक दफ़ा उन्होंने की, मतलब रोड साफ किया, फिर दोबारा वही काम शुरू होया। ਹੁਣ ਵੀ ਉੱਥੇ ਆਹੀ ਗੱਲ ਕਰ ਰਹੇ ਸੀ ਤੇ ਕਦੇ ਇੱਕ ਦੋ ਬੰਦਾ ਜਿਹੜਾ ਵਿੱਚੋਂ ਸੈਣੀ ਸਾਹਿਬ ਨੂੰ ਦੋਸ਼ ਦਿੰਦਾ ਤੇ ਦੂਜੇ ਜਿਹੜੇ ਨੇ ਜ਼ਿਆਦਾ ਉਹ ਆਉਂਦੇ ਨੇ ਕਿ ਉਹਨਾਂ ਨੂੰ ਕਿਉਂ ਦੋਸ਼ ਦਿੰਦੇ ਹੋ? ਕਸੂਰ ਤੁਹਾਡੇ ਆਪਣੇ ਬੰਦਿਆਂ ਦਾ ਜਿਹੜੇ ਉੱਥੇ ਜਾਂਦੇ ਨੇ ਤੇ ਉਹ ਫਿਰ ਨਾਂ ਲੈ ਲੈ ਕੇ ਟਰੁੱਥ ਸੀਕਰ, ਸਬਰ ਸਾਈਡ, ਬੰਬਾਸਟਕ ਇਹ ਜਿੰਨੇ ਹਨ ਨਾ, ਬਲਕਿ ਉਹ ਆਪਸ ਵੀ ਇੱਕ ਦੂਜੇ ਨੂੰ TM ਤੇ ਅਲੀ ਅਕਬਰ ਕਹਿੰਦੇ ਸਨ ਕਿ ਉਹ ਉੱਤੇ ਜਾ ਕੇ ਚੜ੍ਹ ਕੇ ਤੇ ਸਪੋਰਟ ਕਰਦੇ ਨੇ ਤੇ ਉਹ ਜਿਹੜਾ ਨਾ ਫਲਾਣਾ TM ਤੋਂ ਥੱਲੇ ਬਹਿ ਕੇ ਬਰਾੜ ਨੂੰ ਹਵਾ ਦਿੰਦਾ। ਉਹ ਲੜ ਕੇ ਟੁਰ ਗਿਆ। ਉਹਨੇ ਆਖਿਆ ਅੱਛਾ ਮੇਰੇ ਤੇ ਤੂੰ ਐਡਾ ਵੱਡਾ ਇਲਜ਼ਾਮ ਲਾਇਆ, ਮੈਂ ਥੱਲੇ, ਤੂੰ ਆਪ ਟੁਰ ਜਾਣਾ ਉੱਤੇ। ਅਲ ਗਰਜ਼ ਇਹ ਕਿ ਸਾਰੇ ਬਾਹਰ ਬਹਿ ਕੇ ਸੁਣਦੇ ਨੇ। ਸ਼ਾਇਦ ਜਿਸ ਵੇਲੇ ਸੈਣੀ ਸਾਹਿਬ ਦੀ ਬਰਾੜ ਹੁੰਦੀ ਹੈ ਮਰਜਾਈ, ਆਪਣੇ ਸਾਰੇ ਕੰਮ ਕਾਜ ਛੱਡ ਕੇ ਨਾ ਤੇ ਦੀਵਾਰਾਂ ਤੇ ਬਹਿ ਕੇ ਸੁਣਦੇ ਨੇ। ਕੋਈ ਬਾਹਰ ਬਹਿ ਕੇ ਸੁਣਦਾ, ਕੋਈ ਅੰਦਰ ਬਹਿ ਕੇ ਸੁਣਦਾ, ਕੋਈ ਉੱਤੇ ਆ ਜਾਂਦਾ। ਇਹਦੀ ਮੈਂ ਤੁਹਾਨੂੰ ਦਲੀਲ ਦੇ ਦਿੰਦਾ ਕਿ ਜਦੋਂ ਇਹ ਸੈਸ਼ਨ ਚੱਲਣ ਡਿਆ ਸੀ ਨਾ, ਇਹ ਗਾਲਮ ਗਲੋਚ ਵਾਲਾ, ਥੱਲੇ ਜਿਹੜੇ ਸਿਵਲਾਈਜ਼ਡ ਸੂਟਡ ਬੂਟਡ ਸਨ ਸਾਰੇ ਹੀ ਬਹਿ ਕੇ ਸੁਣ ਰਹੇ ਸਨ। ਉਹ ਫਾਤੇ ਕਾਦੀਆਨ ਤੋਂ ਲੈ ਕੇ ਤੇ ਉਹ ਰਾਜਾ ਤਾਲਮਨਾਨ ਸਾਰੇ ਸੁਣਦੇ ਪਏ ਸਨ। ਐਂਟਰੀ ਪਈ ਇਹਨਾਂ ਸਾਰਿਆਂ ਦੀ। ਅੰਦਾਜ਼ਾ ਕਰੋ ਫਿਰ ਉਹਦੇ ਬਾਅਦ ਇਹ ਗੱਲ ਆ ਕੇ ਕਰਨੀ। ਇਹ ਸਵੇਰੇ ਜਿਹੜੀ ਉਹ ਗੱਲ ਕਰਨ ਲੱਗਿਆ ਸੀ ਸ਼ਾਹਿਦ ਭੱਟ ਨਾਲ, ਮਿੱਠੀਆਂ ਮਿੱਠੀਆਂ ਗੱਲਾਂ ਤੇ ਪਿਆਰ, ਕਾਬਰੀਨ ਦਾ ਇਤਰਾਮ ਤੇ ਪਿਆਰ ਮੁਹੱਬਤ ਹੋਣਾ ਚਾਹੀਦਾ ਤੇ ਇੰਝ ਹੋਣਾ ਚਾਹੀਦਾ ਤੇ ਉਹ ਹੋਣਾ ਚਾਹੀਦਾ।
ਆਪਣੇ ਕਰਤੂਤ ਵੇਖੋ, ਆਪਣੇ ਮੁਬੱਲਗੀਨ ਦੀਆਂ ਹਰਕਤਾਂ ਵੇਖੋ, ਉਹਦੇ ਬਾਅਦ ਤੁਸੀਂ ਮੁਸਲਮਾਨਾਂ ਤੋਂ ਤਵੱਕੁ ਰੱਖਦੇ ਹੋ ਕਿ ਮੁਸਲਮਾਨ ਤੁਹਾਡੇ ਕਾਬਰੀਨ ਦਾ ਇਤਰਾਮ ਕਰਨਗੇ ਤੇ ਤੁਹਾਡੇ ਨਾਲ ਪਿਆਰ ਨਾਲ ਗੱਲ ਕਰਨਗੇ। ਮੁਸਲਮਾਨ ਤੇ ਸਖਤ ਨਫ਼ਰਤ ਕਰਦੇ ਨੇ ਤੁਹਾਡੇ ਤੋਂ ਤੇ ਤੁਹਾਡੇ ਕਾਬਰੀਨ ਤੋਂ। ਉਹ ਆਂਦੇ ਨੇ ਇੱਕ ਤੇ ਕਹਾਣੀ ਤੋਂ ਉੱਤੋਂ ਪੈ ਗਿਆ ਪਾਣੀ। ਅਮਰ ਭਾਈ, ਉਹ ਮੈਂ ਕਦੀ ਕਦੀ ਸੋਚ ਕੇ ਨਾ ਹੈਰਾਨ ਹੁੰਦਾ ਵਾਂ ਕਿ ਅਗਰ ਸਿਰਫ ਮਕਸਦ ਤਬਲੀਗ ਨਾ ਹੋਏ ਤੇ ਇਹਨਾਂ ਦੇ ਕਾਬਰੀਨ ਦਾ ਅਸੀਂ ਕਰੀਏ ਕੀ? ਇਹਨਾਂ ਦਾ ਇਹਨਾਂ ਨੂੰ ਇਹ ਨਹੀਂ ਪਤਾ। ਜਿੱਦਾਂ ਇਹਨਾਂ ਨੂੰ ਇਹ ਅੰਦਾਜ਼ਾ ਹੋਈਏ ਨਾ ਕਿ ਇਹਨਾਂ ਨੂੰ ਸਿਰਫ ਤਬਲੀਗ ਦਾ ਜ਼ਿਹਨ ਚ ਨਿਕਲ ਜੇ ਤੇ ਸਾਡੇ ਕਾਬਰੀਨ ਨੂੰ ਸਮਝਦੇ ਕੀ ਨੇ, ਇਹ ਦੁਬਾਰਾ ਕਦੀ ਇਸ ਤਰ੍ਹਾਂ ਦੀ ਗੱਲ ਹੀ ਨਾ ਕਰਨ ਸਾਡੇ ਨਾਲ। ਕੌਣ ਕਰਨ ਲੱਗਾ ਸੀ? ਉਹ ਤੇ ਸਿਰਫ ਉਹਨੂੰ ਮੌਤ ਹੀ ਨਹੀਂ ਪਈ ਆਉਂਦੀ, ਵਰਨਾ ਤੇ ਉਹ ਆਪਣੇ ਗਮ ਵਿੱਚ ਘੁਲ ਕੇ ਤੇ ਪਾਣੀ ਹੋ ਗਿਆ। ਸਿਰਫ ਮੌਤ ਹੀ ਨਹੀਂ ਉਹਨੂੰ ਆ ਰਹੀ, ਬਾਕੀ ਤਾਂ ਉਹਨੇ ਕੋਈ ਗੁੰਜਾਇਸ਼ ਛੱਡੀ ਨਹੀਂ ਹੈ। ਉਹਨੇ ਵੀ ਤੇ ਉਹ ਦੂਜੇ ਵੀ 2-3 ਨੇ, ਉਹ ਵਿਚਾਰੇ ਬਾਹਰ ਬਹਿ ਕੇ ਖੁਰਦੇ ਰਹਿੰਦੇ ਨੇ ਲੋਨ ਹਾਰ। ਅਮਰ ਭਾਈ, ਸਭ ਤੋਂ ਜ਼ਿਆਦਾ ਚੱਸ ਆਉਂਦੀ ਉਹ ਪਾਕਿਸਤਾਨੀ ਨਹੀਂ ਚੜਦਾ ਉੱਤੇ। ਸੈਲੀ ਸਾਹਿਬ ਤੁਸੀਂ ਇਹਦੇ ਥੱਲੇ ਸਾਰਾ ਕਸੂਰ ਹੀ ਸੈਲੀ ਸਾਹਿਬ ਦਾ। ਇਹ ਲੱਲਾ ਸਮਝਾਇਓ ਜਿਹੜਾ ਆਪੋ ਜੀ ਇੱਕ ਦੂਜੇ ਦੇ ਲਾਹ ਪਾ ਕਰਕੇ ਰੱਖੀ ਜਾਂਦੇ। ਦੇਖੋ ਨਾ, ਜਿਹੜੇ ਵਿੱਚ ਸਿਆਣੇ ਨੇ, ਜਿਹੜੇ ਆਪਣੇ ਦਿਲੋਂ ਸੀਨੀਅਰ ਸਮਝਦੇ ਨੇ ਆਪਣੇ ਆਪ ਨੂੰ, ਵਿਰਕ ਹੋ ਗਿਆ, ਰਾਜਾ ਤਾਲ ਮਨਾਨ ਹੋ ਗਿਆ, ਜਿਹੜੇ ਆਪਣੇ ਆਪ ਨੂੰ ਸਿਆਣੇ ਸਮਝਦੇ ਨੇ, ਇਹਨਾਂ ਦੀ ਅਕਲ ਕਿੰਨੀ ਕੀ ਹੈ। ਇਹਨਾਂ ਦੀ ਅਕਲ ਦਾ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਬਜਾਏ ਇਸ ਤੇ ਕਿ ਉਹ ਆਪਣੇ ਭਰਾਵਾਂ ਨੂੰ ਮਨਾ ਕਰਨਾ ਵੀ ਤੁਸੀਂ ਕਿਉਂ ਜਾ ਕੇ ਉੱਥੇ 4 ਵਜੇ ਵਾਲਾ ਸ਼ੋਅ ਚਲਾਉਂਦੇ ਹੋ ਫਿਲਮ ਦਾ। ਉਹ ਗੁਜਰਾਤ ਜਿਹੜੇ ਸਿਨੇਮੇ ਸਨ ਨਾ, ਇੱਕ ਸ਼ਮਾ ਸਿਨੇਮਾ ਸੀ, ਇੱਕ ਤਰਨਮ ਸਿਨੇਮਾ ਸੀ, ਇੱਕ ਨਾਜ਼ ਸਿਨੇਮਾ ਸੀ। ਉੱਥੇ ਜਿਹੜੇ ਮੁੰਡੇ ਜਾਂਦੇ ਸਨ ਨਾ ਫਿਲਮਾਂ ਵੇਖਣ, ਇਹਨਾਂ ਨੂੰ ਉਹਨਾਂ ਦੇ ਸ਼ੋਅ ਦਾ ਵੀ ਪਤਾ ਹੁੰਦਾ ਸੀ 4 ਵਜੇ ਸ਼ੋਅ ਚੱਲਣਾ ਇੱਕ। ਤੂੰ ਵੀ ਜਾਣਾ ਮੇਰੇ ਨਾਲ, ਹਯਾ ਕਿੰਨੇ ਵਜੇ? ਉਹਨੇ 4 ਵਾਲੇ ਸ਼ੋਅ ਤੇ ਆ ਜੀ। ਇਹ ਜਿਹੜਾ 4 ਵਾਲਾ ਸ਼ੋਅ ਉੱਥੇ ਚਲਾਉਂਦੇ ਨੇ ਜਾ ਕੇ, ਉਹਨਾਂ ਨੂੰ ਕਿਉਂ ਨਹੀਂ ਮਨਾ ਕਰਦੇ ਆਪਣੇ ਭਰਾਵਾਂ ਨੂੰ ਕਿ ਬਗੈਰ ਤੋਂ ਤੁਸੀਂ 4 ਵਾਲਾ ਸ਼ੋਅ ਜਾ ਕੇ ਚਲਾਉਂਦੇ ਹੋ ਤੇ ਗੈਰਤ ਕਰੋ ਤੇ ਸ਼ਰਮ ਕਰੋ ਤੇ ਜਾਓ ਨਾ। ਉਹਨਾਂ ਨੂੰ ਨਹੀਂ ਰੋਕ ਸਕਦੇ ਤੇ ਜਾ ਕੇ ਸੈਣੀ ਸਾਹਿਬ ਨੂੰ ਆਉਂਦੇ ਨੇ, ਸੈਣੀ ਸਾਹਿਬ ਤੁਸੀਂ ਬੰਦ ਕਿਉਂ ਨਹੀਂ ਕੀਤੀ ਬਰਾੜ? ਇਹ ਇਹਨਾਂ ਦੇ ਥਿੰਕ ਟੈਂਕ ਦਾ ਹਾਲਾਤ ਨੇ, ਜਿਹੜੀ ਥਿੰਕ ਟੈਂਕ ਥੱਲੇ ਵਾਲਿਆਂ ਦਾ। ਫਿਰ ਹਾਲ ਤੁਸੀਂ ਖੁਦ ਹੀ ਅੰਦਾਜ਼ਾ ਲਾ ਲਓ ਕਿ ਉਹ ਕਿੰਨੀ ਕੁ ਅਕਲ ਦੇ ਮਾਲਕ ਹੁੰਦੇ। ਅਗਰ ਜਿਹੜੇ ਸੀਨੀਅਰ ਨੇ ਤੇ ਸਿਆਣੇ ਨੇ, ਅਗਰ ਉਹਨਾਂ ਦੇ ਇਹ ਹਾਲਾਤ ਨੇ ਤੇ ਜਿਹੜੇ ਥੱਲੇ ਨੌਜਵਾਨ ਨੇ ਉਹਨਾਂ ਦੇ ਕੀ ਹਾਲਾਤ ਹੋਣਗੇ? ਕੁਛ ਨਾ ਕਹੋ ਤਾਂ ਬਿਹਤਰ ਹੈ। ਹੋਰ ਸੁਬਾਹ ਦੀ ਕੀ ਖਬਰ ਹੈ? ਸ਼ਾਪ ਸ਼ਟਰ ਕਿੱਧਰ ਗਿਆ? ਉਹਨੇ ਕੋਈ ਗੱਲ ਕੱਲ ਰਾਤੀ ਉੱਥੇ ਬਰਾੜ ਲਾਈ ਸੀ ਰਾਣਾ ਸਾਹਿਬ ਨੇ, ਰਾਣਾ ਆਫੀਸ਼ੀਅਲ, ਰਾਣਾ ਦਫ਼ਤਰੀ। ਅੱਛਾ ਯਾਰ ਉਹਦੀ ਵੀ ਕੀ ਯੂਸੀ ਭਾਈ, ਉਹਦੀ ਵੀ ਕੀ ਜ਼ਿੰਦਗੀ ਹੈ ਯਾਰ। ਬਸ ਉਹ ਜ਼ਿੰਦਗੀ ਬੇ ਬੰਦਗੀ ਸ਼ਰਮਿੰਦਗੀ ਹੈ ਨਾ। ਜਦੋਂ ਬੰਦਗੀ ਨਾ ਹੋਵੇ ਤਾਂ ਫਿਰ ਸ਼ਰਮਿੰਦਗੀ ਹੀ ਹੈ। ਉਹ ਸ਼ਰਮਿੰਦਗੀ ਲਈ ਫਿਰ ਭਾਈ ਨਾ ਕਰਕੇ ਰਹੇ ਨਾ ਉਹਨੂੰ ਉਹਦੇ ਸਿੱਧੇ ਨਾਂ ਤੋਂ ਬੁਲਾਇਆ ਕਰੋ, ਜਿਹੜਾ ਨਾਂ ਉਹਦੀ ਜਮਾਤ ਨੇ ਉਹਨੂੰ ਦਿੱਤਾ ਹੈ। ਪੁੱਠਾ ਨਾਂ ਨਾ ਲਿਆ ਕਰੋ। ਦੇਖੋ ਜਿਹੜਾ ਜਮਾਤ ਦਾ ਦਿੱਤਾ ਨਾਂ ਮਨਸ਼ਾ ਬੰਬ, ਮਿਰਜ਼ਾ ਸਾਹਿਬ ਆਉਂਦੇ ਨੇ ਨਾ, ਅਸਮਾਨ ਤੇ ਮੇਰਾ ਨਾਮ ਮੁਹੰਮਦ ਹੈ ਤੇ ਜ਼ਮੀਨ ਤੇ ਅਹਿਮਦ ਹੈ। ਤੇ ਇਹਨਾਂ ਨੂੰ ਦੱਸਿਆ ਕਰੋ ਵੀ ਜਮਾਤ ਵਿੱਚ ਤੁਹਾਡਾ ਨਾਂ ਹੈ ਤੇ ਬਾਹਰ ਜਮਾਤ ਤੋਂ ਹੈ, ਵੀ ਜਿਹੜਾ ਜਮਾਤ ਵਾਲਾ ਨਾਂ ਤੁਸੀਂ ਉਹ ਪੁਕਾਰਿਆ ਕਰੋ, ਕਿਉਂਕਿ ਜਮਾਤ ਦਾ ਦਿੱਤਾ ਨਾਂ ਸਾਨੂੰ ਕਿਹੜੀ ਲੋੜ ਹੈ। ਜਿਹੜਾ ਜਮਾਤ ਪਸੰਦ ਕਰੇ ਕਿਸੇ ਵਾਸਤੇ ਨਾਂ, ਤੇ ਉਹ ਨਾਂ ਲੈਣਾ ਚਾਹੀਦਾ। ਜਮਾਤ ਉੱਤੇ ਅੱਲਾ ਦਾ ਹੱਥ ਹੁੰਦਾ। आमिर भैया जो साई अहमद नहीं, साई अहमद यूएसए से करके बोलता है, उसने आज बहुत गालियां दी हैं आमिर भाई, बहुत गालियां दी थी उस आज। वो तो शराबी तारिक चौहान, हाँ मेरे ख्याल है शराब पी के आया। ड्रंक हाँ जी,
उन्होंने इश्तिहार लाया से लेके कि दुश्मन हमारे बयाबानों के खंजीर हैं, याद रखिए कि हमारा मुकाबला अगों की जी उन्हें लिखी ना, मैं उंज ही पढ़न लगा वा ते माजरत नाल वैरी सॉरी। नहीं मैंने पता है मेरा नाम लिखिया है तो दूजियां दा भी कोई नाम लिखिया है। आमर ਤੁਹਾਡਾ खंजीर ਨਾਂ ਸਕਿਪ ਕਰਕੇ ਅੱਗੋਂ ਦੀ ਜਿਹੜਾ ਨਾ ਵਿੱਚ ਉਹਨਾਂ ਨੇ ਵਿੱਚ ਸਾਨੂੰ ਇੰਜ ਲਿਖਿਆ है कि जी कतूरे कुत्ते और पिल्लों के साथ मुकाबला है और वहाँ पे एक ख़ास ब्राड पे एक लूमड़ जो है लूमड़ी जो है उसको मौका देता है। मैं तो इश्तिहार लाना बल्कि पढ़ो तुसें भी ਉਹ ਇਸ਼ਤਿਹਾਰ ਲਾਓ ਤੇ ਉਹਦੇ ਤੇ ਥੋੜੀ ਜਿਹੀ ਨਾ ਉਹਦੇ ਚ ਐਡੀਟਿੰਗ ਕਰਕੇ ਨਾ ਤੇ ਥੱਲੇ आमिर भाई मनजाना आज मनशबा सुबह यूसी आज सुबह हुसैनी अंकल दा नाम इस राशिद राणे ने लाया हुआ सी कि ये एक लूमड़ है और ये आमिर अगली बात जो कहते हैं उसको बिठाकर हमारे अकाबरीन की बेइज्जती करवाता है। फोटो ले फोटो हुसैनी एक लूमड़ है क्या ਉਹਦਾ ਸਕਰੀਨਸ਼ਾਟ ਲਿਆ। ਅੱਛਾ ਅਮਰ ਭਾਈ ਕੱਲ ਵੈਸੇ ਜਿਹੜੀ ਅਸੀਂ ਗੁਫ਼ਤਗੂ ਕੀਤੀ ਸੀ ਕਿ ਇਹ ਐਡੇ ਸਮਝਦਾਰ ਹੋਣ ਤੇ ਜਿਹੜੀ ਇਹਨਾਂ ਦੀ ਸ਼ੂਗਰ ਕੋਟਿੰਗ ਬੇਇੱਜ਼ਤੀ ਹੁੰਦੀ ਉੱਥੇ ਇਹ ਮਹਿਸੂਸ ਕਰਨ ਇਸ ਗੱਲ ਦਾ ਕਿੱਡਾ ਉਹਨਾਂ ਨੂੰ ਦੁੱਖ ਲੱਗਾ ਸੀ ਕੱਲ ਜਾ ਕੇ ਸਾਡੀ ਜਗ੍ਹਾ ਰੋ ਰਿਹਾ ਸੀ। ਆਹੋ ਲਫ਼ਜ਼ ਬਲਫ਼ਜ਼ ਸੁਣਦੇ ਨੇ। आमिर भाई एक सवाल है छोटा सारा, एक सेकंड जरा। दुश्मन हमारे खंजीर हैं जी, याद रखिए आपका मुकाबला एक गंदे खंजीर और बेशुमार पिल्लों कुतूरों और कुत्तों से है। एक चालाक लोमड़ इस खंजीर को जाने अनजाने में मदद करता है। ਰਾਣਾ ਰਾਸ਼ਦ ਨੇ ਲਾਇਆ ਅੱਜ और राती सैनी साहब सो गए सन, सो के ना किते उन्होंने इतलाह पहुंची तो वो सुते उठ के आके उन्होंने ब्राड ऑन की थोड़ी देर वास्ते ते मैं ते मलिक कैसर साहब गए तो सैनी साहब पूछन कि जी मैनू सिर्फ इन्ना दसो मेरा कसूर की है। मैं क्या असल च ना जो लामा साहब कोई लामा देंदे ने ना कि जी मैं इबारत लैके आया वां ते इनू जरा पढ़ के सुनाओ ते अहमदी कहंदे ने कि नहीं 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 सैनी साहब ये तुसी पढ़ो, तुसी आप पढ़े आप पढ़ के सुनाए। तो लामा साहब कहते चलो सैनी साहब तुसी पढ़ लो, जो मैनू नहीं भी पढ़नी आती तुसी पढ़ लो। हुण सैनी साहब इबारत पूरी पढ़ते हैं, पढ़न तो बाद ये बड़े खुश होंगे ने, बहुत आला बहुत अच्छी आपने तहरीर पढ़ी, बहुत शुक्रिया सैनी साहब जज़ाकल्ला। तो लामा साहब पूछते हैं सैनी साहब हुण तुसी इहदे तो की समझे हो? सैनी साहब कहते हैं इहदे तो ये मैनू पता लग गया मिर्ज़ा साहब नबी नहीं है। मैं कि ਉਹ ਜਿਹੜੀ ਤੁਸੀਂ ਇੰਨੀ ਕੁ ਗੱਲ ਕਰਦੇ ਹੋ ਨਾ ਉਹ ਤੁਹਾਡੇ ਵਾਸਤੇ ਨਾ ਅਜ਼ਾਬ ਹੈ। ਤੁਸੀਂ ਇੰਜ ਕਿਆ ਕਰੋ ਜਿੰਜ ਤੁਸੀਂ ਸਮਝਦੇ ਹੋ ਨਾ ਉਂਝ ਹੀ ਮੈਂ ਵੀ ਸਮਝ ਰਿਹਾ ਵਾਂ। ਜਦੋਂ ਤੁਸੀਂ ਆਪਣਾ ਮੌਕਾ ਪੇਸ਼ ਕਰੋਗੇ ਫਿਰ ਤੁਹਾਨੂੰ ਪਤਾ। आवाज खराब होगी तो खुल आती है आवाज करनी। इंसाफ ही करा। अच्छा आवाज ठीक होती फिर मैं बोलूँगा। मैं क्या पोस्टर के थल्ले ना कोई जगह बना के ना तो थल्ले पोस्टर दे लिखो मिन जानिब मनशा बंब, क्योंकि जो जमात का दिता ना है उन्होंने इज्जत नाल ही उस तरह ही पुकारना चाहिए। जो कोई अपने आप को खवाना चाहता है, उसकी जमात उन्होंने कहना चाहती, उन्होंने उस नाम तो पुकारो। अच्छा भाई और किन्ने गल करनी है? मैं आमिर भाई मैं कर लो फिर मैं जिस वेले आमिर भाई possiamo andare alle Barard di Urece? No No? no No, io sono mai andato, però come io ho sentito un altro giorno che lui aveva no con te. ancora non è ancora sistemato la cosa,
Va bene, solo questo cosa volevo sapere. Aspetta che si sistemano le robe, va bene, se non sistemano vanno avanti così. Va bene. अच्छा भाई किन्ने गल करनी है किसे करनी है कि मैं कर ला करो करो अमर भाई शुरू करो No entiendo qué hablar. Hablando vosotros. आ मैं विलम दा वेला हम्म सुना लो थोड़ी जी कमेंट में है बस ਸਹੀ ਹੋ ਗਿਆ ਸਹੀ ਹੋ ਗਿਆ ਮੈਨੂੰ ਤੇ ਹਰਾਲੇ ਦੀ ਸਮਝ ਨਹੀਂ ਆਉਂਦੀ ਦੂਜੇ ਦਿਨ ਸੈਲੀ ਸਾਹਿਬ ਦਾ ਨਾਂ ਟੰਗ ਕੇ ਨਾ ਤੇ ਫਿਰ ਜਾ ਕੇ ਉੱਥੇ ਆਪ ਹੀ ਬੈਠਾ ਯਾਰ ਕਹਿੰਦਾ ਜਿਹੜਾ ਉਹਦੀ ਬਰਾੜ ਤੇ ਜਾਂਦਾ ਉਹ ਅੱਜ ਦਾ ਹੁੰਦਾ ਤੇ ਅਗਲੇ ਦਿਨ ਫਿਰ ਉੱਥੇ ਜਾ ਕੇ ਬੈਠਾ ਹੁੰਦਾ ਆਈਡੀ ਕਰਕੇ ਜਾਂਦਾ ਕਿ ਪਤਾ ਨਹੀਂ ਜ਼ਾਹਿਦ ਭਾਈ ਮੈਂ ਕਿਉਂ ਗੱਲ ਕੀਤੀ ਹੈ ਕਿ ਕੀ ਜ਼ਿੰਦਗੀ ਇਸ ਬੰਦੇ ਦੀ ਵੀ ਇਹ ਮੈਂ ਕਿਉਂ ਕਿਹਾ ਇਹ ਇਹਨਾਂ ਗੱਲਾਂ ਦੀ ਵਜ੍ਹਾ ਤੋਂ ਹੀ ਕਿਹਾ ਹੈ ਕਿ ਇਹ ਵਿਚਾਰਾ ਸਟੈਂਡ ਲੈਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਫਿਰ ਜਿਹੜਾ ਨਾ ਉਹ ਮੋਮ ਹੋ ਜਾਂਦਾ ਹੈ ਫਿਰ ਚਲਾ ਜਾਂਦਾ ਹੈ ਆਪਣੇ ਹੀ ਫਤਵੇ ਆਪਣੇ ਉੱਪਰ ਲੈ ਕੇ ਤੇ ਬਾਅਦ ਚ ਜ਼ਲੀਲੋ ਖਵਾਰ ਹੋ ਕੇ ਕਹਿੰਦਾ ਮੈਨੇ ਕੀਆ ਕਿਆ ਹੈ ਆਹੋ ਮੈਨੇ ਕੀਆ ਕਿਆ ਹੈ ਓਏ ਜੋ ਤੇਰੀ ਨਕਲ ਲਾਦਾ ਨਾ ਉਹ ਮਾਸਟਰ ਉਹਦੇ ਤੇ ਸਹੀ ਤੱਪਦਾ ਉਹ ਉਹਨੂੰ ਸਹੀ ਜੋੜਦਾ ਅਰੇ ਮੁਝੇ ਅਟੈਕ ਹੋ ਜਾਏਗਾ ਓਏ ਓਏ ਉਦੋਂ ਫੇ ਫੜਦਾ ਹੀ ਓਏ ਉਹ ਤੂੰ ਢੋਲ ਫੜਦਾ ਫਿਰ ਆਲਾ ਦਾਦੀ ਕਸਮ ਭਾਈ ਇਹ ਲੱਗਦਾ ਅੰਦਾਜ਼ਾ ਕਰੋ ਦਾਵਾ ਵੇਖੋ ਸਾਡੇ ਉੱਤੇ ਇੱਕ ਇਮਾਮ ਹੈ ਕਸਮ ਖੁਦਾ ਦੀ ਇੱਕ ਇਮਾਮ ਹੋਣ ਕੱਲ ਪਰਾਂਠਾ ਆ ਕੇ ਬੈਠਾ ਤੇ ਅਸਾਂ ਨਾ ਅਮੀਰ ਭਾਈ ਚਲੇ ਗਏ ਮੈਂ ਮਲਕ ਕੈਸਰ ਸਾਹਿਬ ਸੁਹੇਬ ਰਾਜਾ ਅਸੀਂ ਤਰੇ ਵੀ ਉੱਥੇ ਚਲੇ ਗਏ ਤੇ ਉਹ ਕਹਿੰਦਾ ਇਹ ਸਵਾਲ ਪੁੱਛੋ ਸਬਰ ਸਾਈਡ ਬੈਠਾ ਹੈ ਉੱਤੇ ਵਾਟਰ ਬੈਠਾ ਹੈ ਤੇ ਇਹ ਮਨਸ਼ਾ ਬੰਬ ਸਾਹਿਬ ਇਹ ਸਾਰੇ ਉੱਥੇ ਬੈਠੇ ਤੇ ਆਹ ਸਵਾਲ ਪੁੱਛੋ ਆਏਗਾ ਚਲੋ ਠੀਕ ਹੈ ਜੀ ਸਵਾਲ ਪੁੱਛਣੇ ਜਵਾਬ ਕਿੰਨੇ ਦੇਣਾ ਤੇ ਸੀਸੀਡੀ ਵਗੈਰਾ ਕਹਿੰਦਾ ਤੂੰ ਉਸੇ ਸਵਾਲ ਪੁੱਛੋ ਜਿੰਨੇ ਜਵਾਬ ਦੇਣਾ ਆਏਗਾ ਤੇ ਮੈਂ ਕਹਿੰਦੀ ਬੰਦਾ ਕ ਬੰਦਾ ਵੇਖ ਕੇ ਸਵਾਲ ਪੁੱਛੀਦਾ ਨਾ ਐਵੇਂ ਤੇ ਨਾ ਜਿਹੜਾ ਬੰਦਾ ਜਿਸ ਕਾਬਲ ਹੈ ਉਹਦੇ ਕੋਲ ਉਸੇ ਤਰ੍ਹਾਂ ਦਾ ਸਵਾਲ ਪੁੱਛਣਾ ਅੱਧਾ ਅੱਧਾ ਘੰਟਾ ਕੋਈ ਬੰਦਾ ਹੀ ਅੱਗੇ ਆਵੇ ਜਿਹਨੇ ਜਵਾਬ ਦੇਣਾ ਸਵਾਲ ਦਾ ਉਹ ਇਹ ਸਵਾਲ ਪੁੱਛ ਮੈਂ ਕਿਹਾ ਤੂੰ ਪਹਿਲੇ ਬੰਦਾ ਤੇ ਪੇਸ਼ ਕਰੋ ਜਵਾਬ ਕਿੰਨੇ ਦੇਣਾ ਉਹਦੇ ਕੋਲ ਫਿਰ ਉਸ ਤਰ੍ਹਾਂ ਦਾ ਸਵਾਲ ਕਰੀਏ ਤੇ ਉਹਨੇ ਕਿਹਾ ਜੇ ਹੁਣ ਸਵਾਲ ਨਾ ਪੁੱਛੇ ਤੇ ਥੱਲੇ ਲਾ ਦੇਣਾ ਮੈਂ ਕਿਹਾ ਲਾ ਦਿਓ ਥੱਲੇ ਪਹਿਲੇ ਬੰਦਾ ਅੱਗੇ ਕਰੋ ਜਿਹਨੇ ਜਵਾਬ ਦੇਣਾ ਉਹ ਸੀਸੀਟੀ ਨੂੰ ਬੋਲੇ ਹਾਂਜੀ ਤੂੰ ਕਰ ਮੈਂ ਕਿਹਾ ਤੂੰ ਜਵਾਬ ਦੇਗਾ ਨਹੀਂ ਮੈਂ ਤੇ ਕੋਈ ਮਜ਼ਹਬੀ ਗੱਲ ਕਰਦਾ ਹੀ ਨਹੀਂ ਮੈਂ ਕਿਹਾ ਫਿਰ ਤੂੰ ਥੱਲੇ ਉਤਰ ਜਾ ਉਹ ਤੇ ਉਤਰ ਗਿਆ ਥੱਲੇ ਮੁੜ ਕੇ ਜ਼ਬਰ ਸਾਈਦ ਸਾਹਿਬ ਨੇ ਕਿਹਾ ਜੀ ਸਾਡਾ ਮੌਕਫ ਹੈ ਵੇ ਹਜ਼ਰਤ ਈਸਾ अलैहिस्सलातु वस्सलाम ਫੌਤ ਹੋ ਗਏ ਨੇ ਤੇ ਉਨਕੇ ਰੰਗ ਮੇ ਹੋ ਕੇ ਮਿਰਜ਼ਾ ਸਾਹਿਬ ਆਏ हैं जी ਹੁਣ ਸਵਾਲ ਕਰੋ ਮੈਂ ਕਿਹਾ ਤੇਰੀ ਗੱਲ ਖਤਮ ਹੋ ਗਈ ਮੇਰਾ ਇਹ ਸਵਾਲ ਹੀ ਨਹੀਂ ਹੈ ਪਹਿਲੇ ਇੱਕ ਬੰਦਾ ਪੇਸ਼ ਕਰੋ ਜਿਹਨੇ ਜਵਾਬ ਅੱਧਾ ਪੌਣਾ ਘੰਟਾ ਇਸੇ ਗੱਲ ਤੇ ਰੋਲਾ ਪਾ ਕੇ ਤੇ ਸਾਨੂੰ ਲਾ ਦਿੱਤਾ ਉਹਨਾਂ ਨੇ ਥੱਲੇ ਯੂਸਫ ਭਾਈ ਉਹ ਜਿਹੜਾ ਸਾਬਰ ਸਾਈਡ ਨਾ ਮੇਰਾ ਤੇ ਅਬੂ ਬਕਰ ਬੀਰ ਭਾਈ ਦਾ ਰੈਪਿਡ ਫਾਇਰ ਹੋਇਆ ਕ੍ਰਾਸ ਐਗਜ਼ਾਮੀਨੇਸ਼ਨ ਹੋਇਆ ਉਹ ਚੈੱਕ ਸੁਣਿਆ ਤੁਸੀਂ ਨਹੀਂ ਉਹ ਬੜੇ ਮਜ਼ੇਦਾਰ ਜੀ ਰੈਪਿਡ ਫਾਇਰ ਸਫੀਆਬਾਦੀ ਦੀ ਲਾਈਵ ਚ ਹੋਇਆ ਰਾਤ ਲੇਟ ਨਾਈਟ ਅਬੂ ਬਕਰ ਮੀਰ ਭਾਈ ਨੇ ਸੁਣਾਇਆ ਨਹੀਂ ਜੀ ਨਹੀਂ ਮੈਂ ਫਿਰ ਸੋ ਗਿਆ ਹੋਵਾਂਗਾ ਲੇਟ ਨਾਈਟ ਨਹੀਂ ਉਦੋਂ ਤੇ ਸਾਨੀ ਸਾਹਿਬ ਤੇ ਮੇਰੇ ਨਾਲ ਹੀ ਮਤਲਬ ਮੈਂ ਕਿ ਜੇ ਹੁਣ ਸੌਣ ਲੱਗਾ ਉਹਨਾਂ ਨੇ ਵੀ ਬੰਦ ਕਰ ਦਿੱਤੀ ਮੇਰੇ ਤੋਂ ਪਹਿਲੇ ਕਿਤੇ ਹੋ ਗਿਆ ਹੈਗਾ ਮੈਂ ਨਹੀਂ ਫਿਰ ਸੁਣਿਆ ਉਹ ਫਿਰ ਮੈਨੂੰ ਲਿੰਕ ਸ਼ੇਅਰ ਕਰਨਾ ਪਲੀਜ਼ ਦੁਕਾਨ ਖੋਲ ਕੇ ਬੈਠੇ ਨਹੀਂ ਸਵਾਲ ਕਰੋ अच्छा कल जरी
ਮੈਂ ਵੀ ਰੱਖੀ ਉਹ ਸਾਈ अहमद यही कहता है कि मैं ਤੁਹਾਡੇ ਵਿੱਚੋਂ निकल जाऊंगा, मैं तुम्हारे अंदर से गुजर जाऊंगा। और मैंने किया तू टट्टी है ਜਿਹੜੀ अंदर से गुजर जाएंगी या मूत है। ਇਹ ਪਤਾ ਨਹੀਂ ਇਹਨਾਂ ਟੱਟੀਆਂ ਦੀ ਇਹਨਾਂ ਨੇ ਮੇਰੇ ख्याल मसीह मौद सुन के ना 100 बार टट्टी करता था। इनको बचपन से ही घुट्टी यही मेरे ख्याल दी जाती है कि ये जो है ना टट्टियों का नाम है। ਉਹ ਲਤੀਫਾ ਸੁਣੋ, ਯਾਦ ਆ ਗਿਆ ਲਤੀਫਾ ਰਾਣੇ ਤੇ ਯਾਦ ਆਇਆ। ਰਾਣੇ ਜਿਹਾ ਬੰਦਾ ਇਹਨਾਂ ਦੇ ਘਰੋਂ ਬੁੱਢੀ ਹੋ ਪਈ ਆ ਲੱਤਾਂ ਤੇ ਬਾਹਰ ਆ ਕੇ ਕਹਿੰਦਾ ਓਏ ਮੈਂ ਅੱਜ ਪਾਏ ਖਾ ਕੇ ਆਇਆ। ਮਗਰ ਭਾਈ ਇਹ ਪਾਏ ਖਾਦੇ ਨੇ ਇਹ ਰਾਣੇ ਸਾਹਿਬ ਦੇ ਚਾਲੀ ਸਾਹਿਬ ਦੀ ਘਰਾੜ ਦੇ ਪੱਤੇ ਉੱਤੇ ਲੱਤਾਂ ਖਾ ਕੇ ਦੂਜੇ ਪਾਸੇ ਜਾ ਕੇ ਤਜਾਜ ਕਰਦਾ ਰਹਿੰਦਾ। ये बड़ा चूहा है, ये उस बरात से बहंदा है। ये बहुत बड़ा चूहा है, उस बरात से बहंदा है जिथे इहनू पता होवे कि हुण मैं सेव हां। ਅਬੂ ਬਕਰ ਮੀਰ ਭਾਈ ਉਦੋਂ ਵੀ ਉਸ ਸਫੀਆਬਾਜੀ ਦੀ ਲਾਈਫ 'ਚ ਆਪਣੇ ਆਪ ਨੂੰ ਸੇਫ ਸਮਝ ਕੇ ਬੈਠਾ। ਇਹਨੇ ਇਹ ਨਹੀਂ ਤੇ ਪਤਾ ਕਿ ਸਰਜੀਕਲ ਸਟ੍ਰਾਈਕ ਅਚਾਨਕ ਹੋ ਜਾਣੀ। और इतना शैतान टाइप बंदा है ना सबर साइड, इतना शैतान है, इतना कोई मिर्जैया दी जो शैतान नहीं है। ਬਕਰ ਭਾਈ ਅਬੂ ਬਕਰ ਭਾਈ ਇਹ ਉਹ ਵੀਡੀਓ ਜਿਹੜੀਆਂ ਜੇ ਨਾ ਉਹ ਮੈਨੂੰ ਵੀ ਸੈਂਡ ਕਰੋ ਤੇ ਇਹਨੂੰ ਮੈਂ ਕਾਬੂ ਕਰਨਾ, ਤੁਹਾਡੇ ਕੋਲ ਨਹੀਂ ਹੋਣਾ। ਇਹਨੂੰ ਮੈਂ ਕਾਬੂ ਕਰਾਂਗਾ, ਕਿਤੇ ਨਾ ਕਿਤੇ ਮੈਂ ਕਰ ਲਾਂਗਾ ਤੇ ਇਹਨੂੰ ਆਖਣਾ ਹੁਣ ਖਾ ਜੋ ਕਹਿੰਦਾ ਨੇ। ਉਹ ਮੈਂ ਸੁਣੀਆਂ ਨੇ, ਉਸ ਤੋਂ ਬਾਅਦ ਬਕਾਇਦਾ ਸੁਣੀਆਂ ਨੇ। ਅਮਰ ਭਾਈ ਨੇ ਕਿਹਾ ਵੀ ਇਹ ਜ਼ਾਹਰ ਉੱਤੇ ਲਵੋ ਤੇ ਸੁਣਾਉਂਦਾ ਹੈ ਸੈਣੀ ਸਾਹਿਬ ਨੂੰ। ਨਹੀਂ ਬੱਕਰ ਭਾਈ ਆਪ ਤੁਹਾਨੂੰ ਲਾਮਾ ਸਾਹਿਬ ਨੂੰ ਇਹ ਰਿਕਾਰਡ ਇਹ ਜਿਹੜਾ ਨਾ ਪੇਸ਼ ਕਰਨਾ ਚਾਹੀਦਾ ਸੀ ਕਿ ਉੱਥੇ ਬਹਿ ਕੇ ਅਸੀਂ ਸਾਬਰ ਸਾਈਡ ਕੋਲ ਮਨਵਾਇਆ ਵੇ ਕਿ ਇਸ਼ਤਿਹਾਰ ਆਖਰੀ ਫੈਸਲਾ ਸਿਰਫ ਦਵਾ ਸੀ, ਦਵਾਈ ਮੋਬਾਈਲਾ ਵੀ ਨਹੀਂ ਸੀ ਤੇ ਨਾ ਮੋਬਾਈਲਾ ਸੀ। ਆਏਗਾ ਕਿਤੇ ਨਹੀਂ ਨੱਸਦਾ, ਇਹਨੇ ਕਾਬੂ ਆਉਂਦੇ ਦਾ ਟਾਈਮ ਨਹੀਂ ਲੱਗਦਾ। ਉਹ ਮੈਂ ਉਹ ਜਿਹਾ ਬੰਦਾ ਨਹੀਂ ਕਦੀ ਦੇਖਿਆ ਜਿਹੋ ਜਿਹਾ। ਉਹ ਰੋਂਦਾ ਸਵੇਰੇ ਅਮਰ ਭਾਈ ਦੀ ਵੀਡੀਓ ਚਲਾ ਕੇ ਨਾ ਜਿਹੜੀ ਉਹ ਬਾਸੀ ਟੱਟੀ ਨਾਲ ਇਹਨਾਂ ਦੀ ਹੋਣ ਡਈ ਕੱਲਾ ਦੀ ਬਰਾੜ ਤੇ ਉਹਦੇ ਤਬਸਰਾ ਕਰ, ਉਹ ਵੇਖੋ ਓਏ ਮੁਸਲਮਾਨੋ ਵੇਖੋ ਓਏ ਵੇਖੋ ਓਏ ਕੋਈ ਗੌਰ ਕਰੋ। ਮੈਂ ਵਾਹ ਕਦੀ ਕਿਹਾ ਸੀ ਗੌਰ ਕਰਦਾ ਨਾ ਤੇ ਜਿਹੜੀ 1300 ਗਾਲਾਂ ਕੱਢੀਆਂ ਨਾ ਮਿਰਜ਼ਾ ਸਾਹਿਬ ਨੇ ਉਹਨਾਂ ਤੇ ਕੀਤਾ ਹੁੰਦਾ ਨਾ ਤੇ ਤੈਨੂੰ ਕੋਈ ਸਮਝ ਆਉਂਦੀ। मैं रैपिड फायर चलावा फिर साबर साइड वाला चलाओ और तो मजे की कर लो कि मिर्जा साहब ने जो कश्मीर में सफर वाला मामला है उसको थोड़ा वो तहकीक से थोड़ी ये मैंने कही थी पहले इधर तस्वीर कर लें, इधर ही देर मैंने कहा पहले इधर ही तस्वीर कर लें कि मैंने सवाल किया था आप बताने की कोशिश कर रहे थे मेरे। जी बाजी कहें। अभी या तो आप बाहर हो घर से या वॉक कर रहे हो क्योंकि आपकी आवाज कर सकोगे और ईमान लाओगे, इसी तरह हम मिर्जा साहब पर मुझे भूल गया मैं फोन करके आईडी है और ये इसी तरह डरती है। उसके लिए मेरे पास प्रूफ भी होना चाहिए ना, मतलब मैंने कहीं पे कोई गलत कमेंट किया हो उस आईडी से। बिल्कुल प्रूफ के बिना तो बात नहीं करनी चाहिए। नहीं करनी चाहिए। तो मैं सबर साहब से बोलूंगा कि इन्होंने मेरी एक जैली आईडी पकड़ी थी
और इल्जाम लगाया था, और मैं अभी उसी आईडी से बैठा हूँ यहाँ पे, सिर्फ नाम चेंज है, निक नाम, ये आईडी वही है। और इससे मैं पिछले 6 साल से मतलब 3 साल से मैं यही आईडी यूज भी कर रहा हूँ, ब्राड भी लगा रहा हूँ और लाइव भी आता हूँ, कैमरा भी खोलता हूँ, आईडी भी यही है। तो सबर साहब आपने अब ये साबित करना है, मुझे इसका सबूत देना है कि इस आईडी से मैंने कभी भी कोई गलत कमेंट किया हो, किसी को गाली दी हो या कोई ऐसी हरकत की हो जो इल्जाम आपने लगाया था, वो आपने सबूत देना है। सबर साहब बोले भाई। सर आपने हमारे खलीफा सालस की पिक्चर लगाई हुई है, लव फॉर ऑल हेट फॉर नन, एम आई राइट और नॉट? जी वो तो मैं जब ब्रांड लगाता हूँ मैं वहां पे भी लगा के बैठ जाता हूँ, उस पे तो कोई किसी को मसला नहीं। मैं अभी भी जाकर ब्रांड लगाऊंगा, मैं किसी ना किसी की तस्वीर लगा दूंगा। नूरुद्दीन साहब एक सेकंड, किसी वो जो आपने देखेगा बंदा वो क्या सोचेगा कि ये बंदा अहमदी है या गैर अहमदी? साबर भाई मुझे एक दफा से पूछ लिया, नूरुद्दीन साहब आपने जो पिक्चर लगाई हुई है कि आपने एडिट की हुई है या सेम एज इट इज लगाई हुई है? सेम एज इट, गाड़ी तो नहीं? सेम एज इट, और गूगल से लगाई हुई है। खलीफा वक्त सानी या खलीफा सालस की फोटो लगाना क्या ये गलत हरकत है? अभी प्रिटेंड करना कि मैं क्या हूँ या क्या नहीं, सिर्फ फोटो लगाने के ऊपर इनके ऊपर केस हो सकता है? देखिए, एक बंदा लिखता है लव फॉर ऑल हेटेड फॉर नन, ठीक है, और खलीफा सालस की पिक्चर लगाता है। हर बंदा यही समझता है कि ये अहमदी है। कॉपीराइट इशू, ये बात सही है साबर भाई? कॉपीराइट इशू की बात कर रहे हैं आप? नहीं कॉपीराइट की नहीं बात, ये फेक, ये जो एक्ट है ये है कि नहीं कि किसी बंदे ने फेक आईडी, इसको फेक आईडी में आप मानते हैं कि नहीं मानते? अच्छा ये जो आवाज के साथ एक नूरुद्दीन साहब आपने मुझे मुकदमे के लिए सालस से आया है, तो मेरी बात एक पहली बात तो ये है कि एक बंदा जब लाइव लगा के बैठा है वो बोल रहा है, उसके बंदे के बारे में हर शख्स जानता है कि ये कौन शख्स है, तो फिर उसके बारे में ये रखना कि चूंकि उसने लव फॉर ऑल हेटेड फॉर नन लिखा हुआ है, चूंकि उसने खलीफा सालस की फोटो लगाई हुई है, लिहाजा ये प्रिटेंड कर रहा है कि आई एम अहमदी। ये साबिर साहब मेरे ख्याल से बनता नहीं है, जब आवाज भी पहचानी हुई है, जब पता भी है कि कौन है। मेरा तो मुतालबा सिर्फ इतना ही है, मुझे मेरा मुतालबा सिर्फ इतना है कि मेरी इस आईडी से ना कोई गलत कमेंट या कोई गाली ये इन्होंने पेश करनी है बस। देखिए, इनको मैंने सबके सामने लोग 100 बंदे के सामने ये बता दिया था कि ये एमडी की आईडी बना के, फेक आईडियां बना के तो ये सारा कारोबार करते हैं, और मैंने ये प्रूव कर दिया था बंदों के साथ। हाँ ये आपने प्रूव करना है, ये प्रूव करना है। मैं आपको ये प्रूव दूंगा कि ये आईडी पिछले 3 साल से बनी हुई है, और मैं इस आईडी से लाइव भी आता हूँ, और इस आईडी से मैं कैमरा खोल के भी सामने जाता हूँ। आपने अब यही साबित करना है कि मैं ये आईडियां जारी बनाता हूँ। मुझे गवाहान की मुझे मौजूदगी में ये जानना है कि ये जो कारोबार की टर्म यूज की गई है, ये कौन सी टर्म यूज की गई है और किस सेंस में यूज की गई थी? अस्सलाम वालेकुम जी साबर भाई, ये जो कारोबार है ये कौन से चीज के लिए इस्तेमाल किया था आपने? आपके बाद ड्रामा किया है इन्होंने, और उनको मैंने इसलिए नहीं कहा कि वो उनसे मेरी कोई मुखालफत है, वो तो है। और 3340 ये आमद रजीर साहब का ग्रुप लगाते हैं। अब अगर ये 2 नाम भी कोई यूज करे एमडी, तो वो भी कारोबार कर रहे हैं। सबसे साहब आपके असूल के मुताबिक, असूल के मुताबिक तो बात उसके ऊपर भी लगेगी, फिट होगी। माइक बंद है, तो मैं तो यही रिक्वेस्ट ही करूंगा आ रहा था आगे, वलीद भाई आगे वो बात। ठीक है, मैं आपको वो बात बताने लगा हूँ जो मैं आके तुम क्यों यहाँ पर झूठ बोल रहे हो, तो वो वहां से चुप चपीत चला गया, और उसने वो वाली भी वीडियो बनाई हुई थी, लेकिन उसने अपलोड आज तक नहीं की क्योंकि वो पकड़ा। बांग्लादेश की मुस्लिम कंट्री है, वक्त पर भी आप जाके क्या मुझे साबर साइड साहब की बात, साबर साइड साहब है ना, रिकॉर्डिंग में 101 गाली का 100, यानी आपका ये मुकदमा है कि आपने गालियां नहीं दी? तो कहा कि यार वो तू पता क्या, मैंने वो जाना हो सकता है, तो इसलिए वो तो मेरे ख्याल में बाद में आएगी। अब आपने क्योंकि डिनाई कर दिया तो खत्म होगी बात यहाँ पे। अच्छा, मैं उस दिन वो सुन रहा था आपको, आप ना एक जगह पे पता नहीं, मेरे ख्याल में वो सैनी साहब की ब्रॉड थी या कौन सी ब्रॉड थी, चलो मैं पता बात करता हूँ तो आप समझ जाएंगे किस जगह पे आप बात वो कर रहे थे। वो आप कह रहे थे कि वो आपसे कोई बंदा बात कर रहा था, तो आखिरी फैसला इश्तिहार के ऊपर ना, उसके ऊपर कोई आपकी छोटी मोटी बात चल रही थी, तो आप उसको कह रहे थे कि ये आखिरी फैसला इश्तिहार के ऊपर, तो हमारे लिए तो ये कोई वैल्यू नहीं रखती ये बात, क्योंकि ये अकायद की बात नहीं है, और ये तो एक किस्म आप ये समझ रहे कि ये हाँ मतलब ये कोई करीब किया, मतलब इसको कोई ज्यादा टाइम नहीं गुजरा। हाँ, और आप कह रहे थे कि भाई ये अकायद की इसका इसमें कोई मामला नहीं है, और क्या कहते हैं उसे अपना, अगर आप ये तो एक किस्म की शाखें हैं, शाखों से तो दरख्त और बढ़ता है,
बात करनी है तो खत्म नबूवत पे बात करें और हमारी वो जड़ काटें, कुछ इस तरह की बात आप कर रहे थे। ये मतलब ऐसे मैंने ठीक सुनी है ना बात? वो अब्दुल्ला था लड़का और टू सिक्कर था, ठीक है। दोनों इस बात से बात कर रहे थे और ना अब्दुल्ला को नॉलेज था ना टू सिक्कर को। वो मैंने कहा कि इसको छोड़े, ठीक है। ये जो बात ऐसी है कि हम कहते हैं कि मिर्जा साहब ने लिख के तो उनको भेज दिया था, ठीक है, उन्होंने साइन नहीं किए। आप कहते हैं कि क्या नाम है ये वन साइडेड दुआ है। तो मैंने कहा ये जो चीजें हैं ना इससे कुछ नहीं निकलना, जो असल अकायद है उस पर बात कर लो, क्योंकि ना आपको पता है, क्योंकि आजकल जो ये सबक से वाली ये बात चल रही है ना ये वाली, तो वो उसमें क्या नाम है वो सारे बंदे जो चीजें इधर उधर सुनते हैं फिर वो जाके डिबेट करना शुरू कर देते हैं, ठीक है ना। तो अब्दुल्ला ने वो साल खान की ग्राउंड से कटा होगा, थोड़ा बहुत सुना होगा, तो उसने टू सिक्कर के साथ शुरू कर दी। तो टू सिक्कर से वो मैंने कहा ये जो है डिबेट इसमें क्या निकालना है, क्योंकि इसमें रिजल्ट नहीं निकला। 35 तो आप उनको ऐसे ही वो खुद डॉज ना करें। ये कोई सैनी भाई की लाइफ तो नहीं है कि जिसमें आप डॉज कर रहे हैं और खुद नीचे जा रहे हैं और कह रहे हैं आप इससे बात कर रहे हो। मैंने आपको पूछा, आपने कहा मैंने ये सारा पढ़ा हुआ है, तो मैंने उस पर सिर्फ एक बात छोटी सी आपको पूछी है। इतनी सी बात अगर आप नहीं बताएंगे तो फिर वो आपने क्यों इतना सारा पढ़ा है? आवाज नहीं आ रही। नहीं, अगर आप मुझे भी जवाब नहीं दे पा रहे सबर भाई, तो फिर आप किसको जवाब देंगे? मतलब मैं तो कोई इल्मी शख्सियत तो नहीं हूँ, मतलब मैं कोई इधर क्या नाम है अपना कोई मतलब किताबें तो नहीं पढ़ता। हर रोज के बैठ के मैंने पूरा इल्म हासिल कर लिया है, तो आप शायद सोच रहे हैं कि मैं कोई जवाब दूंगा तो वलीद उसको काउंटर करके मुझे अभी निगेट कर देगा। मैंने तो आपसे सिर्फ एक वर्डिक्ट पूछा है कि आपने उस इश्तिहार को पढ़ा, आपने कहा मैंने फिर वह हदीस भी पढ़ा है, इसके बारे में बाकी बहुत कुछ मैंने पढ़ा है। मैंने सिर्फ इतना सी आपको बात पूछी है छोटी सी, वो मैं दोबारा पूछ लेता हूँ। आपकी नजर में वो जो मिर्जा साहब ने इश्तिहार भेजा था आखिरी फैसला के नाम से, क्या मिर्जा साहब ने मौलाना साहब को मुबाहले का चैलेंज भेजा था? ये हाँ या ना तो कुछ कर दें इस पे। उन्होंने अपनी तरफ से स्कूल को शेयर करके भेज दी थी। हाँ, मुबाहले का अपना नीचे देखिए, दो पार्टी का एग्री होना थोड़ा जरूरी है। अगर एक पार्टी एग्री नहीं होगी तो मतलब है कि नॉट एग्री, दूसरी पार्टी एग्री नहीं है। हाँ या ना के अलावा तीसरा जो आगे होता है कि मेरे इल्म में नहीं है, ये भी कह सकते हैं। हाँ, लेकिन वो उन्होंने तारिक साहब पहले कह दिया ना कि मेरे इल्म में, उन्होंने कहा मैंने पढ़ लिया सारा। ये तो पहले ही उन्होंने एग्री कर लिया ना कि मैंने पढ़ा है सारा कुछ, उसके बाद मैंने सवाल किया, मतलब मैं करता ही ना। आप क्या समझते हैं वो बताएं। आपके फैसले से आपको क्या समझते हैं, दोनों समझते हैं? जब अप्लाई नहीं किया तो फिर इसका मतलब है जो दूसरी पार्टी थी उसने उसने अप्लाई किया, दूसरी पार्टी ने, ठीक है, उसने बिल्कुल अंदाज की शक्ल में अप्लाई किया। तो ये सब अंदाज की शक्ल में अप्लाई किया तो वो हो ही नहीं है, इसलिए मेरे ख्याल से वो हो ही नहीं है। मैं सबर भाई फिर ये कह सकता हूँ कि मिर्जा साहब ने वो आखिरी फैसला इख्तियार में महज दुआ से अल्लाह से फैसला चाहा, ये ठीक कह रहा हूँ मैं? जब दोनों पार्टी एग्री होती है तो फिर बंदा क्या नाम है फिर दोनों से बोल सकते हैं। वो तो जब दोनों एग्री हो जाते हैं वो तो मुबाला हो जाता है ना। जब दोनों एग्री ना हो फिर दुआ हो सकती है। वलीद भाई, इसमें पॉइंट क्या है? इसमें पॉइंट ये है कि लोगों को जो लोगों में लगा होते हैं वो लोगों की साथ के लिए आते हैं, ठीक है। कि अगर आपको मेरे शक है, ठीक है, और मैदान में, तो दूसरे बंदे को अगर शक नहीं है तो उसको दूसरा मैदान में आ जाना चाहिए था। उसको तो क्या नाम है वो यंग लड़का था, ठीक है, और उसको तो क्या नाम है ये जो मैदान पर सजाना चाहिए था। तो मेरा ख्याल है कि उन्होंने इस मैदान को चैलेंज ये जो उन्होंने भेजा था दुआ, उसको ना कबूल करके तो विड्रॉ कर लिया अपने आप को, मैं जो समझता हूँ। मतलब दुआ की मुबाला नहीं था, अभी आपने कह दिया। वो जो पेपर पे गया था उसको क्यों नहीं अप्लाई दिया? वो तो कोई तो अगली बात करते हैं ना, आप तो किसी के पास गए। मैं पूछ रहा हूँ दुआ की ना मुबाला नहीं था। सॉरी, मैं इससे ज़्यादा बात नहीं करूँगा। ये देखे मैं सबर भाई, ये देखे मैं तारिक साहब को पूछता हूँ। तारिक साहब बोलते मिर्जा साहब ने आखिरी फैसला इख्तियार भेजा था, क्या वो मुबाला था? मुबाले का तहकीक है? नहीं। बस ये देखे सबर भाई, ये देखे ये ऐसे जवाब है। आप बताएं सबर भाई, आप एग्री हैं तारिक साहब के साथ? क्योंकि आपने कहा तारिक साहब को ज्यादा इल्म है। करें बात उनके साथ, मैं देख मेरी बात इतने पे एग्री हैं? मैंने उनको पूछा है कि वो मुबाला है, उन्होंने कहा नहीं। देखें, मैं वो आप उनसे बात करें,
मैं सुनता हूँ क्या विजिट करनी चाहिए, बिल्कुल करनी चाहिए, करें आप। नहीं, बहस नहीं करनी, मैंने तो आपके लिए पूछा उनको कि आप उनके साथ एग्री कर रहे हैं। देखिए बात ये है कि जैसे मैंने आपको कहा है कि जितना मुझे पता है कि एक पार्टी ने विड्रॉ कर लिया। अच्छा सबर साइड भाई, वो वलीद साहब ना आपसे मेरे ख्याल में कोई बहस नहीं करना चाह रहे, वो सिर्फ ये पूछना चाह रहे हैं जो उन्होंने तारक चौहान से पूछा है, और तारक चौहान साहब ने फौरन जवाब दे दिए। आप भी कह दें हाँ या ना, या कह दें मुझे पता ही नहीं। नहीं पता नहीं तो कह नहीं सकते ना नूरुद्दीन भाई, पता नहीं तो कह नहीं सकते, वो तो मैंने पढ़ा हुआ है। वो तो बात की बात है ना, तीनों में से कोई जवाब दे तो नहीं। बात करें हम सुनते करें ना जो करेगा। नहीं कर तो ये जरूरत, मैं एक दफा फिर करता हूँ जरूरत ये लगे। तारक साहब, वो जो आखिरी फैसला इख्तियार मिर्जा साहब ने मौलाना साहब को भेजा था, क्या वो मुबाहले का चैलेंज भेजा था मिर्जा साहब ने? जी नहीं। शुक्रिया जी। अपना सबर भी मैंने जरूरत की है, बताएं आप एग्री हैं? माए की बड़ी कौन सबर भाई, माइक बंद। कहते हैं कि दुल्हन की खामोशी इकरार ही होता है। अंकल क्या उन्होंने दूसरी पार्टी ने वो तो बात का सवाल है ना, और बात का सवाल है, वो बात का सवाल है। पहले पिछला सवाल तो पूरा कर लेने दें। आप पहले ये कहें कि ये मुबाहले का चैलेंज भेजा था, फिर मैं तारक साहब को एग्जैक्ट आपका ये सवाल पूछ लूंगा, वो अच्छा भी जवाब दे देंगे। अंकल वो उन्होंने दूसरी पार्टी ने विड्रॉ कर लिया, लेकिन कर लिया ये बताएगा। मतलब पिछले सवाल का कोई जवाब नहीं है आपके पास, वो जो उन्होंने बेचारों ने 2 दफा दिया है मुझे उसका जवाब। यार आप उस पर हाँ या ना भी नहीं कर पा रहे। नहीं मतलब सबर भाई, मतलब आप माशाल्लाह पढ़े लिखे हैं, आप इतना भी जवाब नहीं दे पाते। दूसरी पार्टी ने क्या विड्रॉ कर लिया था अपने आप को, या क्या किससे विड्रॉ कर लिया था? मोबाइल से? नहीं, विड्रॉ किसे किया था? मोबाइल से? कुछ भी नहीं होगा जी अंकल। वो जो दूसरी पार्टी थी मदन कादरी को भेजा था कि इसके ऊपर नीचे लिखे, तो वो जरा बता सकते हैं उन्होंने क्या इसके जो हमारा ये मौका है कि मिर्जा साहब ने दुआ के लिए उनको कहा था, और उनको कहा था कि आप भी ऐसी दुआ करें। तो जिसके जवाब में अमृतसरी साहब ने कहा कि ये तरीक ठीक ही नहीं है, ऐसा तो हो नहीं सकता। उन्होंने उसके ऊपर मुख्तलिफ 7 एतराज लगाए उसके ऊपर कि आपको ये तरीक ठीक नहीं है। तो इस वजह से वो दुआ मुबाहला नहीं थी ना, उन्होंने मुबाहला उसको कहा, एक दुआ थी। वो मिर्जा साहब ने लिखा कि उसको कोई इल्हाम भी नहीं, तो वो मिर्जा साहब की तरफ से दुआ थी। इसी तरह की दुआ करें अल्लाह ताला करें। तो हमने सबर भाई अब आप एग्री हैं? अब आप एग्री हैं तारक साहब के बात? आपने अपना एग्री बताना है ना, मैं तो मुखालिफ हूं, और मैं तो मुखालिफ हूं, मैं तो आपको पूछ रहा हूँ। सवाल सुने, सवाल आपने किया, सुने मेरी बात, सवाल आपने किया, जवाब आपको आया, ठीक है? ठीक है, दुआ मुबाला थी, ठीक हो? नहीं अंकल ये दुआ मुबाला थी। और नहीं भाई, मोबाइल मोबाइल तो मोबाइल नहीं होता है ना, मोबाइल का है। मैं आज के बदल तो नहीं लगे तारक साहब यार। मैंने कहा दुआ की थी उन्होंने, और उसको उन्होंने ये भी कहा कि हामी नहीं है। जी सबर भाई एग्री हैं? वो कहते हैं दुआ मुबाला नहीं थी। एग्री हो गए? नहीं मैं आपको पूछ रहा है, एग्री है ना? यहाँ पे वो एग्री हो गया था कि ये दुआएं मुबाहला नहीं थी, सिर्फ दुआ थी। इसके आगे भी है, लंबी वीडियो है। साबर साइड सेफ साइड पे जहाँ पे चढ़ा था, वहाँ पे उसको पता शायद था कि मैं यहाँ पे मेरे ऊपर गिरफ्त नहीं होगी, यहाँ पे हो गई है। अब यहाँ पे थोड़ी ना आएगा इस लाइव के ऊपर वो। आप ना बच्चों के कैरियर तबाह करना चाह रहे हैं। वो इसके आगे कैरियर आगे जाके तो बात सही हुआ है, वो लंबी वीडियो है।
कहता है तुसी सारे मेरे को सवाल कर रहे हो, मैं भी तुहाडे नाल सवाल जवाब हंसी सवाल करिए तो लम्चा, हाँ ठीक है, नहीं है बड़ा अच्छा लगा। इसमें से क्लिप काट के ना लगाएंगे इंशाल्लाह। लामा साहब कितने गए ने, मैं तो ध्यान नहीं दिता स्क्रीन नाल। ਲਾਮਾ ਸਾਹਿਬ ਮੈਨੂੰ ਲੱਗਦਾ ਡ੍ਰੌਪ ਹੋ ਗਏ ਨਾ। ਕੱਲ ਜਿਹੜੀ ਹੁੱਲਾ ਆ ਗਿਆ ਉਹ ਗਾਲਿਬਨ ਰਾਣਾ ਵੀਰ ਸਾਹਿਬ ਦੀ। ਅਬੂ ਬਕਰ ਭਾਈ ਤੇ ਲਵ ਫॉर ਆਲ ਦੀ ਬਾਤ ਸੀ। ਉਹ ਕਹਿ ਰਹੇ ਕਿ ਜੀ ਅਸੀਂ ਮਿਰਜ਼ਾ ਸਾਹਿਬ ਨੂੰ ਮੰਨਿਆ ਉਹਨਾਂ ਦੀ ਦਲੀਲ ਨਾਲ, ਕਿਉਂਕਿ ਉਹਨਾਂ ਦੀ ਜਿਹੜੀ ਪੇਸ਼ਗੋਈਆਂ ਸੀ ਨਾ, ਚਾਨੋ ਗ੍ਰਹਿਣ ਲੱਗਣਾ ਤੇ ਨਬੀ ਪਾਕ ਅਲੈਹਿਸਸਲਾਤੁ ਵਸਸਲਾਮ ਦੀ ਹਦੀਸ ਸੀ ਕਿ ਪਤਾ ਨਹੀਂ ਕਿਹੜੀ ਹਦੀਸ ਪੇਸ਼ ਕੀਤੀ ਸੀ, ਊਂਟਣੀਆਂ ਵਾਲੀ, ਕਿ ਊਂਟਣੀਆਂ ਜਿਹੜੀਆਂ ਬੇਕਾਰ ਹੋ ਜਾਣਗੀਆਂ, ਮਸੀਹ ਆਏਗਾ ਤੇ ਨਾ ਉਹ ਫਿਰ ਉਹਨਾਂ ਦੇ ਉੱਤੇ ਸਵਾਰੀ ਨਹੀਂ ਕੀਤੀ ਜਾਏਗੀ। ਉਹ ਜਿਹੜੀ ਗੱਲ ਕਰਨ ਅਸਾਂ ਕਾ ਕੋਈ ਕਿ ਇਹ ਹਦੀਸ ਪੇਸ਼ ਕਰੋ, ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਉਹ ਨਾ ਪੇਸ਼ ਕਰ ਸਕੇ। ਉਹ ਜਿਹੜੀ ਗੱਲ ਉਹਨੇ ਬਿਆਨ ਕੀਤੀ ਉਹ ਨਾ ਆਈ। ਫਿਰ ਉਹਨੇ ਕਿਹਾ ਠੀਕ ਹੈ ਮੈਂ ਐਗਰੀ ਕਰਨਾ, ਲੇਕਿਨ ਚਲੋ ਇਹ ਚੰਨ ਵਾਲੀ ਤੇ ਠੀਕ ਹੈ ਨਾ। ਤੇ ਅਬੂ ਬਕਰ ਭਾਈ ਨੇ ਕਿਹਾ ਕਿ ਇਹ ਹੈ ਹੀ ਨਹੀਂ, ਸਿਰੇ ਤੋਂ ਕੋਲ ਹੀ ਨਹੀਂ ਹੈ ਰਸੂਲ ਅੱਲਾਹ ਦਾ। ਉਹਨੇ ਕਿਹਾ ਤੇ ਫਿਰ ਇਹ ਕਿਹਦਾ? ਉਹਨੇ ਕਿਹਾ ਪਤਾ ਨਹੀਂ ਕਿਹਦਾ, ਕਿਸੇ ਅਲੀ ਦਾ ਕੋਲ ਹੈ ਤੇ ਇਹਦਾ ਕੋਈ ਨਾ ਸਿਰ ਨਾ ਪੈਰ। ਅੱਛਾ ਜੀ, ਉੱਥੋਂ ਵੀ ਉਹ ਫਿਰ ਉਹਨੇ ਕਿਹਾ ਫਿਰ ਮੈਂ ਚਲੋ ਤਹਕੀਕ ਕਰਾਂਗਾ, ਮੈਂ ਤਾਂ ਸੁਣੀਆਂ ਹੀ ਗੱਲਾਂ ਨੇ। ਮਿਰਜ਼ਾ ਸਾਹਿਬ ਦੀ ਕੋਈ ਇਬਾਰਤ ਪੇਸ਼ ਕੀਤੀ, ਅਸੀਂ ਕਿਹਾ ਮਿਰਜ਼ਾ ਸਾਹਿਬ ਨੂੰ ਤਾਂ ਅਸੀਂ ਮੰਨਦੇ ਨਹੀਂ ਨਾ, ਤੁਸੀਂ ਬੁਖਾਰੀ ਮੁਸਲਿਮ ਤੋਂ ਪੇਸ਼ ਕਰੋ। ਉਹ ਇਹ ਗੱਲ ਚੱਲ ਰਹੀ ਸੀ ਤੇ ਅੱਗੋਂ ਦੀ ਹਦੀਸ ਮੁਬਾਰਕਾ ਨੋਵਰਟ ਸਾਹਿਬ ਨੇ ਪੇਸ਼ ਕਰ ਦਿੱਤੀ, ਉਹਨੇ ਨਹੀਂ ਕਿਹਾ ਤੇ ਉਹ ਫਿਰ ਕਿਹਦੀ ਆਵਾਜ਼ ਆ ਰਹੀ? मलक इमरान भाई माइक म्यूट मारो। मलक इमरान साहब बचाओ। पकड़ते क्यों जाने मान यार मलक इमरान साहब माइक म्यूट करो अल्लाह दे बंदे। अच्छा वो फिर लव फॉर आल साहब ਉਹ ਕਿਤੇ ਬੈਠਾ ਸੁਣ ਰਿਹਾ ਹੋਣਾ, ਦੀਵਾਰ ਤੇ ਸੁਣ ਰਿਹਾ ਹੋਣਾ। ਹਾਂ, ਉਹ ਜਦੋਂ ਕਿਤੇ ਆ ਕੇ ਹੁਣ ਉੱਥੇ ਡੈਡਲਕ ਹੋ ਗਿਆ, ਉਹਨਾਂ ਨੂੰ ਉਹਨਾਂ ਕੋਲ ਗੱਲ ਨਾ ਆਵੇ ਨਾ, ਉਹ ਗੱਲ ਅੱਗੇ ਚੱਲੇ ਨਾ ਉਹਨਾਂ ਕੋਲੋਂ, ਉਹ ਕਹਿਣ ਕਿ ਮੇਰੀ ਤਹਕੀਕ ਨਹੀਂ ਹੈ, ਮੈਂ ਪੜਾਂਗਾ ਫਿਰ ਗੱਲ ਕਰਾਂਗਾ। ਤੇ ਦਜਾਲ ਦੇ ਉੱਤੇ ਗੱਲ ਆ ਗਈ 73 ਹਦੀਸ ਮੁਬਾਰਕਾ ਪੇਸ਼ ਹੋ ਗਈ। ਕਿ ਜੀ ਅਸੀਂ ਤਾਵੀਲ ਕਰਨੇ ਆ। ਮੈਂ ਕਿਹਾ ਇਸ ਹਦੀਸ ਨੂੰ ਤੁਸੀਂ ਸਹੀ ਮੰਨਦੇ ਹੋ? ਕਹਿੰਦੇ ਹਾਂ ਮੈਂ ਸਹੀ ਮੰਨਦਾ ਵਾਂ। ਅੱਛਾ, ਮੈਂ ਕਿਹਾ ਚਲੋ ਬਹੁਤ ਅੱਛੇ। ਤੇ ਹੁਣ ਇਹ ਦੱਸੋ ਕਿ ਤੁਸੀਂ ਇਹਦੀ ਤਾਵੀਲ ਅੱਧੀ ਹਦੀਸ ਦੀ ਤਾਵੀਲ ਕਰੋਗੇ ਜਾਂ ਪੂਰੀ ਦੀ, ਜਾਂ ਵਿੱਚੋਂ ਕੋਈ ਜੁਜ਼ਅ ਦੀ ਤਾਵੀਲ ਕਰੋਗੇ? ਕਹਿੰਦੇ ਨਹੀਂ, ਉਹਦੇ ਤੋਂ ਪੇਸ਼ ਕਰੋਗੇ ਮੈਂ ਦੱਸਾਂਗਾ। ਮੈਂ ਕਿਹਾ ਨਹੀਂ, ਤੁਸੀਂ ਤਾਂ ਕਹਿ ਰਹੇ ਹੋ ਨਾ ਕਿ ਸਾਡੇ ਕੋਲ ਪੁੱਛਿਆ ਸੀ ਕਿ ਅਸੀਂ ਹੂ ਬਹੂ ਮੰਨਦੇ ਹਾਂ, ਹਰ ਲਫ਼ਜ਼ ਜਿਸ ਤਰ੍ਹਾਂ ਹੈ ਰਸੂਲ ਅੱਲਾਹ ਸੱਲੱਲਾਹੁ ਤਆਲਾ ਅਲੈਹਿ ਵਸੱਲਮ ਦਾ ਉਸੇ ਤਰ੍ਹਾਂ ਮੰਨਦੇ ਹਾਂ, ਲੇਕਿਨ ਤੁਸੀਂ ਸਹੀ ਇਹਨੂੰ ਕਿਹੜੀ ਗੱਲ ਦੀ ਤਾਵੀਲ ਕਰੋਗੇ ਕਿਹੜੀ ਦੀ ਨਹੀਂ? ਕਹਿੰਦਾ ਉਹ ਜਿਵੇਂ ਚੱਲੀ ਜਾਏਗੀ ਗੱਲ ਉਹ ਵਿੱਚੋਂ। ਮੈਂ ਕਹਿੰਦਾ ਮਤਲਬ ਅੱਧੀ ਤਾਵੀਲ ਕਰੋਗੇ ਅੱਧੀ ਸਹੀ ਮੰਨੋਗੇ? ਨਹੀਂ ਆਪ ਪੇਸ਼ ਤੋਂ ਕਰੇ। ਇਹ ਫਿਰ ਨਾ ਜਰੀਉल्लाह ਸਾਹਿਬ ਨੇ ਥੱਲੇ ਲਿਖਿਆ ਜੀ अस्सलाम वालेकुम, ਉਹ ਲਿਖਿਆ ਇਹ ਥੱਲੇ। ਤੇ ਨੋ WhatsApp ਨੇ ਕਿਹਾ ਜੀ ਲੈ ਲਓ ਜੀ, ਇਹਨਾਂ ਨੂੰ ਕਾਲ ਤੇ ਆਉਣਾ ਚਾਹ ਰਹੇ ਨੇ। ਤੇ ਉਹ ਆ ਗਏ ਕਾਲ ਤੇ ਆਏ ਤੇ ਥੱਲੋਂ ਕਿਸੇ ਮੁਸਲਮਾਨ ਭਰਾ ਨੇ ਲਿਖ ਦਿੱਤਾ ਕਿ ਜ਼ਿਆ ਰਸੂਲ ਅਮੀਨੀ ਸਾਹਿਬ ਨੂੰ ਬਰਾੜ ਸ਼ੇਅਰ ਕਰੋ। ਉਹਨੇ ਲਿਖਿਆ ਹੀ ਤੇ ਲਾਮਾ ਸਾਹਿਬ ਨੂੰ ਤੇ ਜ਼ਿਆ ਰਸੂਲ ਸਾਹਿਬ ਨੂੰ ਨਾ ਬਰਾੜ ਸ਼ੇਅਰ ਕਰੋ। ਇਹ ਉਹਨੇ ਲਿਖਿਆ, ਨਾ ਕਿਸੇ ਨੇ ਸ਼ੇਅਰ ਕੀਤੀ, ਨਾ ਕੋਈ ਗੱਲ ਨਾ ਬਾਤ। ਤੇ ਇਹ ਆਇਆ ਉੱਤੇ ਕਹਿੰਦਾ ਜੀ ਦੇਖੋ, ਅਗਰ ਇੱਥੇ ਕੋਈ ਐਸਾ ਬੰਦਾ ਜਿਹੜਾ ਸ਼ਾਤਿਮ ਹੈ, ਜਿਹੜਾ ਗਾਲੀਬਾਜ਼ ਹੈ, ਜਿਹੜਾ ਗੁਸਤਾਖ ਹੈ, ਜਿਹੜਾ ਬੇਅਦਬ ਹੈ ਤੇ ਬਦ ਜ਼ੁਬਾਨ ਹੈ, ਇਹ ਚਾਰ ਆਇਆ ਤੇ ਮੈਂ ਚਲਾ ਜਾਵਾਂਗਾ। नेट सिग्नल ठीक करो यूसुफ भाई। फैसला कौन करेगा? आवाज है कुछ ठीक? हाँ आगे ना बेहतर ठीक हो गया ना? करो। अच्छा,
ਉਹ ਕਹਿੰਦਾ ਅਸੀਂ ਕਿਹਾ ਕਿ ਇਹਦਾ ਫੈਸਲਾ, ਮੈਂ ਕਿਹਾ ਇਹਦਾ ਫੈਸਲਾ ਕੌਣ ਕਰੇਗਾ ਬਈ, ਇਹ ਜਿਹੜੀ ਤੂੰ ਆਂਦੀ ਆ ਕੇ ਤੂੰ ਇੱਕ ਤੇ ਕਾਲ ਪਾ ਕੇ ਉੱਤੋਂ ਆ ਗਿਆ, ਉੱਤੋਂ ਦੀ ਤੂੰ ਇੱਥੇ ਕਦਗਨ ਲਾ ਰਿਹਾ। ਕਹਿੰਦਾ ਜੀ ਮੈਂ ਕਿਸੇ ਬਦਜ਼ਬਾਨ ਨਾਲ ਗੱਲ ਨਹੀਂ। ਮੈਂ ਕਿਹਾ ਤੂੰ ਇਹ ਕੌਣ ਹੁੰਦਾ ਫੈਸਲਾ ਕਰਨ ਵਾਲਾ? ਤੇ ਫਿਰ ਮੈਂ ਕਿਹਾ ਤੇ ਮੁਸਲਮਾਨਾਂ ਦੇ ਉਹ ਕੌਣ ਮੁਸਲਮਾਨ? ਤੇ ਉੱਥੋਂ ਫਿਰ ਉਹ ਬਦ ਜ਼ੁਬਾਨੀ, ਉਹ ਬਕਵਾਸ ਨੇ। ਫਿਰ ਖੈਰ ਅਸਾਂ ਗਾਲਾਂ ਤੇ ਨਹੀਂ ਕੱਢੀ, ਹੈ ਬਕਵਾਸ ਕਰਦੇ ਰਹੋ, ਤੁਹਾਨੂੰ ਫਲਾਂ ਕਾਫਰ ਕਹਿੰਦਾ, ਫਲਾਂ ਕਾਫਰ ਕਹਿੰਦਾ। ਮੈਂ ਕਿਹਾ ਇਹੀ ਔਕਾਤ ਤੇ ਤੇਰੀ, ਤੂੰ ਆਪਣੀ ਬਿਲ ਚੋਂ ਨਿਕਲਣਾ, ਸਿਰਫ ਵੇਖਣਾ ਕਿ ਮੈਂ ਕਿੱਥੇ ਜਾ ਕੇ। ਮੈਂ ਕਿਹਾ ਹੁਣ ਤੇਰਾ ਹਜੇ ਤੱਕ ਕਿਸੇ ਨੇ ਬੁਲਾਇਆ ਵੀ ਨਹੀਂ, ਤੈਨੂੰ ਥੱਲੀ ਪੈ ਗਈ ਹੈ, ਇੱਥੇ ਆਇਆ ਹੀ ਕੋਈ ਨਹੀਂ ਹੈ, ਤੇ ਪਤਾ ਨਹੀਂ ਸੋ ਰਹੇ ਹੋਣੇ ਨੇ ਤੇ ਤੇਰੀਆਂ ਮੈਂ ਕਿਹਾ ਲੱਤਾਂ ਕੰਬਣੀਆਂ ਸ਼ੁਰੂ ਹੋ ਗਈਆਂ। ਤੂੰ ਗੱਲ ਕਰਨ ਆ ਕੇ ਹਿੰਮਤ ਕੀਤੀ ਤੇ ਆ ਨਾ ਚੁੱਪ ਕਰਕੇ ਬਹਿ ਗੱਲ ਕਰ ਜਿਹੜੀ ਗੱਲ ਕਰਨਾ ਪਿਆ। ਬਕਵਾਸ ਕਰ ਕਰਕੇ ਨਾ ਬੋਲਣ ਨਹੀਂ ਸੀ ਦੇ ਰਿਹਾ, ਕੰਟੀਨਿਊ ਬੋਲੀ ਵਾਹ 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 ਬੋਲੀ ਜਾ ਰਿਹਾ। ਉਹ ਮਤਲਬ ਬਹਾਨਾ ਲਾ ਰਿਹਾ ਸੀ ਕਿਸ ਤਰੀਕੇ ਨਾਲ ਤੁਸੀਂ ਖੁਦ ਡਰਾਪ ਕਰੋ ਉਹਨੂੰ। ਅਸੀਂ ਨਹੀਂ ਕੀਤਾ, ਮੈਂ ਕਿਹਾ ਇਹਨੂੰ ਡਰਾਪ ਕੋਈ ਨਾ ਕਰੇ, ਇਹ ਆਪੇ ਉਤਰ ਗਿਆ। ਨਹੀਂ ਵੈਸੇ ਮੈਂ ਕਹਿ ਰਿਹਾ ਵਾਂ ਕਿ ਜਿਹੜਾ ਉਹ ਤਰੀਕੇਕਾਰ ਅਖਤਿਆਰ ਕੀਤਾ ਸੀ ਉਹ ਇਹ ਕੀਤਾ ਸੀ ਕਿ ਇਹ ਮੈਨੂੰ ਡਰਾਪ ਕਰ ਦੇਣ, ਬਾਅਦ ਚ ਇਹ ਨਾ ਕਿਹਾ ਜਾਏ ਕਿ ਮੈਂ ਆਪ ਗਿਆ। ਮੈਂ ਆਪ ਗਿਆ ਵਾਂ। ਉਹ ਪਹਿਲੇ ਤੇ ਉਹ ਭਾਈ ਹੋਰਾਂ ਨੂੰ ਲਾਇਆ ਨਾ, ਉਹ ਬੰਦਾ ਸ਼ਰੀਫ ਆਦਮੀ ਸੀ, ਉਹ ਕੋਸ਼ਿਸ਼ ਕਰ ਰਿਹਾ ਸੀ ਕਿ ਮੈਂ ਠੀਕ ਹੈ, ਐਕਸੈਪਟ ਵੀ ਕਰਦਾ ਸੀ, ਠੀਕ ਹੈ ਜੀ ਮੈਂ ਕੱਲ ਨੂੰ ਮੰਨਦਾ, ਮੈਂ ਨਹੀਂ ਹੈ ਤਾਂ ਨਹੀਂ ਹੈ, ਠੀਕ ਹੈ। ਤੇ ਇਹ ਇੱਕ ਤੇ ਸੁਣ ਰਿਹਾ ਸੀ, ਇਹਨੇ ਕਿਹਾ ਲੋ ਜੀ ਇਹ ਤੇ ਹੁਣ ਕੰਮ ਖਰਾਬ ਹੋ ਰਿਹਾ, ਇਸ ਤੋਂ ਪਹਿਲੇ ਕਿ ਕੁਝ ਹੋਰ ਹੋਵੇ ਤੇ ਮੈਂ ਰੰਗ ਚ ਭੰਗ ਪਾ ਦਾਂ। ਤੇ ਉਹ ਬੰਦੇ ਨੂੰ ਵੀ ਲੈ ਗਿਆ ਨਾਲ, ਆਪੇ ਵੀ ਟੁਰ ਗਿਆ। ਇਹ ਉਹ ਤਾਂ ਆਪਣੇ ਖੁਦ ਚੋਂ ਨਿਕਲਦਾ ਹੀ ਨਹੀਂ। ਮੈਂ ਤਾਂ ਇਹ ਹੈਰਾਨ ਹੋ ਗਿਆ ਕਿ ਨਿਕਲ ਕੰਜ ਆਇਆ। ਤੇ ਕਿਸੇ ਨੇ ਕਮੈਂਟ ਕਰ ਦਿੱਤਾ ਤਾਂ ਉਹਨੇ ਕਿਹਾ ਲੈ ਵੀ ਮੌਕਾ ਲੱਭਾ, ਭੱਜੋ ਹੁਣ ਇੱਥੋਂ ਭੱਜੋ। ਉਹ ਅਸਲ ਚ ਬੰਦਾ ਉਹ ਜਿਹੜਾ ਬੈਠਾ ਸੀ ਨਾ, ਉਹ ਬੰਦਾ ਚੀਜ਼ਾਂ ਨੂੰ ਸਿੱਖ ਰਿਹਾ ਸੀ, ਫਿਰ ਉਹ ਕੋਸ਼ਿਸ਼ ਕਰ ਰਿਹਾ ਸੀ, ਕਹਿੰਦਾ ਠੀਕ ਹੈ ਮੈਂ ਪੜ੍ਹ ਕੇ ਆਵਾਂ। ਮੈਂ ਉਹਨੂੰ ਕਿਹਾ, ਮੈਂ ਕਿਹਾ ਜਿੰਨੀਆਂ ਤੁਸੀਂ ਪੇਸ਼ ਕੀਤੀਆਂ ਨੇ ਤੁਸੀਂ ਆਪ ਪੜ੍ਹੀਆਂ ਨੇ? मैं कहा आपने पढ़ी ये सारी बातें? कहता जी नहीं मैंने पढ़ी नहीं है। मैंने पढ़ी थी बहुत अरसा पहले। मैं क्या आप श्योर हैं कि आपने सही मुस्लिम शरीफ या सही बुखारी शरीफ से ये पढ़ी हैं? नहीं वो हमने तो देखे ना जो मिर्ज़ा साहब की किताबों को हम ऐसे ही पढ़ते हैं या ये बातों को हम वो नाल ना लैपटॉप दे होते वो करके ना टाइपिंग करके थे वो थोड़ी चुके। कहते जी मैं तो ये ना उधर से islam.org से ही मैं ले रहा हूँ ये जो बातें पेश करो। मैं क्या तो आप खालिद इस पर जाए ना, आप बुखारी शरीफ की अगर कोई बात या कुरान पाक की आयत पेश कर रहे हैं तो आप वहाँ से पढ़ें जहाँ है। आप सोर्स मिर्ज़ा साहब से क्यों ले रहे हैं? हम तो उनके मुखालिफ है ना, हम तो नहीं मानेंगे आप मिर्ज़ा साहब की बात को पेश करेंगे कि जी ये मुस्लिम शरीफ के हवाले से उन्होंने ये कहा। मैं कहा हम नहीं मानेंगे, हमें पेश करनी है तो आप किताब पेश करें, मतन पेश करें बुखारी शरीफ या मुस्लिम शरीफ का, और आप पहले इससे पहले आप खुद पढ़ें। जब आप पढ़ेंगे तो फिर ही आप बात कर सकेंगे। उन्नी देर ਨੂੰ ਜੜੀਉੱਲਾ ਸਾਹਿਬ ਆਏ ਨੇ, ਇਹਨਾਂ ਨੇ ਬੰਦਾ ਆਪਣਾ ਲਿਆ ਜੇਬ ਚ ਪਾਇਆ ਤੇ ਉਹ ਪੇ ਜਾਂਦੇ ਨੇ। ਵੇਖਣਾ ਤੁਸੀਂ ਜਰੀਅਲ ਦਾ ਨਾਮ ਲਿਆ ਤੇ ਉੱਤੋਂ ਜ਼ਿਆਰ ਸੁਲਮੀਨੀ ਸਾਹਿਬ ਦਾ ਨਾਮ ਲਿਆ, ਇੱਕਦਮ ਜ਼ਿਆਰ ਸੁਲਮੀਨੀ ਸਾਹਿਬ ਆਏ ਨੇ, ਕਿਤੇ ਆਪ ਨਹੀਂ ਗਿਆ ਇੱਥੇ ਮਾਵਾਂ ਉੱਤੇ। ਉਹ ਜ਼ਿਆਰ ਸੁਲਮੀਨੀ ਸਾਹਿਬ ਸੁੱਤੇ ਸਨ ਘਰ ਤੇ ਜੜੀਉੱਲਾ ਇੱਥੇ ਉਹਦੀਆਂ ਲੱਤਾਂ ਕੰਬ ਰਹੀਆਂ ਸਨ, ਕਿਤੇ ਆ ਹੀ ਨਾ ਜਾਵੇ। ਉਹਨੇ ਹਜੇ ਬੰਦੇ ਨੇ ਲਿਖਿਆ, ਯਾਰ ਮੈਂ ਹੈਰਾਨ, ਉਹਨੇ ਥੱਲੇ ਲਿਖਿਆ ਮੈਂ ਵੀ ਨਹੀਂ ਪੜਿਆ, ਮਤਲਬ ਮੈਂ ਵੀ ਨਹੀਂ ਪੜਿਆ, ਮੇਰੇ ਵੀ ਧਿਆਨ ਨਹੀਂ ਦਵਾਇਆ ਕਿ ਕੋਈ ਆਇਆ। ਮੈਂ ਕਿਹਾ ਕਿਹਨੂੰ ਕਹਿ ਰਿਹਾ? ਥੱਲੇ ਉਹ ਜੋ ਦੇਖਿਆ ਤੇ ਉਹ ਕਿਸੇ ਬੰਦੇ ਨੇ ਲਿਖਿਆ ਸੀ ਕਿ ਯੂਸਫੀ ਭਾਈ ਜ਼ਿਆ ਰਸੂਲ ਭਾਈ ਕੋ ਨਾ ਬਰਾਡ ਸ਼ੇਅਰ ਕरें। ਤੇ ਮੈਂ ਉਹਦੀ ਗੱਲ ਦੇਖੀ ਤੇ ਇਹਨੂੰ ਥੱਲੀ ਪੈ ਗਈ, ਇਹਨੇ ਕਿਹਾ ਕਿਤੇ ਵਾਕਈ ਨਾ ਸ਼ੇਅਰ ਕਰਕੇ ਬੁਲਾ ਲੈਣ। ਸਹੀ ਹੈ। ਹਾਂਜੀ ਇੱਕ ਤੇ ਚੰਦ ਗ੍ਰਹਿਣ ਵਾਲੀ ਪੇਸ਼ ਕੀਤੀ ਨਾ, ਇੱਕ ਉਹਨੇ ਪੇਸ਼ ਕੀਤੀ ਸੀ ਊਂਠਣੀਆਂ ਵਾਲੀ, ਤੇ ਇੱਕ ਉਹਨੇ ਇਹ ਪੇਸ਼ ਕਰ ਦਿੱਤੀ ਕਿ ਜੀ ਜਦੋਂ ਮਸੀਹ ਜਦੋਂ ਆਏਗਾ ਤੇ ਕੀ ਸੀ ਉਹ
ਉੱਥੇ ਜਾ ਕੇ ਕਮੈਂਟ ਕਰਨ ਵਾਲੇ ਨੂੰ ਤੁਸੀਂ ਕਮੈਂਟ ਨਹੀਂ ਨਾ ਵੈਸੇ ਤੁਸੀਂ ਤਾਂ ਵੇਖਿਆ ਛੇਤੀ ਮਿਊਟ ਕਰ ਦਿੰਦੇ, ਥੋੜਾ ਜਿਹਾ ਉਹਨੂੰ ਗੱਲਬਾਤ ਕਰਨ ਦਿੰਦੇ, ਫਿਰ ਕਿਤੇ ਸ਼ੇਅਰ ਮਾਰਦੇ ਤੇ ਫਿਰ ਵੀ ਦੌੜ ਚੈੱਕ ਕਰਦੇ। ਉਹ ਨਹੀਂ, ਉਹ ਸ਼ੇਰ ਤਾਂ ਕੀ ਕਰਨੀ ਸੀ, ਉਹਨੇ ਖਲੋਤਾ ਹੀ ਨਹੀਂ ਨਾ, ਉਹਨੇ ਤਾਂ ਨਸਣ ਦੀ ਕੀਤੀ। ਉਹਨੇ ਕਿਹਾ ਕਿ ਮੈਨੂੰ ਤੁਸੀਂ ਜਾਣਦੇ ਹੋ ਬੰਦਾ, ਮੈਂ ਆਪਣਾ ਉਤਾਰ ਲਿੱਤਾ, ਹੁਣ ਲੱਗੇ ਰਹੋ ਤੁਸੀਂ। तो जाके अपनी ब्रॉड ला के उत्थे कहंदे कि बरेलवियों का फतावा रिजविया से फरार। ਆ ਗਏ ਨੇ ਜ਼ਿਆਰ ਸੂਲ ਸਾਹਿਬ, ਇਹਨਾਂ ਨੂੰ ਪੁੱਛੋ ਇਹਨਾਂ ਨੇ ਕਿਹੜੀ ਜ਼ਿਆਦਤੀ ਕੀਤੀ। ਇੱਕ ਬੰਦਾ ਇਹਨਾਂ ਦਾ ਨਾਂ ਸੁਣ ਕੇ ਜਿਹੜਾ ਨਾ ਉਹ ਲੱਤਾਂ ਕੰਬ ਗਈਆਂ ਉਹਦੀਆਂ। ਉਹਨੇ जिस दिन पहले दिन ब्रॉड लाई ना, पहली वारी या दूसरी वारी गालिबन उन्हें ब्रॉड लगाई होनी, तो ज़िया रसूल अमीनी साहब उत्थे तशरीफ लै गए। किसी मॉडरेटर ने इन्हू चुक लिता, क्योंकि वो अपने लफ्ज़ ने कि मैं तो चुक्या नहीं है, किसी मॉडरेटर ने चुक लिता। चलो फिर वो गल करनी शुरू कर दी। इन्होंने ना कोई वाहवा अद्धा क घंटा ना ਉਹਦੀ ਚਤਰੋਲ ਕੀਤੀ ਹੈ। ਜਿਹੜਾ ਬੰਦਾ ਹੁਣ ਇਹ ਨਹੀਂ ਯਾਦ ਕੌਣ ਸੀ, ਕੋਈ ਨਵਾਂ ਸੀ ਪੁਰਾਣਾ ਸੀ, ਜੋ ਵੀ। ਮੈਂ ਮੀਰ ਕਾਸ਼ਿਫ ਦੀ ਲਿਟਰੇਚਰ आई। बाद चो कहता मैं इसलिए चुप था कि अब ये जो बात आपने शुरू की थी, इस शख्स की तो आवाज़ मेरे कानों में ऐसे जैसे तीर लगते हैं, इस तरह मुझे लग रही थी। मैं इसकी आवाज़ सुनना नहीं चाहता था और ना मैं इसको लेना चाहता था। पता नहीं किसने ले लिया और अगर बात शुरू होगी, मुझे आपने बात नहीं शुरू करने दी। चलो फिर मैं वो गुस्से च अपने वालों ना रूसी सस तरह बैठा सी उत्थे कि सुन रहा सी कि किहड़ी घड़ी उन्हें ला के थल्ले बाद च भाषण देना शुरू कर दिता। ਉਹ ਮੈਂ ਕਿਹਾ ਯਾਰ ਕਿੰਨਾ ਅਜ਼ੀਅਤ, ਤੈਨੂੰ ਕਿੰਨੀ ਤਕਲੀਫ ਦਿੱਤੀ ਆਪਣੇ ਬੰਦਿਆਂ ਨੇ ਕਿ ਬੰਦੇ ਨੂੰ ਉਹ ਨਹੀਂ ਸੁਣਨਾ ਚਾਹੁੰਦਾ, ਉਹਨੂੰ ਉਹਦੇ ਕੋਲ ਬਹਾ ਕੇ ਤੇ ਚੰਗੀ ਮਿਰਜ਼ੇ ਦੀ ਲਿਟਰੇਸ਼ਨ ਕਰਵਾਈਏ। ਇਹ ਤਾਂ ਜ਼ੁਲਮ। ਜਦੋਂ ਟਿਕਟੌਕ ਦੀ ਲਾਈਫ ਤੇ ਨਵਾਂ ਆਇਆ ਨਾ, ਉਦੋਂ ਇਹਨੇ ਸਾਰਿਆਂ ਕੋਲੋਂ ਮੇਰੇ ਕੋਲੋਂ ਵੀ ਕਰਵਾ ਲਈ, ਇਹ ਜ਼ਾਕ ਬਾਈ ਕੋਲ ਕਰ ਸਾਰਿਆਂ ਕੋਲ ਕਰਵਾ ਕੇ ਤੇ ਉਹਨੇ ਫਿਰ ਫੈਸਲਾ ਕੀਤਾ ਕਿ ਇਹਨਾਂ ਨਾਲ ਗੱਲ ਨਹੀਂ ਕਰਨੀ, ਇਹ ਗਾਲੀਬਾਜ਼ ਨੇ ਗੱਲ ਕਰਨੀ। ਅੱਛਾ ਭੈਣ, ਜਿਹੜਾ ਤੁਸੀਂ ਇਹ ਪੋਸਟਰ ਲਾਇਆ ਜਿਹਦਾ ਕੀ ਬੈਕਗਰਾਉਂਡ?